ਇੱਕ ਅਰਦਾਸ ਪਾਟ ਕੀਰਤ ਕੀ, 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 ਇੱਕ ਅਰਦਾਸ ਪਾਟ ਕੀਰਤ ਕੀ। ਗੁਰੂ ਰਾਮਦਾਸ ਰਾਖੋ ਸਰਨਾਈ, ਗੁਰੂ ਰਾਮਦਾਸ ਰਾਖੋ ਸਰਨਾਈ, ਗੁਰੂ ਰਾਮਦਾਸ ਰਾਖੋ ਸਰਨਾਈ, ਗੁਰੂ ਰਾਮਦਾਸ ਰਾਖੋ ਸਰਨਾਈ। ਇੱਕ ਅਰਦਾਸ ਪਾਟ ਕੀਰਤ ਕੀ, ਇੱਕ ਅਰਦਾਸ ਪਾਟ ਕੀਰਤ ਕੀ। हम अवगुण परे एक गुण नाही, अमृत छाड़ बिखै बिख खाई, अमृत छाड़ बिखै बिख खाई। हम अवगुण परे एक गुण नाही, अमृत छाड़ बिखै बिख खाई। एक अरदास पाट कीरत की, एक अरदास पाट कीरत की। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ 'ਚ ਬੈਠੀ ਹੋਏ ਸਮੂਹ ਸਾਧ ਸੰਗਤ ਜੀ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਸਿੰਘ ਸਭਾ ਫਿਸ਼ਪੋਨ ਬ੍ਰਿਸਟਲ ਦੀ ਸਮੂਹ ਮੈਨੇਜਮੈਂਟ ਕਮੇਟੀ ਦਾ ਗਲੋਬਲ ਪਾਰਸੀ ਕਾਉਂਸਲ ਤਹਿ ਦਿਲੋਂ ਧੰਨਵਾਦ ਕਰਦੀ ਹੈ, ਜਿਨ੍ਹਾਂ ਨੇ ਗਲੋਬਲ ਪਾਰਸੀ ਕਾਉਂਸਲ ਨੂੰ ਇੰਨਾ ਮਾਣ ਬਖਸ਼ਿਆ ਹੈ ਅਤੇ ਇਸ ਗੁਰੂ ਘਰ ਦੀ ਇੰਨੀ ਵੱਡੀ ਸਟੇਜ ਗਲੋਬਲ ਪਾਰਸੀ ਕਾਉਂਸਲ ਨੂੰ ਦਿੱਤੀ ਹੈ। ਅਤੇ ਅਸੀਂ ਸਮੂਹ ਮੈਨੇਜਮੈਂਟ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਤੇ ਸਪੈਸ਼ਲ ਤੌਰ 'ਤੇ ਜੋ ਗਲੋਬਲ ਪਾਰਸੀ ਕਾਉਂਸਲ ਦੇ ਸਮੂਹ ਮੈਂਬਰਾਂ ਸਾਹਿਬ ਜੋ ਬਹੁਤ ਹੀ ਦੂਰੋਂ ਚੱਲ ਕੇ ਆਏ ਹਨ, ਲੰਡਨ, ਬਰਮਿੰਘਮ, ਵੁਲਹੈਂਪਟਨ, ਕੋਵੈਂਟਰੀ ਅਤੇ ਬ੍ਰਿਸਟਲ, ਉਹਨਾਂ ਸਾਰਿਆਂ ਦਾ ਹੀ ਧੰਨਵਾਦ ਕੀਤਾ ਜਾਂਦਾ ਹੈ। ਅਤੇ ਅਸੀਂ ਉਹਨਾਂ ਦੀ ਸਮੇਂ ਦੀ ਕਦਰ ਕਰਦੇ ਹੋਏ ਪ੍ਰੋਗਰਾਮ ਨੂੰ ਬਹੁਤ ਹੀ ਸੁਚੱਜੇ ਤਰੀਕੇ ਨਾਲ ਸਮਾਪਤੀ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਪਹਿਲੇ ਕਿ ਆਪ ਜੀ ਨੂੰ ਅੱਗੇ ਲੈ ਕੇ ਜਾਇਆ ਜਾਵੇ ਕਿ ਗਲੋਬਲ ਪਾਰਸੀ ਕਾਉਂਸਲ ਹੈ ਕੀ ਆ, ਇਹਦੇ ਕੀ ਉਪਰਾਲੇ ਆ, ਇਸ ਸਭ ਤੋਂ ਪਹਿਲੇ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਰਦਾਰ ਗੁਰਚਰਨ ਸਿੰਘ ਦਿਕਪਾਲ, ਜੋ ਕਿ ਗਲੋਬਲ ਪਾਰਸੀ ਕਾਉਂਸਲ ਦੇ ਪ੍ਰਧਾਨ ਹਨ, ਅਤੇ ਉਹਨਾਂ ਅੱਗੇ ਦਾਸ ਬੇਨਤੀ ਕਰਦਾ ਹੈ ਕਿ ਸਟੇਜ 'ਤੇ ਆ ਕੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਧੰਨਵਾਦ ਹੈ ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਸਿੰਘ ਸਭਾ,
ਸਾਰੀ ਸੰਗਤ ਦਾ, ਇੱਥੇ ਦੀ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਗਲੋਬਲ ਭਾਰਤ ਸਿੱਖ ਕੌਂਸਲ ਦੇ ਜੋ 2 ਸਾਲ ਤੋਂ ਅਸੀਂ ਚਲਾ ਰਹੇ ਹਾਂ ਇਸ ਸਭਾ ਨੂੰ, ਗਲੋਬਲ ਭਾਰਤ ਸਿੱਖ ਕੌਂਸਲ ਨੂੰ, ਉਹਨਾਂ ਦੇ ਜੋ ਕੀਤੇ ਹੋਏ ਕੰਮ ਹੈ ਅਸੀਂ ਇਸ ਸੰਗਤਾਂ ਨੂੰ ਜ਼ਰੂਰ ਦੱਸਣਾ ਚਾਹੁੰਦੇ ਹਾਂ। ਜੋ ਵੀ ਸਵਾਵਾਂ ਜੇ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਸੇਵਾ ਕੀਤਿਆਂ ਦਾ ਸਫਲ ਹੋਣਾ ਤਾਂ ਹੀ ਹੈ ਜੋ ਦਸਾਂ ਨੋਹਾਂ ਦੀ ਕਿਰਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਰਸਤੇ ਮੁਤਾਬਕ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਦੱਸਣ ਵਾਸਤੇ ਤਾਂ ਜ਼ਰੂਰਤ ਪੈਂਦੀ ਆ ਵੀ ਹੋਰ ਸੰਗਤ ਨੂੰ ਨਾਲ ਉਤਸ਼ਾਹ ਕਰਨਾ। ਕੋਈ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਆਪਣਾ ਨਾਂ ਉੱਚਾ ਕਰੀਏ। ਸਿਰਫ ਇਹ ਆ, ਅਸੀਂ ਜਿਹੜੀ ਇੰਡੀਆ ਵਿਖੇ ਸਾਡੀ ਸੰਗਤ ਹੈ ਉਸ ਸੰਗਤ ਦੀ ਅਸੀਂ ਸੇਵਾ ਕਰਦੇ ਹਾਂ। ਜੋ ਸਾਡੇ ਵੀਰ ਹੈ, ਲੋੜਵੰਦ ਪਰਿਵਾਰ ਹਨ, ਅਸੀਂ ਉਹਨਾਂ ਨੂੰ ਇਹ ਵੀ ਨਹੀਂ ਕਹਿੰਦੇ ਗਰੀਬ ਹਨ, ਸਾਡੇ ਉਹ ਲੋੜਵੰਦ ਪਰਿਵਾਰ ਹਨ ਜਿਨ੍ਹਾਂ ਨੂੰ ਬਹੁਤ ਜ਼ਰੂਰਤ ਹੈ। ਉਹਨਾਂ ਦੀ ਗਲੋਬਲ ਭਾਰਤ ਸਿੱਖ ਕੌਂਸਲ ਜੋ ਸੇਵਾ ਉਹਨਾਂ ਦੀ ਸੇਵਾ ਕਰਦੇ ਹਾਂ ਅਸੀਂ। ਇਹ ਬਾਕੀ ਦੀਆਂ ਸੇਵਾਵਾਂ ਜੋ ਹੈ ਸਾਡੇ ਜਨਰਲ ਸਕੱਤਰ ਸਾਹਿਬ, ਸਾਡੇ ਸਟੇਟ ਸਕੱਤਰ ਸਾਹਿਬ ਰਣਧੀਰ ਸਿੰਘ ਭਾਕੜ ਹੋਣੀ ਇਹ ਦੱਸਣਗੇ। ਦੱਸ ਤਾਂ ਸਿਰਫ ਆਪਣੇ ਜੋ ਗਲੋਬਲ ਭਾਰਤ ਸਿੱਖ ਕੌਂਸਲ ਦੇ ਮੈਂਬਰ ਹਨ, ਜੋ ਆਪਣੇ ਕਿਰਤ ਕਮਾਈਆਂ 'ਚੋਂ ਆਪਣਾ ਦਸਵੰਧ ਦੇ ਕੇ ਲੋੜਵੰਦ ਪਰਿਵਾਰਾਂ ਦੀ ਇੰਡੀਆ ਵਿਖੇ ਸੇਵਾ ਕਰਦੇ ਹਨ, ਉਹਨਾਂ ਦਾ ਧੰਨਵਾਦ ਮੈਂ ਕਰਨ ਵਾਸਤੇ ਹਾਜ਼ਰ ਹੋਇਆ। ਅਤੇ ਜੋ ਸਾਡੇ ਇੰਡੀਆ ਵਿਖੇ ਸਾਡੇ ਸੇਵਾਦਾਰ ਹਨ, ਜੋ ਸਾਡੇ ਨਾਲ ਜੁੜ ਕੇ ਉੱਥੇ ਦੇ ਲੋੜਵੰਦ ਪਰਿਵਾਰਾਂ ਨੂੰ ਲੱਭ ਕੇ ਸਾਡੇ ਤਾਈਂ ਉਹਨਾਂ ਦਾ ਮੈਸੇਜ ਪਹੁੰਚਾਉਂਦੇ ਹਨ ਵੀਡੀਓ ਰਾਹੀਂ, ਅਤੇ ਅਸੀਂ ਉਹਨਾਂ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਦੇ ਹਾਂ। ਇਹ ਗਲੋਬਲ ਭਾਰਤ ਸਿੱਖ ਕੌਂਸਲ ਜਦੋਂ ਹੋਂਦ ਵਿੱਚ ਆਈ ਹੈ, ਇਹਨੂੰ 2 ਸਾਲ ਹੋਏ। ਸਾਡੇ ਬਹੁਤ ਹੀ ਸਤਿਕਾਰਯੋਗ ਇੱਕ ਮੈਂਬਰ ਹੁੰਦੇ ਸੀਗੇ ਸਰਦਾਰ ਸਰਬਜੀਤ ਸਿੰਘ ਲਾਂਡਾ, ਉਹ ਇਸ ਵੇਲੇ ਸਰਗਵਾਸ ਹੋ ਗਿਆ ਪਿਛਲੇ ਸਾਲ ਤੋਂ। ਉਹਨਾਂ ਦੀ ਇਹ ਗਲੋਬਲ ਭਾਰਤ ਸਿੱਖ ਕੌਂਸਲ ਸੋਚ ਹੈ, ਜੋ ਕਹਿੰਦੇ ਹੁੰਦੇ ਸੀ ਵੀ ਅਸੀਂ ਇੰਡੀਆ ਵਿਖੇ ਆਪਣੀ ਬਰਾਦਰੀ ਦੇ ਬੱਚਿਆਂ ਨੂੰ ਵਿੱਦਿਆ ਦੇ ਸਕੀਏ ਅਤੇ ਅਸੀਂ ਆਪਣੀ ਕੌਮ ਨੂੰ ਅੱਗੇ ਲਿਜਾ ਸਕਦੇ ਹਾਂ। ਇਸ ਉਹਨਾਂ ਦੀ ਸੋਚ ਦਾ ਜੋ ਦੀਵਾ ਹੈ ਗਲੋਬਲ ਭਾਰਤ ਸਿੱਖ ਕੌਂਸਲ ਵਿੱਚ ਜਗਦਾ ਹੈ, ਅਤੇ ਇਹ ਹੌਲੀ ਹੌਲੀ ਕਾਫਲਾ ਵੱਧਦਾ ਕਾਫੀ ਸ਼ਹਿਰਾਂ 'ਚ, ਇੱਥੇ ਇੰਗਲੈਂਡ ਦੀਆਂ ਸ਼ਹਿਰਾਂ 'ਚ ਗਿਆ, ਅਤੇ ਸਾਡੇ ਬਹੁਤ ਹੀ ਹੋਣਹਾਰ ਜੋ ਮੈਂਬਰ ਹਨ ਤਨੋਂ ਮਨੋਂ ਧਨੋਂ ਹੋ ਕੇ ਸੇਵਾ ਕਰਦੇ ਹਨ। ਸਪੈਸ਼ਲ ਮੈਂ ਧੰਨਵਾਦ ਕਰਾਂ ਸਾਡੇ ਜੋ ਸਰਦਾਰ ਦਿਲਾਵਰ ਸਿੰਘ ਜੀ ਪੋਤੀਵਾਲ ਜਨਰਲ ਸਕੱਤਰ, ਅਤੇ ਨਾਲ ਸਰਦਾਰ ਰਣਧੀਰ ਸਿੰਘ ਭਾਕੜ ਜੋ ਸਟੇਟ ਸਕੱਤਰ ਸਾਹਿਬ ਹਨ, ਸਤਪਾਲ ਸਿੰਘ ਜੀ ਵਾਈਸ ਪ੍ਰਧਾਨ ਸਾਡੇ ਖਜ਼ਾਨਚੀ ਸਾਹਿਬ, ਸਰਦਾਰ ਸੁਖਦੇਵ ਸਿੰਘ ਲਾਂਡਾ, ਕਸ਼ਮੀਰ ਸਿੰਘ ਜੀ, ਅਤੇ ਸਾਡੇ ਚੇਅਰਮੈਨ ਸਾਹਿਬ ਗੁਰਪਾਲ ਸਿੰਘ ਅਤੇ ਸਰਦਾਰ ਪ੍ਰੀਤਮ ਸਿੰਘ ਪੋਤੀਵਾਲ। ਮੈਂ ਇਹਨਾਂ ਸਾਰਿਆਂ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਜੇ ਨਾਂ ਰਹਿ ਗਏ ਹਨ, ਮੇਰੇ ਵੀਰ ਲੰਡਨ ਤੋਂ ਹੋਰ ਵੀ ਆਏ ਹੋਇਆ, ਉਹਨਾਂ ਦੇ ਨਾਂ ਰਹਿ ਗਿਆ, ਜਿਹੜੇ ਹਰ ਮਹੀਨੇ ਦੀ ਮਹੀਨੇ ਆਪਣੇ ਦਸਵੰਧ ਦਿੰਦੇ ਆ ਅਤੇ ਲੋੜਵੰਦ ਪਰਿਵਾਰਾਂ 'ਤੇ ਇੰਡੀਆ ਵਿਖੇ ਪਹੁੰਚਦੇ ਹਨ। ਮੈਂ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਹਾਂ ਉਹਨਾਂ ਦਾ, ਅਤੇ ਮਾਹੇ ਇਸ ਵਾਹਿਗੁਰੂ ਦੇ ਸਟੇਜ 'ਤੇ ਲਾਗੇ ਖੜ੍ਹੇ ਹਾਂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦਾ, ਜੋ ਮੇਰੇ ਵੀਰ ਇਹ ਲੋੜਵੰਦ ਪਰਿਵਾਰਾਂ ਨੂੰ ਸੇਵਾ ਕਰਦੇ ਨੇ ਆਪਣੇ ਦਸਵੰਧ ਦੇ ਕੇ, ਵਾਹਿਗੁਰੂ ਉਹਨਾਂ ਦੇ ਪਰਿਵਾਰਾਂ 'ਚ ਹਮੇਸ਼ਾ ਖੁਸ਼ੀਆਂ ਖੇੜੇ ਬਣਾਈ ਰੱਖੇ, ਜ਼ਿਆਦਾਤਰ ਤੰਦਰੁਸਤੀਆਂ ਬਖਸ਼ੇ, ਅਤੇ ਇਸੇ ਤਰ੍ਹਾਂ ਉਦਮ ਬਖਸ਼ਦੇ ਰਹਿਣ। ਵਾਹਿਗੁਰੂ ਇਹਨਾਂ ਨੂੰ ਸੇਵਾ ਕਰਨ ਦਾ ਹਮੇਸ਼ਾ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਦੇ ਰਹਿਣ। ਦਾਸ ਇੱਥੇ ਆਪਣੀ ਸਪੀਚ ਦੀ ਸਮਾਪਤੀ ਕਰਦਾ। ਦਾਸ ਦੁਆਰਾ ਆਪਣੇ ਇੱਥੇ ਗਲੋਬਲ ਭਾਰਤ ਸਿੱਖ ਕੌਂਸਲ ਦੇ UK ਵਿਖੇ ਜਿੰਨੇ ਵੀ ਮੈਂਬਰ ਹਨ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਹੈ। ਇੰਡੀਆ ਦੇ ਸੇਵਾਦਾਰਾਂ ਦਾ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਹੈ, ਅਤੇ ਨਾਲ ਜੋ ਇੱਥੇ ਦੀ ਸੰਗਤ ਹੈ, ਪ੍ਰਬੰਧਕ ਕਮੇਟੀ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਧੰਨਵਾਦ ਹੈ ਜੋ ਇਹ ਉਦਮ ਬਖਸ਼ਦੇ ਹਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਪ੍ਰਧਾਨ ਸਾਹਿਬ ਸਰਦਾਰ ਗੁਰਚਰਨ ਸਿੰਘ ਦਿਕਪਾਲ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਜੀ। ਅਤੇ ਇੱਥੇ ਸਾਡਾ ਸਪੈਸ਼ਲ ਧੰਨਵਾਦ ਬਣਦਾ ਹੈ ਸਾਡੇ ਬਹੁਤ ਹੀ ਪਿਆਰੇ ਸਤਿਕਾਰਯੋਗ ਚੈਨਲ ਸਿੱਖ ਚੈਨਲ ਨੂੰ ਸਪੋਰਟ ਕਰੋ।
ਇਸ ਤੋਂ ਪਹਿਲੇ ਕਿ ਮੈਂ ਸਾਡੇ ਨੈਕਸਟ ਬੁਲਾਰੇ ਸਰਦਾਰ ਰਣਜੀਤ ਸਿੰਘ ਪਾਕੜ ਜੋ ਕਿ ਸਟੇਟ ਸਕੱਤਰ ਹਨ ਉਹਨਾਂ ਨੂੰ ਬੁਲਾਉਣ ਤੋਂ ਪਹਿਲੇ ਗਲੋਬਲ ਪਾਰਸੀ ਕਾਉਂਸਲ ਦਾ ਮਿਸ਼ਨ ਕੀ ਹੈ ਉਹਦੇ ਬਾਰੇ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ ਕਿਉਂਕਿ ਜੋ ਬ੍ਰਿਟਿਸ਼ ਬੋਰਨ ਬੱਚੇ ਹਨ ਕਈ ਬੱਚੇ ਇੰਗਲਿਸ਼ ਨਹੀਂ ਸਮਝ ਪਾਉਂਦੇ ਅਤੇ ਇਸ ਲਈ ਥੋੜ੍ਹਾ ਜਿਹਾ ਗਲੋਬਲ ਪਾਰਸੀ ਕਾਉਂਸਲ ਦੇ ਬਾਰੇ ਇੰਗਲਿਸ਼ ਵਿੱਚ ਦੱਸਣਾ ਦਾਸ ਨੇ ਜ਼ਰੂਰੀ ਸਮਝਿਆ The mission of the Global Pod Council is to provide a common platform to unite the Pod, widely also known as Patra, caste of the Sikh nation. Caste system was obliged by the 10th Guru, Guru Gobind Singh Ji Maharaj, but still commonly used in Sikhism. Global Parsi Council want to keep it traditional alive by encouraging to promote Sikhism, to educate and promote economic and social well-being, while also protecting its heritage. Encourage part Sikh men, women, and children to become literate and strive to become pillar of society, and change the wide opinion that part Sikhs are also able to progress, developed the part society as well the nation. This is very strongly word I want to say, change, change, change. Change the image of Patra, Part brotherly globally. Global Parsi Council is main objective and aims. Global Parsi Council UK, who are with Global Parsi Council Organization India, to promote Part Sikh culture and values and to hold function and congregation to celebrate the Part Sikh faith. To provide financial support of education, medicine, help to very poor family, and also support to widows and support to marriage ceremony for the poor girls, and also help to build the house for very, very poor families. This can't be happen without our donors. The 11 Part Sahiban, whose Bani is included in Guru Granth Sahib Ji. The Bani is recorded under the title Savaiya in Guru Granth Sahib, page number 1389 to 1409. Our Parsi brotherly has contributed so much towards Sikhism since a long time, and we are very proud that perhaps we are among very few people who have been recognized for our contribution towards our religion in Sri Guru Granth Sahib Ji. We played an apex role a long time ago. We will play the vital role now and in the future. So, ਇਹ ਬਹੁਤ ਹੀ ਸੰਖੇਪ ਵਿੱਚ ਗਲੋਬਲ ਪਾਰਸੀ ਕਾਉਂਸਲ ਦੇ ਬਾਰੇ ਆਪ ਜੀ ਨੂੰ ਦੱਸਿਆ ਹੈ ਅਤੇ ਇੱਥੇ ਮੈਂ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਸਟੇਟ ਸਕੱਤਰ ਸਰਦਾਰ ਰਣਜੀਤ ਸਿੰਘ ਪਾਕੜ ਆ ਕੇ ਗਲੋਬਲ ਪਾਰਸੀ ਕਾਉਂਸਲ ਦੇ ਬਾਰੇ ਥੋੜ੍ਹਾ ਜਿਹਾ ਦੱਸਣ ਸੰਗਤਾਂ ਨੂੰ ਅਤੇ ਇਸ ਦੇ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਖਜ਼ਾਨਚੀ ਸਾਹਿਬ ਸਰਦਾਰ ਸੁਖਦੇਵ ਸਿੰਘ ਲਾਂਡਾ ਅਤੇ ਕਸ਼ਮੀਰ ਸਿੰਘ ਲਖਨਪਾਲ ਆਪਣੀ ਜੋ ਗਲੋਬਲ ਪਾਰਸੀ ਕਾਉਂਸਲ ਦੀ ਫਾਈਨੈਂਸ ਰਿਪੋਰਟ ਹੈ ਉਸ ਦੇ ਬਾਰੇ ਦੱਸਣਗੇ। ਸੋ ਮੈਂ
ਸਰਦਾਰ ਸੁਖਦੇਵ ਸਿੰਘ ਅਤੇ ਸਰਦਾਰ ਕਸ਼ਮੀਰ ਸਿੰਘ ਅੱਗੇ ਬੇਨਤੀ ਕਰਨਾ ਹਾਂ ਕਿ ਸਰਦਾਰ ਰਣਜੀਤ ਸਿੰਘ ਬਾਕੜ ਹੋਣ ਦੇ ਬਾਅਦ ਉਹ ਅਗਲੇ ਬੁਲਾਰੇ ਹੋਣਗੇ। ਸੋ ਇੰਨੀ ਕੁ ਬੇਨਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿਰਫ ਉੱਠਿਆ ਕਿ ਸੰਗਤਾਂ ਦਾ ਧੰਨਵਾਦ ਕਰਨ ਲਈ, ਜਿਹੜੀਆਂ ਦੂਰੋਂ ਨੇੜੇ ਆਈਆਂ ਸੰਗਤਾਂ, ਜਿਹੜੇ ਕਿ ਭਾਟ ਬਰਾਦਰੀ ਨੂੰ ਪਿਆਰ ਕਰਦੀਆਂ ਨੇ। ਭਾਟ ਬਰਾਦਰੀ ਦੇ ਜਿਹੜੇ ਗਲੋਬਲ ਭਾਟ ਸਿੱਖ ਕੌਂਸਲ ਦਾ ਜਿਹੜਾ ਇੱਕ ਉਪਰਾਲਾ ਕੀਤਾ ਗਿਆ ਹੈ, ਸਾਡੇ UK ਦੇ ਵਿੱਚੋਂ 24 ਮੈਂਬਰ ਸਾਡੇ, ਜਿਨ੍ਹਾਂ ਨੂੰ ਅਸੀਂ ਸਨਮਾਨਿਤ ਕਰਾਂਗੇ। ਵਾਰੀ ਵਾਰੀ ਉਹਨਾਂ ਨੂੰ ਸਟੇਜ 'ਤੇ ਬੁਲਾਵਾਂਗੇ ਅਤੇ ਉਹਨਾਂ ਨੂੰ ਜ਼ਰੂਰ ਆਪ ਜੀ ਦੇ ਸਾਹਮਣੇ ਸੰਬੋਧਨ ਕਰਾਂਗੇ, ਸਨਮਾਨਿਤ ਕਰਾਂਗੇ। ਦਾਸ ਇੰਨਾ ਹੀ ਕਹੇਗਾ ਕਿ ਜਿਹੜੀ ਟੀਮ ਦੇ ਨਾਲ ਦਾਸ ਕੰਮ ਕਰ ਰਿਹਾ ਹੈ, ਦਾਸ ਬਹੁਤ ਪ੍ਰਾਊਡ ਫੀਲ ਕਰਦਾ, ਕਿਉਂਕਿ ਜਿਸ ਤਰ੍ਹਾਂ ਕਿ ਸਾਡੇ ਵੀਰ ਜੀ ਜਨਰਲ ਸਕੱਤਰ ਗੁਰੂ ਘਰ ਦੇ ਜਿਸ ਤਰ੍ਹਾਂ ਦੱਸ ਕੇ ਗਏ ਆ ਕਿ ਬਈ ਟੰਗਾਂ ਖਿੱਚਣ ਲਈ ਬਹੁਤ ਲੋਕ ਹੁੰਦੇ ਆ, ਅੱਗੇ ਲੈ ਕੇ ਜਾਣ ਵਾਸਤੇ ਬਹੁਤ ਘੱਟ ਲੋਕ ਹੁੰਦੇ ਆ। ਦਾਸ ਇਸ ਕਰਕੇ ਕਹਿ ਰਿਹਾ ਕਿ ਬਹੁਤ ਪ੍ਰਾਊਡ ਫੀਲ ਕਰਦਾ ਕਿ ਜਿੰਨੇ ਵੀ ਮੇਰੇ ਮੈਂਬਰ ਆ ਸਾਡੇ ਨਾਲ 24 ਬੰਦੇ, 24 ਮੈਂਬਰ ਜਿਹੜੇ ਕਿ UK ਲੰਡਨ ਦੇ ਵਿੱਚ ਸਾਡੇ ਨਾਲ ਸੇਵਾ ਕਰ ਰਹੇ ਨੇ, ਮੁੰਡੇ ਨਾਲ ਮੁੰਡਾ ਲਾ ਕੇ ਗਲੋਬਲ ਭਾਟ ਸਿੱਖ ਕੌਂਸਲ ਦੇ ਨਾਲ। ਦਾਸ ਖੁਦ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਦਾ ਕਿ ਦਾਸ ਇਹਨਾਂ ਨਾਲ ਕੰਮ ਕਰ ਰਿਹਾ, ਇਹਨਾਂ ਨਾਲ ਸੇਵਾ ਕਰ ਰਿਹਾ, ਕਿ ਜਿਹੜਾ ਕਿ ਸਾਨੂੰ ਹਰ ਵੇਲੇ ਸਾਡੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ, ਔਰ ਆਪ ਜੀ ਨੂੰ ਜਿਸ ਤਰ੍ਹਾਂ ਖਜ਼ਾਨਚੀ ਸਾਹਿਬ ਆ ਰਹੇ ਨੇ ਨੈਕਸਟ, ਉਹ ਰਿਪੋਰਟ ਦੇਣਗੇ ਕਿ ਗਲੋਬਲ ਭਾਟ ਸਿੱਖ ਕੌਂਸਲ ਨੇ ਕਿੰਨਾ ਉਪਰਾਲਾ ਕੀਤਾ ਔਰ ਕਿਸ ਢੰਗ ਦੇ ਨਾਲ ਸੇਵਾਵਾਂ ਜਿਹੜੀਆਂ ਹੋਈਆਂ ਸਾਡੀਆਂ। ਜਿਹੜੀ ਆਪ ਜੀ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ IT ਮੈਂਬਰ ਜਿਹੜੇ ਆ ਸਰਦਾਰ ਗੋਕਲ ਸਿੰਘ, ਉਹ ਆਪ ਜੀ ਨੂੰ ਦੱਸਣਗੇ, ਝਲਕੀਆਂ ਇੱਥੇ ਆਉਣਗੇ ਤੁਹਾਡੇ ਸਾਹਮਣੇ, ਉਹ ਦੱਸਣਗੇ ਵੀ ਜਿਹੜੀ ਕਿਹੜੀ ਜਗ੍ਹਾ 'ਤੇ ਕਿੱਥੇ ਕਿੱਥੇ ਸਾਡੇ ਕੰਮ ਹੋਏ ਆ ਔਰ ਕਿੱਦਾਂ ਕਿੱਦਾਂ। ਦਾਸ ਬਰੀਫਲੀ ਰੋਸ਼ਨੀ ਪਾਏਗਾ ਥੋੜ੍ਹੀ ਇੰਨੀ ਕਿ ਸਾਡੇ ਜਿਸ ਤਰ੍ਹਾਂ ਕਿ ਇਸ ਗੁਰੂ ਘਰ ਦੇ ਜਨਰਲ ਸਕੱਤਰ ਕਹਿ ਕੇ ਗਏ ਆ ਕਿ ਬਈ ਪੰਜਾਬ ਦੇ ਵਿੱਚ ਪੰਜਾਬੀ ਖਤਮ ਕਰਨ ਨੂੰ ਬੜਾ ਜ਼ੋਰ ਲੱਗਿਆ ਹੈ, ਪੰਜਾਬ ਦੇ ਵਿੱਚ ਪੰਜਾਬੀ ਖਤਮ ਕਰਨ ਨੂੰ ਬੜਾ ਜ਼ੋਰ ਲੱਗਿਆ ਹੈ। ਹਾਲਾਂਕਿ ਇੱਥੋਂ ਤੱਕ ਵੀ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਵੀ ਆਲਟਰ ਕੀਤਾ ਜਾਵੇ, ਕਿ ਜਿੱਥੋਂ ਤੱਕ ਤੁਹਾਡੇ ਕੋਲ ਪੰਜਾਬੀ ਨਹੀਂ ਨਾ ਹੈਗੀ, ਤੁਸੀਂ ਪੰਜਾਬੀ ਕੀ ਸਮਝੋਗੇ। ਤੁਹਾਡੇ ਸਾਹਮਣੇ ਕੋਈ ਵੀ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਚਲਾ ਜਾਏਗਾ, ਪੰਜਾਬੀ ਨਹੀਂ ਆਉਂਦੀ, ਸਮਝ ਨਹੀਂ ਆਉਂਦੀ, ਕੋਈ ਵੀ ਵਾਕ ਲੈ ਕੇ ਚਲਾ ਜਾਏਗਾ, ਤੁਹਾਡੀ ਸਮਝ ਤੋਂ ਬਾਹਰ ਹੋਏਗਾ। ਕਿਉਂਕਿ ਗੁਰਬਾਣੀ ਸੁੱਧ ਤੁਹਾਨੂੰ ਤਾਂ ਹੀ ਪਤਾ ਲੱਗੇਗਾ ਜਦੋਂ ਤੁਸੀਂ ਆਪ ਗੁਰਬਾਣੀ ਪੜ੍ਹੋਗੇ। ਅਤੇ ਆਪ ਪੜ੍ਹਨ ਲਈ, ਆਪ ਗੁਰਬਾਣੀ ਪੜ੍ਹਨ ਲਈ ਤੁਹਾਨੂੰ ਘਰ ਘਰ ਜਾਣਾ ਪਵੇਗਾ। ਆਪਣੇ ਘਰ ਦੇ ਵਿੱਚ ਪਹਿਲਾਂ ਝਾਤੀ ਮਾਰਨੀ ਪਵੇਗੀ, ਆਪਣੇ ਘਰ ਦੇ ਵਿੱਚ ਝਾਤੀ ਜ਼ਰੂਰ ਮਾਰਨੀ ਪਏਗੀ। ਕੋਸ਼ਿਸ਼ ਜ਼ਰੂਰ ਕਰਨੀ ਹੈ ਕਿ ਆਪਣੇ ਬੱਚੇ ਅਸੀਂ ਜ਼ਰੂਰ ਸਕੂਲ ਤੱਕ ਪਹੁੰਚਾਈਏ, ਕਿਉਂਕਿ ਖਾਲੀ ਉਹ ਮੈਂਬਰਾਂ ਦਾ ਨਹੀਂ ਹੋ ਜਾਂਦਾ ਕਿ ਮੈਨੇਜਮੈਂਟ ਕਮੇਟੀ ਜਿਹੜੀਆਂ ਗੁਰਦੁਆਰੇ 'ਚ ਚਲਾਉਂਦੀਆਂ ਨੇ ਅਤੇ ਉਹ ਆਪਣਾ ਦੇਖਦੇ ਆ ਅਤੇ ਉਹਨਾਂ 'ਤੇ ਛੱਡ ਦਿੰਦੇ ਆ ਕਿ ਵੀ ਬੱਚੇ ਜਿੱਥੋਂ ਤੱਕ ਗੁਰੂ ਘਰ 'ਚ ਨਹੀਂ ਆਉਣਗੇ ਜਾਂ ਸਕੂਲ 'ਚ ਨਹੀਂ ਜਾਣਗੇ, ਉੱਥੋਂ ਤੱਕ ਉਹ ਪੰਜਾਬੀ ਸਿੱਖ ਨਹੀਂ ਸਕਣਗੇ। ਅਤੇ ਮਾਂ ਬਾਪ ਦਾ ਕੀ ਕੰਮ ਹੁੰਦਾ ਕਿ ਆਪਣੇ ਬੱਚੇ ਨੂੰ ਮਾਂ ਬੋਲੀ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਦੋ ਹੀ ਭਾਸ਼ਾ ਸਾਨੂੰ ਸਿੱਖਣ ਦੀ ਲੋੜ ਹੈਗੀ, ਇੱਕ ਅੰਗਰੇਜ਼ੀ ਜਿਹੜੀ ਕਿ ਵਰਲਡ ਵਾਰ ਦੇ ਵਿੱਚ ਚੱਲਦੀ ਹੈ, ਜਿੱਥੇ ਵੀ ਜਾਓ ਮਾਰ ਨਹੀਂ ਖਾਓਗੇ, ਅਤੇ ਦੂਜੀ ਆਪਣੀ ਮਾਂ ਦੀ ਬੋਲੀ ਪੰਜਾਬੀ, ਜਿੱਥਾਂ ਸਾਨੂੰ ਆਪਣੇ ਗੁਰੂ ਸਾਹਿਬ ਮਿਲਦੇ ਆ, ਕਿਉਂਕਿ ਪੜ੍ਹਾਂਗੇ ਤਾਂ ਗੁਰੂ ਸਾਹਿਬ ਤੱਕ ਪਹੁੰਚਾਂਗੇ। ਸੋ ਇਹ ਦੋ ਭਾਸ਼ਾ ਨੂੰ ਆਪਣੇ ਜ਼ਰੂਰ ਧਿਆਨ ਦੇ ਵਿੱਚ ਲਿਆ ਕੇ ਅਤੇ ਜ਼ਰੂਰ ਚੱਲਣਾ, ਕਿ ਜਿਸ ਤਰ੍ਹਾਂ ਕਿ ਸਾਡੇ 10 ਗੁਰੂਆਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਅਤੇ ਅਗਰ ਅਸੀਂ ਉਹ ਹੀ ਨਹੀਂ ਸਮਝ ਪਾਏ ਤਾਂ ਫਿਰ 10 ਗੁਰੂਆਂ ਨੂੰ ਕੀ ਸਮਝਾਂਗੇ। ਸੋ ਦਾਸ ਟਾਈਮ ਬਹੁਤ ਘੱਟ ਹੈਗਾ ਹੈ, ਦਾਸ ਕੋਲ ਬੋਲਣ ਨੂੰ ਬਹੁਤ ਕੁਛ ਹੈਗਾ ਹੈ, ਕਦੀ ਫਿਰ ਮੌਕਾ ਮਿਲਿਆ ਤਾਂ ਜ਼ਰੂਰ ਵਿਚਾਰ ਰੱਖਾਂਗਾ ਆਪਣੇ। ਦਾਸ ਸਿਰਫ ਧੰਨਵਾਦ ਕਰਨ ਲਈ ਉੱਠਿਆ ਸੀ, ਜਿਹੜਾ ਕਿ ਸਾਡੇ ਗਵਾਲੀਅਰ ਦੇ ਵਿੱਚ ਗਲੋਬਲ ਭਾਟ ਸਿੱਖ ਕੌਂਸਲ ਨੇ ਇੱਕ ਸਕੂਲ ਦੀ ਇਮਾਰਤ ਖੜੀ ਕੀਤੀ ਹੈ, ਜਿਹਦੇ ਵਿੱਚ ਕਾਫੀ ਸਾਡੇ ਸੰਗਤਾਂ ਦਾ UK ਐਂਡ ਇੰਡੀਆ ਦੀ ਸੰਗਤਾਂ ਦਾ ਉਪਰਾਲਾ ਬਹੁਤ ਤਗੜਾ ਹੈਗਾ ਹੈ। ਆਪ ਨੂੰ ਝਲਕੀਆਂ ਜ਼ਰੂਰ ਦਿਖਾਈ ਦੇਣਗੀਆਂ, ਜਿਹਦੇ ਵਿੱਚ ਬੱਚਿਆਂ ਦੀਆਂ ਪੜ੍ਹਾਈਆਂ ਵੀ ਜਿਹੜੀ ਉੱਥੇ ਬੱਚੇ ਪੜ੍ਹ ਵੀ ਰਹੇ ਆ। ਔਰ ਗਲੋਬਲ ਭਾਟ ਸਿੱਖ ਕੌਂਸਲ ਦਾ ਇੱਕ ਏਮ ਹੈਗਾ ਹੈ ਕਿ ਬਾਕੀ ਹੋਰ ਸ਼ਹਿਰਾਂ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ। ਆਪ ਦਾ ਸਦਕਾ, ਸੰਗਤ ਦਾ ਸਦਕਾ ਸਾਨੂੰ ਤੁਹਾਡਾ ਸਾਥ ਚਾਹੀਦਾ। ਅਸੀਂ 2 ਸਾਲ ਤੋਂ ਇਸ ਚੀਜ਼ ਦੇ ਨਾਲ ਲੱਗੇ ਹੋਏ ਹਾਂ, ਤਾਂ ਆਪ ਦੇਖ ਲਓ 2 ਸਾਲ ਦੇ ਵਿੱਚ ਸਾਡੇ ਜਿਹੜੇ ਮੈਂਬਰ ਆ ਕਾਫੀ ਉਪਰਾਲਾ ਕਰ ਚੁੱਕੇ ਆ, ਕਾਫੀ ਸੇਵਾਵਾਂ ਕਰ ਚੁੱਕੇ ਆ, ਜਿਹੜੀਆਂ ਕਿ ਗਰੀਬ ਪਰਿਵਾਰ, ਜਿਹੜੇ ਬੱਚੇ, ਹੋਰ ਜਿਹੜੇ ਬਿਮਾਰੀਆਂ ਦੇ ਵਿੱਚ ਗਲੋਬਲ ਭਾਟ ਸਿੱਖ ਕੌਂਸਲ ਆਪਣਾ ਕੰਮ ਕਰ ਰਹੀ ਹੈ। ਔਰ ਜਿੱਦਾਂ ਜਿੱਦਾਂ ਆਪ ਜੀ ਦਾ ਹੰਗਾਰਾ ਸਾਨੂੰ ਮਿਲੇਗਾ, ਜਿੱਦਾਂ ਜਿੱਦਾਂ ਸਾਨੂੰ ਵਿਚਾਰ ਸੰਗਤਾਂ ਦੇ ਮਿਲਣਗੇ, ਜ਼ਰੂਰ ਆਪ ਜੀ ਤੱਕ ਉਹ ਮੈਸੇਜ ਵੀ ਪਹੁੰਚਾਵਾਂਗੇ। ਔਰ ਜਿਹੜੀਆਂ
ਕੰਮ ਕੀਤੇ ਹੋਏ ਗਲੋਬਲ ਭਾਰਤ ਸਿੱਖ ਕੌਂਸਲ 'ਚ ਜ਼ਰੂਰ ਦਸਾਵਾਂਗੇ, ਕਿਉਂਕਿ ਕੰਮ ਦੱਸਣਾ ਔਰ ਦਸਾਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜਦੋਂ ਤੁਸੀਂ ਕੋਈ ਚੀਜ਼ ਇਕੱਠੀ ਕਰਦੇ ਹੋ ਨਾ, ਤੇ ਉਹ ਜਾਂਦੀ ਕਿੱਥੇ ਉਹ ਵੀ ਦਿਖਾਉਣਾ ਬਹੁਤ ਜ਼ਰੂਰੀ। ਇਸ ਕਰਕੇ ਗਲੋਬਲ ਭਾਰਤ ਸਿੱਖ ਕੌਂਸਲ ਦੋਨੋਂ ਸਾਈਡ ਦਿਖਾਉਂਦੀ ਹੈਗੀ ਹੈ, ਜਿੱਥੋਂ ਮਾਇਆ ਆਉਂਦੀ ਹੈ ਅਤੇ ਜਿੱਥੇ ਮਾਇਆ ਲੱਗਦੀ ਹੈਗੀ ਹੈ, ਜਿੱਥੇ ਪੈਸਾ ਅਸੀਂ ਖਰਚ ਕਰਨੇ ਆ। ਸੋ ਮੈਂ ਆਪਣੇ ਵਿਚਾਰਾਂ ਨੂੰ ਲੰਮਾ ਨਹੀਂ ਕਰਨਾ, ਕਿਉਂਕਿ ਸਾਡੇ ਕੋਲ ਕਾਫੀ ਬੁਲਾਰੇ ਹੋਰ ਵੀ ਆ ਔਰ ਟਾਈਮ ਬਹੁਤ ਘੱਟ ਹੈਗਾ। ਦਾਸ ਇੰਨਾ ਹੀ ਕਹੇਗਾ ਕਿ ਤੁਹਾਡਾ ਸਾਨੂੰ ਸਾਥ ਚਾਹੀਦਾ ਹੈ। ਸਾਡੇ 24 ਮੈਂਬਰ ਜਿਹੜੇ UK ਦੇ ਵਿੱਚ ਹੈਗੇ ਨੇ, ਔਰ ਬਾਕੀ ਸਾਡੇ ਕੋਲ 30 ਮੈਂਬਰ ਜਿਹੜੇ ਆ ਕਿ ਇੰਡੀਆ ਦੇ ਵਿੱਚ ਆ, ਜਿਹੜੇ ਕਿ ਸਾਡੇ ਨਾਲ ਕੰਮ ਕਰ ਰਹੇ ਆ ਮੋਢੇ ਨਾਲ ਮੋਢਾ ਲਾ ਕੇ। ਸੋ ਮੈਂ ਉਹਨਾਂ ਦਾ ਧੰਨਵਾਦ ਵੀ ਕਰਾਂਗਾ ਜਿਹੜੇ ਇੰਡੀਆ ਦੇ ਵਿੱਚ ਆ, ਸਾਡੀ ਇੰਡੀਆ ਮੈਨੇਜਮੈਂਟ ਕਮੇਟੀ ਦਾ ਅਤੇ UK ਮੈਨੇਜਮੈਂਟ ਕਮੇਟੀ ਦਾ। ਔਰ ਆਪ ਜੀ ਨੂੰ ਪਤਾ ਹੈ ਕਿ ਸਾਡੇ ਜਿਹੜੇ ਮੈਂਬਰ ਆ ਉਹ ਬਹੁਤ ਹੀ ਚੰਗਾ ਕੰਮ ਕਰ ਰਹੇ ਆ, ਸੋ ਕਹਿਣ ਦੀ ਲੋੜ ਨਹੀਂ ਹੈਗੀ। ਸੋ ਦਾਸ ਖਿਮਾ ਚਾਹੇਗਾ ਕਿ ਟਾਈਮ ਦੀ ਸ਼ੋਰਟੇਜ ਹੋਣ ਕਰਕੇ ਮੈਂ ਸਕੂਲ ਦਾ ਅਪਡੇਟ ਅਜੇ ਨਹੀਂ ਦੇਵਾਂਗਾ, ਕਿਉਂਕਿ ਟਾਈਮ ਮਿਲਿਆ ਤਾਂ ਮੈਂ ਜ਼ਰੂਰ ਵਾਪਸ ਆਵਾਂਗਾ। ਪਹਿਲਾਂ ਅਸੀਂ ਮੌਕਾ ਦੇਈਏ ਆਪਣੇ ਜਿਹੜੇ ਜ਼ਰੂਰੀ ਸਾਡੇ ਕੰਮ ਨੇ, ਉਸ ਤੋਂ ਬਾਅਦ ਮੈਂ ਸਕੂਲ ਦੀ ਅਪਡੇਟ ਦੇਣ ਵਾਸਤੇ ਜ਼ਰੂਰ 4-5 ਮਿੰਟ ਲਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦ ਕਰਨਾ ਚਾਹਾਂਗਾ ਗਲੋਬਲ ਭਾਰਤ ਸਿੱਖ ਕੌਂਸਲ ਦੀ ਆਨ ਐਂਡ ਸ਼ਾਨ ਸਰਦਾਰ ਰਣਜੀਤ ਸਿੰਘ ਪਾਕੜ, ਜੋ ਕਿ ਗਲੋਬਲ ਭਾਰਤ ਸਿੱਖ ਕੌਂਸਲ ਦੇ ਸਟੇਟ ਸਕੱਤਰ ਹਨ। ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੈ ਕਿ ਗਵਾਲੀਅਰ ਵਿੱਚ ਸਾਡਾ ਪੰਜਾਬੀ ਸਕੂਲ ਬਣ ਕੇ ਤਿਆਰ ਹੋ ਗਿਆ ਹੈ, ਅਤੇ ਇਹ ਸੰਗਤਾਂ ਦੇ ਦੱਸਣ ਨਾਲ ਹੀ ਇਹ ਜਿਹੜਾ ਉਪਰਾਲਾ ਸੰਪੂਰਨ ਹੋਇਆ ਹੈ। ਅਤੇ ਮੈਂ ਸਪੈਸ਼ਲ ਤੌਰ 'ਤੇ ਧੰਨਵਾਦ ਕਰਾਂਗਾ ਸਿੱਖ ਚੈਨਲ ਅਤੇ ਸਾਂਝਾ TV ਨੂੰ ਕਿ ਪਲੀਜ਼ ਇਹ ਪ੍ਰੋਗਰਾਮ ਜ਼ਰੂਰ ਰਿਕਾਰਡ ਕੀਤਾ ਜਾਵੇ, ਕਿ ਜੋ ਦਾਨੀ ਵੀਰ ਹਨ ਉਹਨਾਂ ਨੂੰ ਪਤਾ ਲੱਗੇ ਕਿ ਜੋ ਉਹਨਾਂ ਨੇ ਦਸਵੰਧ ਦਿੱਤਾ ਸੀ ਉਹ ਦਸਵੰਧ ਸਹੀ ਜਗ੍ਹਾ ਲੱਗ ਰਿਹਾ ਹੈ। ਉਹਨਾਂ ਵਿੱਚੋਂ ਸਾਡੇ ਲਿਸਟ ਕਾਫੀ ਲੰਬੀ ਹੈ ਅਤੇ ਖਿਮਾ ਕਰਨਾ। ਸਰਦਾਰ ਰਣਜੀਤ ਸਿੰਘ ਪਾਕੜ ਐਂਡ ਫੈਮਿਲੀ ਸੋਪੋਨ, ਸਰਦਾਰ ਪ੍ਰੀਤਮ ਸਿੰਘ ਪੋਤੀਵਾਲ ਅਤੇ ਪਰਿਵਾਰ ਸੋਪੋਨ, ਸਰਦਾਰ ਗੁਰਪਾਲ ਸਿੰਘ ਰਥੋੜ ਅਤੇ ਫੈਮਿਲੀ ਸੋਪੋਨ, ਸਰਦਾਰ ਸਤਪਾਲ ਸਿੰਘ ਕਸਬਾ ਐਂਡ ਫੈਮਿਲੀ ਸੋਪੋਨ, ਸਰਦਾਰ ਦਿਲਾਵਰ ਸਿੰਘ ਪੋਤੀਵਾਲ ਅਤੇ ਪਰਿਵਾਰ ਸੋਪੋਨ, ਸਰਦਾਰ ਕਸ਼ਮੀਰ ਸਿੰਘ ਲਖਨਪਾਲ ਅਤੇ ਫੈਮਿਲੀ ਸੋਪੋਨ, ਸਰਦਾਰ ਸੁਖਦੇਵ ਸਿੰਘ ਲਾਂਡਾ ਐਂਡ ਪਰਿਵਾਰ 51 ਪਾਉਂਡ, ਸਰਦਾਰ ਗੁਰਚਰਨ ਸਿੰਘ ਦਿਕਪਾਲ 50 ਪਾਉਂਡ, ਸਰਦਾਰ ਕੁਲਵੰਤ ਸਿੰਘ ਪਾਕੜ 100 ਪਾਉਂਡ, ਸਰਦਾਰ ਬੈਨੀ ਸਿੰਘ 10 ਪਾਉਂਡ, ਸਰਦਾਰ ਸੁਰਜੀਤ ਸਿੰਘ ਪੋਤੀਵਾਲ 10 ਪਾਉਂਡ, ਸਰਦਾਰ ਗਰੀਬ ਸਿੰਘ ਚੌਹਾਨ 50 ਪਾਉਂਡ, ਜੱਜ ਸਿੰਘ ਪੋਤੀਵਾਲ 5 ਪਾਉਂਡ, ਜਸਵਿੰਦਰ ਸਿੰਘ ਰਾਠੌਰ 20 ਪਾਉਂਡ, ਗੁਰਦੇਵ ਸਿੰਘ ਲੋਹੀਆ 20 ਪਾਉਂਡ, ਸੇਵਾ ਸਿੰਘ ਪੋਤੀਵਾਲ 10 ਪਾਉਂਡ, ਦਲੇਰ ਸਿੰਘ ਲੋਹੀਆ 15 ਪਾਉਂਡ, ਸਰਦਾਰ ਗੋਕੁਲ ਸਿੰਘ ਅਤੇ ਪਰਿਵਾਰ 50 ਪਾਉਂਡ, ਸਰਦਾਰ ਸਰਬਜੀਤ ਸਿੰਘ ਲਾਂਡਾ ਲੇਟ ਸਰਦਾਰ ਸਰਬਜੀਤ ਸਿੰਘ ਲਾਂਡਾ ਜੀ 50 ਪਾਉਂਡ, ਸਰਦਾਰ ਬਲਵੀਰ ਸਿੰਘ ਲਖਨਪਾਲ ਸਨ ਆਫ ਸਰਦਾਰ ਦੀਪ ਸਿੰਘ ਲਖਨਪਾਲ 101 ਪਾਉਂਡ, ਸਰਦਾਰ ਨਰਿੰਦਰ ਸਿੰਘ ਨਿਰਮਲ ਕੌਰ ਅਤੇ ਸਮੂਹ ਪਰਿਵਾਰ 101 ਪਾਉਂਡ, ਸਰਦਾਰ ਗੁਰਮੀਤ ਸਿੰਘ ਰਥੋੜ ਅਤੇ ਪਰਿਵਾਰ 100 ਪਾਉਂਡ, ਸਰਦਾਰ ਰਘੁਵੀਰ ਸਿੰਘ ਅਤੇ ਤਰਲੋਕ ਸਿੰਘ ਪੋਤੀਵਾਲ 21 ਪਾਉਂਡ, ਸਰਦਾਰ ਸੁਰੇਸ਼ ਸਿੰਘ ਪੋਤੀਵਾਲ ਅਤੇ ਦਲੀਪ ਸਿੰਘ ਪੋਤੀਵਾਲ 400 ਪਾਉਂਡ, ਜੋ ਕਿ ਸਾਡੇ ਜਨਰਲ ਸਕੱਤਰ ਹਨ, ਉਹਨਾਂ ਦੇ ਲੜਕੇ ਹਨ। ਉਹਨਾਂ ਨੇ ਇਹ 400 ਪਾਉਂਡ ਗਲੋਬਲ ਭਾਰਤ ਕੌਂਸਲ ਦੇ ਸਕੂਲ ਨੂੰ ਸਪੋਰਟ ਕੀਤਾ ਹੈ। ਸਰਦਾਰ ਕਰਮਜੀਤ ਸਿੰਘ ਰਾਹੀ ਐਂਡ ਫੈਮਿਲੀ 51 ਪਾਉਂਡ, ਸਰਦਾਰ ਰਣਜੀਤ ਸਿੰਘ ਰਾਠੌੜ 50 ਪਾਉਂਡ, ਸਰਦਾਰ ਰਾਜਪਾਲ ਸਿੰਘ ਰਾਠੌੜ 21 ਪਾਉਂਡ, ਬੀਬੀ ਨੀਤੂ ਕੌਰ ਐਂਡ ਪਰਿਵਾਰ 21 ਪਾਉਂਡ, ਸਰਦਾਰ ਪਰਮਜੀਤ ਸਿੰਘ ਕਸਬਾ 51 ਪਾਉਂਡ, ਸਰਦਾਰ ਜੋਰਦਨ ਸਿੰਘ ਦਿਕਪਾਲ, ਸਰਦਾਰ ਜਸਵੰਤ ਸਿੰਘ ਦਿਕਪਾਲ ਅਤੇ ਗੁਰਮੀਤ ਸਿੰਘ 15 ਪਾਉਂਡ, ਸਰਦਾਰ ਜੈਰਾਜ ਸਿੰਘ ਰੋਧ 20 ਪਾਉਂਡ, ਦਾਰਾ ਸਿੰਘ ਅਤੇ ਗੁਰਮੇਸ਼ ਕੌਰ ਗੋਲਡ 20 ਪਾਉਂਡ, ਗੁਰਮੁਖ ਸਿੰਘ ਅਤੇ ਨਿਰਮਲ ਕੌਰ ਚੌਹਾਨ 20 ਪਾਉਂਡ, ਵਿਜੇ ਸਿੰਘ ਅਤੇ ਸੁਖਵਿੰਦਰ ਕੌਰ ਗੋਜਰਾ 20 ਪਾਉਂਡ, ਸਰਦਾਰ ਜਸਵਿੰਦਰ ਸਿੰਘ ਅਤੇ ਅਨੀਤਾ ਕੌਰ ਦਿਕਪਾਲ 50 ਪਾਉਂਡ, ਸਰਦਾਰ ਹਰਦੀਪ ਸਿੰਘ ਅਤੇ ਜੋਤੀ ਕੌਰ ਪੋਤੀਵਾਲ 20 ਪਾਉਂਡ, ਸਰਦਾਰ ਗੁਰਵਿੰਦਰ ਸਿੰਘ ਅਤੇ ਅੰਮ੍ਰਿਤ ਕੌਰ ਪਾਕੜ 20 ਪਾਉਂਡ, ਸਰਦਾਰ ਸਤਪਾਲ ਸਿੰਘ ਲਾਂਡਾ ਅਤੇ ਫੈਮਿਲੀ 101 ਪਾਉਂਡ, ਸਰਦਾਰ ਬਲਵਿੰਦਰ ਸਿੰਘ ਜੋਹਲ ਅਤੇ ਸਨ
ਸੰਦੀਪ ਸਿੰਘ ਜੋਹਲ 501 ਪੌਂਡ, ਸਰਦਾਰ ਸਤਪਾਲ ਸਿੰਘ ਭਾਕੜ ਅਤੇ ਫੈਮਿਲੀ 50 ਪੌਂਡ, ਸਰਦਾਰ ਕੁਲਵੰਤ ਸਿੰਘ ਭਾਕੜ ਅਤੇ ਪਰਿਵਾਰ 40 ਪੌਂਡ, ਸਰਦਾਰ ਸੁਖਦੀਪ ਸਿੰਘ ਅਤੇ ਪਰਿਵਾਰ 50 ਪੌਂਡ, ਸਰਦਾਰ ਰਾਜਪਾਲ ਸਿੰਘ ਅਤੇ ਰਾਠੌੜ 30 ਪੌਂਡ, ਸਰਦਾਰ ਸੁਖਦੀਪ ਸਿੰਘ ਰਾਠੌੜ ਅਤੇ ਪਰਿਵਾਰ 50 ਪੌਂਡ, ਸਰਦਾਰ ਸੁਰਜੀਤ ਸਿੰਘ ਪੋਤੀਵਾਲ ਅਤੇ ਪਰਿਵਾਰ 20 ਪੌਂਡ, ਸਰਦਾਰ ਦਰਸ਼ਨ ਸਿੰਘ ਟਾਕ ਅਤੇ ਪਰਿਵਾਰ 25 ਪੌਂਡ, ਸਰਦਾਰ ਗੁਰਨਾਮ ਕੌਰ ਟਾਕ ਅਤੇ ਫੈਮਿਲੀ 20 ਪੌਂਡ, ਸਰਦਾਰ ਕਮਲਾ ਕੌਰ ਸਿੰਘ ਟਾਕ ਅਤੇ ਪਰਿਵਾਰ 20 ਪੌਂਡ, ਸਰਦਾਰ ਹਰਭਜਨ ਸਿੰਘ ਟਾਕ 10 ਪੌਂਡ ਅਤੇ ਚੰਦਾ ਰਾਣੀ ਕੌਰ ਟਾਕ ਐਂਡ ਫੈਮਿਲੀ 10 ਪੌਂਡ, ਜਸਵਿੰਦਰ ਕੌਰ ਟਾਕ ਐਂਡ ਪਰਿਵਾਰ 10 ਪੌਂਡ, ਜਸਮੀਨ ਸਿੰਘ ਟਾਕ ਐਂਡ ਪਰਿਵਾਰ 20 ਪੌਂਡ, ਮਾਈਕਲ ਸਿੰਘ ਟਾਕ ਐਂਡ ਅਤੇ ਫੈਮਿਲੀ 20 ਪੌਂਡ, ਜਸਕਰਨ ਕੌਰ ਸਿੰਘ ਟਾਕ ਐਂਡ ਫੈਮਿਲੀ 20 ਪੌਂਡ, ਜਰਮਨ ਥੋਮਸਨ ਟਾਕ ਐਂਡ ਫੈਮਿਲੀ 10 ਪੌਂਡ, ਸਰਦਾਰ ਅਮਰਜੀਤ ਸਿੰਘ ਰਾਠੌੜ 12 ਪੌਂਡ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸਰਦਾਰ ਪੀਤਰ ਸਿੰਘ ਦਿਗਵਾ, ਜਿਨ੍ਹਾਂ ਨੂੰ ਵਲੈਤੀ ਸਿੰਘ ਦਿਗਵਾ ਦੇ ਨਾਮ 'ਤੇ ਜਾਣਿਆ ਜਾਂਦਾ ਹੈ, ਉਹਨਾਂ ਨੇ 1200 ਪੌਂਡ ਇਸ ਗਲੋਬਲ ਪਾਰਸੀ ਕਾਉਂਸਲ ਨੂੰ ਦਸਵੰਧ ਦਿੱਤਾ ਹੈ। ਬੀਬਾ ਪੁਰਸ਼ੋਤਮ ਸਿੰਘ ਗੋਲਡ 25 ਪੌਂਡ, ਜਰਨੈਲ ਸਿੰਘ ਲਾਂਡਾ 10 ਪੌਂਡ, ਸਰਦਾਰ ਗੁਰਬਖਸ਼ ਸਿੰਘ ਰੋਧ 10 ਪੌਂਡ, ਸਰਦਾਰ ਰਜਿੰਦਰ ਸਿੰਘ 10 ਪੌਂਡ, ਰਾਜਾ ਸਿੰਘ ਲੋਹੀਆ 30 ਪੌਂਡ, ਗੁਰਬਖਸ਼ ਸਿੰਘ ਰੋਧ 20 ਪੌਂਡ, ਰਾਜ ਸਿੰਘ ਭਾਕੜ 25 ਪੌਂਡ, ਸੁਖਦੀਪ ਸਿੰਘ ਪੋਤੀਵਾਲ 100 ਪੌਂਡ, ਅਪਰਿੰਦਰ ਸਿੰਘ ਪੋਤੀਵਾਲ 20 ਪੌਂਡ, ਸੋਹਨ ਸਿੰਘ ਰੋਧ 20 ਪੌਂਡ, ਤਲਵਿੰਦਰ ਸਿੰਘ ਪੋਤੀਵਾਲ 20 ਪੌਂਡ, ਤੁਰਨੇਸ਼ ਸਿੰਘ ਲਖਨਪਾਲ 10 ਪੌਂਡ, ਪਿਆਰਾ ਸਿੰਘ ਲਖਨਪਾਲ 20 ਪੌਂਡ, ਪ੍ਰੀਤਮ ਸਿੰਘ ਪੋਤੀਵਾਲ 25 ਪੌਂਡ ਅਤੇ ਸਾਡੇ ਇੰਡੀਆ ਦੇ ਪ੍ਰਧਾਨ ਸਰਦਾਰ ਦਰਸ਼ਨ ਸਿੰਘ ਕਸਬਾ, ਉਹਨਾਂ ਨੇ 2500 ਰੁਪਇਆ ਇਸ ਗਲੋਬਲ ਪਾਰਸੀ ਕਾਉਂਸਲ ਨੂੰ ਦਿੱਤਾ ਹੈ ਅਤੇ ਅਸੀਂ ਇਹ ਸਾਰੇ ਹੀ ਦਾਨੀ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਗਲੋਬਲ ਪਾਰਸੀ ਕਾਉਂਸਲ ਨੂੰ ਹਮੇਸ਼ਾ ਹੀ ਸਪੋਰਟ ਕਰ ਰਹੇ ਹਨ। ਅਤੇ ਇਸ ਦੇ ਨਾਲ ਮੈਂ ਬੇਨਤੀ ਕਰਾਂਗਾ ਸਾਡੇ ਖਜ਼ਾਨਚੀ ਸਾਹਿਬ ਸਰਦਾਰ ਸੁਖਦੇਵ ਸਿੰਘ ਲਾਂਡਾ ਜੀ ਜੋ ਆਪਣੀ ਰਿਪੋਰਟ ਦੇਣਗੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੀ ਸਮੁੱਚੀ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲੋਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲੇ ਗਲੋਬਲ ਭਾਰਤ ਸਿੱਖ ਕਾਉਂਸਲ ਦੇ ਬਹੁਤ ਹੀ ਸਤਿਕਾਰਯੋਗ ਕਮੇਟੀ ਮੈਂਬਰ ਸਾਹਿਬਾਨ ਆਪਣੇ ਆਪਣੇ ਵਿਚਾਰ ਰੱਖ ਕੇ ਗਏ ਨੇ ਅਤੇ ਸਾਰਾ ਉਹਨਾਂ ਨੇ ਆਪ ਜੀ ਨੂੰ ਵਿਸਤਾਰ ਦੇ ਨਾਲ ਦੱਸਿਆ ਵੀ ਹੈ। ਅਤੇ ਉਸ ਤੋਂ ਬਾਅਦ ਦਾਸ ਨੂੰ ਹੁਕਮ ਹੋਇਆ ਕਿ ਗਲੋਬਲ ਭਾਰਤ ਸਿੱਖ ਕਾਉਂਸਲ ਦੇ ਜਿਹੜੇ ਹੁਣ ਤੱਕ ਦੇ 1.5 ਸਾਲ ਦੇ ਵਿੱਚ 2 ਸਾਲ ਦੇ ਵਿੱਚ ਜਿਹੜੇ ਕੰਮ ਕੀਤੇ ਨੇ ਉਹਨਾਂ ਦਾ ਜਿਹੜਾ ਵੇਰਵਾ ਵੇ ਉਹ ਆਪ ਜੀ ਦੇ ਨਾਲ ਸਾਂਝਾ ਕੀਤਾ ਜਾਵੇ। ਅਤੇ ਇੱਥੇ ਮੈਂ ਆਪ ਸਾਰੀ ਸੰਗਤ ਜੀ ਨੂੰ ਪਹਿਲਾਂ ਦੱਸਣਾ ਚਾਹਾਂਗਾ ਕਿ ਗਲੋਬਲ ਭਾਰਤ ਸਿੱਖ ਕਾਉਂਸਲ 2 ਤਰੀਕ 6ਵੇਂ ਮਹੀਨੇ 2020 ਦੇ ਵਿੱਚ ਜਿਹੜੀ ਸ਼ੁਰੂ ਹੋਈ ਹੈ, ਜਿਸ ਦਾ ਜਨਮ ਹੋਇਆ ਸੀ। ਅਤੇ ਅੱਜ 14 ਤਰੀਕ 11ਵਾਂ ਮਹੀਨਾ 2021 ਤਕਰੀਬਨ 17 ਮਹੀਨੇ, ਅਤੇ ਜਿਸ ਦੇ ਵਿੱਚ ਗਲੋਬਲ ਭਾਰਤ ਸਿੱਖ ਕਾਉਂਸਲ ਵੱਲੋਂ ਤਕਰੀਬਨ ਜਿੱਦਾਂ ਮੈਨੂੰ ਕਿਹਾ ਗਿਆ ਕਿ ਜਿਹੜਾ ਆਪ ਜੀ ਨੂੰ ਦੱਸਿਆ ਜਾਵੇ ਕਿ ਹੁਣ ਤੱਕ ਜਿਹੜਾ ਅਸੀਂ ਇੰਡੀਆ ਦੇ ਵਿੱਚ ਪਿਛਲੇ 1.5 ਸਾਲਾਂ ਦੇ ਵਿੱਚ ਤਕਰੀਬਨ 19,000 ਪਾਉਂਡ ਜਿਹੜੀ ਅਸੀਂ ਲੋੜਵੰਦ ਪਰਿਵਾਰਾਂ ਤੱਕ ਜਿਹੜੀ ਅਸੀਂ ਪਹੁੰਚਾ ਚੁੱਕੇ ਹਾਂ। ਤਕਰੀਬਨ ਜਿਹੜੀ ਇੰਡੀਆ ਪੈਸਿਆਂ ਦੇ ਵਿੱਚ 18 ਤੋਂ 19 ਲੱਖ ਰੁਪਈਆ ਜਿਹੜਾ ਇਹ ਬਣਦੀ ਹੈ, ਜਿਸ ਦੇ ਵਿੱਚ ਤਕਰੀਬਨ ਹਰ ਸ਼ਹਿਰ ਦੇ ਵਿੱਚ ਸਾਡੇ ਜਿਹੜੇ ਮੈਂਬਰ ਉੱਥੇ ਬੈਠੇ ਨੇ ਜਿਹੜੀਆਂ ਸੇਵਾਵਾਂ ਸਾਡੀਆਂ ਪਹੁੰਚਾਉਂਦੇ ਨੇ। ਅਤੇ ਜਿਵੇਂ ਮੈਂ ਦੱਸਾਂ ਆਪ ਜੀ ਨੂੰ ਕਿ ਸਾਡੇ ਕੋਲ ਪਿਛਲੇ 1.5 ਸਾਲ ਦੇ ਵਿੱਚ 45 ਫੈਮਲੀਆਂ ਨੇ ਜਿਹੜੀਆਂ ਗਲੋਬਲ ਭਾਰਤ ਸਿੱਖ ਕਾਉਂਸਲ ਵੱਲੋਂ ਹਰ ਮਹੀਨੇ ਉਹਨਾਂ ਦੀ ਜਿਹੜੀ ਹੈਲਪ ਕੀਤੀ ਜਾਂਦੀ ਹੈ, ਜਿਵੇਂ ਕਿ ਵਿਧਵਾ ਸਾਡੀਆਂ ਭੈਣਾਂ ਨੇ ਜਾਂ ਬਜ਼ੁਰਗ ਮਾਤਾਵਾਂ ਨੇ ਜਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਕਮਾਈ ਦਾ ਜ਼ਰੀਆ ਨਹੀਂ ਹੈਗਾ। ਗਲੋਬਲ ਭਾਰਤ ਸਿੱਖ ਕਾਉਂਸਲ ਹਰ ਮਹੀਨੇ ਉਹਨਾਂ ਤੱਕ 1000 ਤੋਂ 1500 ਰੁਪਏ ਜਿਹੜਾ ਮੰਥਲੀ ਉਹਨਾਂ ਨੂੰ ਖਰਚਾ ਦਿੰਦੀ ਹੈ। ਅਤੇ ਇਹ ਤਕਰੀਬਨ 1.5 ਸਾਲ ਹੋ ਚੱਲਿਆ ਵੇ, ਜਿਹੜੇ ਕਿ ਦਿਲਾਵਰ ਸਿੰਘ ਜੀ ਹੋਰੀ ਆਪ ਜੀ ਨੂੰ ਦੱਸ ਹੀ ਗਏ ਨੇ ਕਿ ਸਾਡੇ ਨਾਲ ਜਿਹੜੇ 24 ਮੈਂਬਰ ਜਿਹੜੇ ਕਮੇਟੀ ਦੇ ਵਿੱਚ ਜੁੜੇ ਨੇ, ਇਹਨਾਂ 24 ਕਮੇਟੀ ਮੈਂਬਰਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਉਪਰਾਲਾ ਅਸੀਂ ਪਿਛਲੇ 1.5 ਸਾਲ ਤੋਂ ਕਰਦੇ ਆ ਰਹੇ ਹਾਂ, ਜਿਸ ਦੇ ਵਿੱਚ ਸਾਡੇ ਕੋਲ ਮੈਂ ਆਪ ਜੀ ਨੂੰ ਦੱਸਾਂ ਕਿ ਜਿਹੜੇ ਕਿ ਪੰਜਾਬ ਦੇ ਵਿੱਚ ਵੀ ਸਾਡੇ ਕੋਲ 10 ਜਿਹੜੇ ਪਰਿਵਾਰ ਨੇ ਜਿਨ੍ਹਾਂ ਨੂੰ ਹਰ ਮਹੀਨੇ ਅਸੀਂ ਉੱਥੇ ਮੰਥਲੀ ਸੇਵਾਵਾਂ ਭੇਜਦੇ ਹਾਂ। ਨੰਬਰ 2 ਦੇ ਉੱਤੇ ਰਾਜਸਥਾਨ ਗੋਬਿੰਦਗੜ੍ਹ ਦੇ ਵਿੱਚ ਸਾਡੇ ਕੋਲ 5 ਪਰਿਵਾਰ ਨੇ ਜਿਹੜੇ ਕਿ ਬਹੁਤ ਹੀ ਲੋੜਵੰਦ ਨੇ। ਗਵਾਲੀਅਰ ਦੇ ਵਿੱਚ ਸਾਡੇ ਕੋਲ 4 ਪਰਿਵਾਰ ਨੇ। ਭੋਪਾਲ ਦੇ ਵਿੱਚ ਸਾਡੇ ਕੋਲ 1 ਪਰਿਵਾਰ ਹੈ। ਦਿੱਲੀ ਦੇ ਵਿੱਚ 1 ਪਰਿਵਾਰ ਹੈ। ਦੇਹਰਾਦੂਨ ਦੇ ਵਿੱਚ ਸਾਡੇ ਕੋਲ 6 ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਕਮਾਈ ਦਾ ਜ਼ਰੀਆ ਨਹੀਂ।
ਜਾਂ ਉਹਨਾਂ ਦੇ ਛੋਟੇ ਛੋਟੇ ਬੱਚੇ ਨੇ, ਜਾਂ ਕੋਵਿਡ ਦੇ ਵਿੱਚ ਕੁਝ ਬੀਬੀਆਂ ਜਿਹੜੀਆਂ ਸਾਡੀਆਂ ਵਿਧਵਾ ਹੋਈਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਇਹ ਅਸੀਂ ਉੱਥੇ ਫੰਡ ਭੇਜ ਰਹੇ ਹਾਂ। ਲੁਧਿਆਣਾ ਦੇ ਵਿੱਚ ਪੰਜਾਬ ਇੱਕ ਜਿਹੜੀ ਸਾਡੀ ਉੱਥੇ ਸੇਵਾ ਜਾਰੀ ਹੈ। ਮੰਡੀ ਗੋਬਿੰਦਗੜ੍ਹ ਦੇ ਵਿੱਚ, ਕਾਲਕਾ ਹਿਮਾਚਲ ਦੇ ਵਿੱਚ 2 ਸੇਵਾਵਾਂ ਜਾਰੀ ਹੈ। ਅਤੇ ਉਸ ਤੋਂ ਬਾਅਦ ਗਲੋਬਲ ਭਾਰਤ ਸਿੱਖ ਕੌਂਸਲ ਵੱਲੋਂ ਪਿਛਲੇ 1.5 ਸਾਲਾਂ ਦੇ ਵਿੱਚ ਤਕਰੀਬਨ 7 ਬੱਚਿਆਂ ਦੇ ਜਿਹੜੇ ਆਨੰਦ ਕਾਰਜ ਕਰਵਾਏ ਗਏ ਨੇ। ਅਤੇ ਉਸ ਦੇ ਨਾਲ ਤਕਰੀਬਨ 6-7 ਇਹੋ ਜਿਹੇ ਪਰਿਵਾਰ ਸੀ ਜਿਨ੍ਹਾਂ ਨੂੰ ਅੱਖਾਂ ਦੀ ਪ੍ਰੋਬਲਮ ਆ ਰਹੀ ਸੀ ਜਾਂ ਉਹਨਾਂ ਦੇ ਆਪਰੇਸ਼ਨ ਕਰਵਾਏ ਗਏ ਨੇ। ਅਤੇ ਉਸ ਦੇ ਨਾਲ ਜਿਹੜਾ ਕੁਛ ਇਹੋ ਜਿਹੇ ਵੀਰ ਵੀ ਸਨ ਜਿਹੜੇ ਕਾਰੋਬਾਰ ਨਹੀਂ ਕਰ ਸਕਦੇ ਸੀ, ਜਾਂ ਉਹਨਾਂ ਦੀ ਬਾਂਹ ਵੱਡੀ ਹੋਈ ਸੀ ਜਾਂ ਲੱਤ ਵੱਡੀ ਹੋਈ ਸੀ, ਉਹਨਾਂ ਨੂੰ ਗਲੋਬਲ ਭਾਰਤ ਸਿੱਖ ਕੌਂਸਲ ਵੱਲੋਂ ਜਿਹੜੇ ਨੇ ਕਾਰੋਬਾਰ ਖੋਲ੍ਹ ਕੇ ਦਿੱਤੇ ਗਏ ਨੇ। ਅਤੇ ਇੱਥੇ ਮੈਂ ਸਾਡੇ ਉਹਨਾਂ ਦਾਨੀ ਸੱਜਣਾਂ ਦਾ ਵੀ ਮੈਂ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਅੱਜ ਸਾਨੂੰ ਜਿਹੜਾ ਜਿਹੜਾ ਸਾਡਾ ਗਵਾਲੀਅਰ ਦੇ ਵਿੱਚ ਜਿਹੜਾ ਸਕੂਲ ਚੱਲ ਰਿਹਾ ਵੇ ਉਸ ਦੇ ਵਾਸਤੇ ਜਿਹੜਾ ਸਾਨੂੰ ਫੰਡ ਦਿੱਤਾ ਵੇ। ਸਰਦਾਰ ਮਹਿੰਦਰ ਸਿੰਘ ਜੀ ਭੱਟੀ 21 ਪਾਉਂਡ, ਸਰਦਾਰ ਨਿਰਮਲ ਸਿੰਘ ਜੀ ਰਠੌਰ 21 ਪਾਉਂਡ, ਜੋ ਕਿ ਇੰਟਰਨੈਸ਼ਨਲ ਭਾਰਤ ਸਿੱਖ ਕੌਂਸਲ ਦੇ ਪ੍ਰਧਾਨ UK ਦੇ ਹਨ, ਉਹਨਾਂ ਵੱਲੋਂ। ਅਤੇ ਨਾਲ ਉਹਨਾਂ ਵੱਲੋਂ ਜੋ ਗਲੋਬਲ ਭਾਰਤ ਸਿੱਖ ਕੌਂਸਲ ਨੂੰ ਵਧਾਈ ਵੀ ਦਿੱਤੀ ਗਈ ਹੈ। ਜੋ ਗਲੋਬਲ ਭਾਰਤ ਸਿੱਖ ਕੌਂਸਲ ਦਾ ਜਿਹੜਾ ਗਵਾਲੀਅਰ ਦੇ ਵਿੱਚ ਸਕੂਲ ਜਿਹਦੀ ਅੱਜ ਅਸੀਂ ਓਪਨਿੰਗ ਸੈਰਮਨੀ ਕਰ ਰਹੇ ਹਾਂ ਇੱਥੇ, ਉਸ ਦੇ ਬਾਬਤ। ਅਤੇ ਸਰਦਾਰ ਸੁਖਦੇਵ ਸਿੰਘ ਜੀ ਲਾਂਡਾ ਉਹਨਾਂ ਨੂੰ 21 ਪਾਉਂਡ ਉਹਨਾਂ ਵੱਲੋਂ। ਸਰਦਾਰ ਕਸ਼ਮੀਰ ਸਿੰਘ ਜੀ ਲਖਨਪਾਲ ਗਲੋਬਲ ਭਾਰਤ ਸਿੱਖ ਕੌਂਸਲ ਦੇ ਮੀਤ ਖਜ਼ਾਨਚੀ 21 ਪਾਉਂਡ। ਸਰਦਾਰ ਸਤਪਾਲ ਸਿੰਘ ਜੀ ਕਸਬਾ ਮੀਤ ਪ੍ਰਧਾਨ ਗਲੋਬਲ ਭਾਰਤ ਸਿੱਖ ਕੌਂਸਲ 21 ਪਾਉਂਡ। ਵਿਜੇ ਸਿੰਘ ਪੋਤੀਵਾਲ ਬ੍ਰਿਸਟਲ ਗੁਰੂ ਘਰ ਦੇ ਹੈੱਡ ਖਜ਼ਾਨਚੀ 25 ਪਾਉਂਡ ਉਹਨਾਂ ਵੱਲੋਂ। ਸਰਦਾਰ ਸਤਨਾਮ ਸਿੰਘ ਜੀ ਕਸਬਾ 10 ਪਾਉਂਡ ਬ੍ਰਿਸਟਲ ਤੋਂ। ਗੁਰਭੇਜ ਸਿੰਘ ਜੀ ਸਵਾਲੀ ਬ੍ਰਿਸਟਲ ਤੋਂ 10 ਪਾਉਂਡ। ਸਰਦਾਰ ਸਰਬਜੀਤ ਸਿੰਘ ਜੀ ਭਾਕੜ 25 ਪਾਉਂਡ ਸੁਰਜੀਤ ਸਿੰਘ ਜੀ ਭਾਕੜ 25 ਪਾਉਂਡ ਬ੍ਰਿਸਟਲ ਤੋਂ। ਦਲਾਵਰ ਸਿੰਘ ਜੀ ਪੋਤੀਵਾਲ 11 ਪਾਉਂਡ ਬ੍ਰਿਸਟਲ ਤੋਂ। ਸਰਦਾਰ ਰਣਧੀਰ ਸਿੰਘ ਜੀ ਭਾਕੜ ਗਲੋਬਲ ਭਾਰਤ ਸਿੱਖ ਕੌਂਸਲ ਦੇ ਸਟੇਟ ਸੈਕਟਰੀ 25 ਪਾਉਂਡ। ਸਰਦਾਰ ਸਰਵਨਜੀਤ ਸਿੰਘ ਜੀ ਭਾਕੜ 25 ਪਾਉਂਡ। ਸਰਦਾਰ ਸੁਖਦੇਵ ਸਿੰਘ ਜੀ ਬੈਂਸ 101 ਪਾਉਂਡ ਗਲੋਬਲ ਭਾਰਤ ਸਿੱਖ ਕੌਂਸਲ ਦੀ ਸਕੂਲ ਦੀ ਜਿਹੜੀ ਕਾਰ ਸੇਵਾ ਚੱਲ ਰਹੀ ਹੈ ਉਸ ਦੇ ਫੰਡ ਵਾਸਤੇ ਦੇ ਰਹੇ ਨੇ। ਅਤੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਹੀ ਗਿਆ ਆਪ ਜੀ ਨੂੰ ਕਿ ਪਿਛਲੇ 1.5 ਸਾਲ ਤੋਂ ਜਿਹੜਾ ਗਲੋਬਲ ਭਾਰਤ ਸਿੱਖ ਕੌਂਸਲ ਵੱਲੋਂ ਤਕਰੀਬਨ 18 ਤੋਂ 19 ਹਜ਼ਾਰ ਪਾਉਂਡ ਜਿਹੜਾ ਅਸੀਂ ਐਕਸਪੈਂਡ ਕੀਤਾ। ਅਤੇ ਇੰਡੀਆ ਮਨੀ ਦੇ ਵਿੱਚ ਜਿਹੜਾ ਤਕਰੀਬਨ 18 ਤੋਂ 19 ਲੱਖ ਰੁਪਏ ਜਿਹੜਾ ਅਸੀਂ ਹੁਣ ਤੱਕ ਪੰਜਾਬ ਦੇ ਵਿੱਚ ਆਲ ਓਵਰ ਇੰਡੀਆ ਦੇ ਵਿੱਚ ਗਲੋਬਲ ਭਾਰਤ ਸਿੱਖ ਕੌਂਸਲ ਦੇ ਸਹਿਯੋਗ ਦੇ ਨਾਲ ਅਸੀਂ ਇਹਨਾਂ ਪਰਿਵਾਰਾਂ ਤੱਕ ਜਿਹੜੀਆਂ ਸੇਵਾਵਾਂ ਪਹੁੰਚਾਈਆਂ ਨੇ। ਅਤੇ ਇੱਥੇ ਮੈਂ ਇੱਕ ਚੀਜ਼ ਹੋਰ ਆਪ ਜੀ ਨੂੰ ਦੱਸਾਂ ਕਿ ਪਿਛਲੇ 1.5 ਸਾਲ ਦੇ ਵਿੱਚ ਤਕਰੀਬਨ ਗਲੋਬਲ ਭਾਰਤ ਸਿੱਖ ਕੌਂਸਲ ਵੱਲੋਂ 5 ਲੋੜਵੰਦ ਪਰਿਵਾਰਾਂ ਨੂੰ, ਜਿਨ੍ਹਾਂ ਦੇ ਵਿੱਚ 3 ਵਿਧਵਾ ਅਤੇ 2 ਬਜ਼ੁਰਗ ਔਰਤਾਂ, ਜਿਨ੍ਹਾਂ ਨੂੰ ਅਸੀਂ ਉੱਥੇ ਘਰ ਬਣਾ ਕੇ ਦਿੱਤੇ। ਜਿਵੇਂ ਕਿ ਜਬਲਪੁਰ ਦੇ ਵਿੱਚ ਇੱਕ ਘਰ ਬਣਾ ਕੇ ਦਿੱਤਾ, ਮੰਡੀ ਗੋਬਿੰਦਗੜ੍ਹ ਪੰਜਾਬ ਦੇ ਵਿੱਚ ਇੱਕ ਵਿਧਵਾ ਭੈਣ ਨੂੰ ਜਿਹੜਾ ਘਰ ਬਣਾ ਕੇ ਦਿੱਤਾ। ਅਤੇ ਨਾਲ ਰੋਪੜ ਦੇ ਵਿੱਚ ਜਿਹੜੇ ਸਾਡੇ 2 ਘਰ ਅਸੀਂ ਬਣਾ ਕੇ ਦਿੱਤੇ ਨੇ। ਅਤੇ ਨਾਲ ਜਿਹੜਾ ਤੁਹਾਨੂੰ ਦੱਸਿਆ ਵੀ ਕਿ ਗਵਾਲੀਅਰ ਦੇ ਵਿੱਚ ਜਿਹੜਾ ਸਾਡਾ ਸਕੂਲ ਚੱਲ ਰਿਹਾ ਵੇ ਅਤੇ ਉਸ ਦੀ ਜਿਹੜੀ ਕਾਰ ਸੇਵਾ ਚੱਲ ਰਹੀ ਹੈ ਤਕਰੀਬਨ ਮੇਰੇ ਖਿਆਲ 'ਚ, ਅਤੇ ਉਹ ਵੀ ਸਮਾਪਤ ਹੋਣ ਵਾਲੀ ਹੈ। ਅਤੇ ਨਾਲ ਜਬਲਪੁਰ ਦੇ ਵਿੱਚ ਗੁਰੂ ਘਰ ਦੀ ਜਿਹੜੀ ਕਾਰ ਸੇਵਾ ਚੱਲ ਰਹੀ ਸੀ ਉਸ ਦੇ ਵਿੱਚ ਗਲੋਬਲ ਭਾਰਤ ਸਿੱਖ ਕੌਂਸਲ ਵੱਲੋਂ ਜਿਹੜਾ ਫੰਡ ਦਿੱਤਾ ਗਿਆ। ਅਤੇ ਫਗਵਾੜੇ ਦੇ ਵਿੱਚ ਗੁਰੂ ਘਰ ਦੀ ਜਿਹੜੀ ਸੇਵਾ ਚੱਲ ਰਹੀ ਸੀ ਉਸ ਦੇ ਵਿੱਚ ਵੀ ਗਲੋਬਲ ਭਾਰਤ ਸਿੱਖ ਕੌਂਸਲ ਵੱਲੋਂ ਜਿਹੜਾ ਫੰਡ ਦਿੱਤਾ ਗਿਆ। ਅਤੇ ਇੱਥੇ ਮੈਂ ਇੱਕ ਹੋਰ ਆਪ ਜੀ ਨੂੰ ਬਰੀਫਲੀ ਦੱਸਾਂ ਕਿ ਜਿਹੜਾ ਗਲੋਬਲ ਭਾਰਤ ਸਿੱਖ ਕੌਂਸਲ ਦਾ ਸਕੂਲ ਜਿਹੜਾ ਬਣ ਕੇ ਤਿਆਰ ਹੋ ਰਿਹਾ ਤਕਰੀਬਨ ਉਹਦੇ 'ਤੇ 5.5 ਤੋਂ 6 ਹਜ਼ਾਰ ਪਾਉਂਡ ਜਿਹੜਾ ਸਾਡਾ ਹੁਣ ਤੱਕ ਦਾ ਖਰਚਾ ਆ ਚੁੱਕਾ ਵੇ। ਅਤੇ ਜਿਸ ਦੀ ਇੰਡੀਆ ਦੇ ਵਿੱਚ ਜੇ ਅਸੀਂ ਕਹੀਏ ਅਮਾਊਂਟ ਤਕਰੀਬਨ 5.5 ਤੋਂ 6 ਲੱਖ ਰੁਪਏ ਜਿਹੜਾ ਐਕਸਪੈਂਡ ਹੋ ਚੁੱਕਾ ਹੈ। ਅਤੇ ਹੋਰ ਵੀ ਉੱਥੇ ਥੋੜ੍ਹੀ ਜਿਹੜੀ ਮਾਇਆ ਲੱਗਣੀ ਹੈ ਅਤੇ ਉਹ ਸਾਡੇ ਮੈਂਬਰਾਂ ਵੱਲੋਂ ਜਿਹੜਾ ਵੇ ਨਿਰੰਤਰ ਫੰਡ ਦਿੱਤਾ ਜਾ ਰਿਹਾ ਸਾਨੂੰ। ਅਤੇ ਇੱਥੇ ਮੈਂ ਸਾਰੇ ਹੀ ਉਹਨਾਂ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਾਂਗਾ ਜਿਹੜੇ ਸਾਨੂੰ ਪੂਰੀ ਸਪੋਰਟ ਕਰ ਰਹੇ ਨੇ, ਗਲੋਬਲ ਭਾਰਤ ਸਿੱਖ ਕੌਂਸਲ ਨੂੰ ਹਰ ਸਮੇਂ ਆਪਣੇ ਦਸਵੰਧ ਜਿਹੜਾ ਦਿੰਦੇ ਨੇ। ਅਤੇ ਅਰਦਾਸ ਕਰਦੇ ਹਾਂ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਕਿ ਵਾਹਿਗੁਰੂ ਸਾਰੇ ਇਹਨਾਂ ਪਰਿਵਾਰਾਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਅਤੇ ਇਸੇ ਤਰ੍ਹਾਂ ਗਲੋਬਲ ਭਾਰਤ ਸਿੱਖ ਕੌਂਸਲ ਦੀ ਜਿਹੜੀਆਂ ਸੇਵਾਵਾਂ ਦੇ ਵਿੱਚ ਉਹ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਰਹਿਣ। ਅਤੇ ਇੱਥੇ ਨਾਲ ਮੈਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਸਾਨੂੰ ਜਿਹੜੀ ਸਟੇਜ ਅੱਜ ਦਿੱਤੀ ਹੈ ਇੱਥੇ ਬੋਲਣ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਿਮਾ ਕਰਨਾ ਸਰਦਾਰ ਜਸਵੰਤ ਸਿੰਘ ਪੋਤੀਵਾਲ ਜਿਨ੍ਹਾਂ ਨੇ 251 ਪਾਉਂਡ ਦੀ ਸੇਵਾ ਕਰਾਈ ਸੀ, ਉਹਨਾਂ ਦਾ ਨਾਂ ਰਹਿ ਗਿਆ ਹੈ। ਦਾਸ ਖਿਮਾ ਚਾਹੇਗਾ। ਅਤੇ ਨਾਲ ਹੀ ਸਾਡੇ ਸਤਿਕਾਰਯੋਗ ਵੀਰ ਸਰਦਾਰ ਪ੍ਰੀਤਮ ਸਿੰਘ ਦਿਗਵਾ ਜਿਨ੍ਹਾਂ
ਨੇ 1400 ਪੌਂਡ ਗਲੋਬਲ ਪਾਸਿਕ ਕਾਉਂਸਲ ਨੂੰ ਦਿੱਤਾ ਹੈ। ਇਸ ਤੋਂ ਪਹਿਲੇ ਕਿ ਅਗਲਾ ਬੁਲਾਰਾ ਬੁਲਾਉਣ ਤੋਂ ਪਹਿਲੇ ਮੈਂ ਆਪ ਜੀ ਨੂੰ ਇਨਫੋਰਮੇਸ਼ਨ ਦੇ ਦੱਸਾਂ ਕਿ ਗਲੋਬਲ ਪਾਸਿਕ ਕਾਉਂਸਲ ਇਕੱਲੇ ਹੀ ਕੰਮ ਨਹੀਂ ਕਰਦੀ। ਗਲੋਬਲ ਪਾਸਿਕ ਕਾਉਂਸਲ ਜੋ ਇੰਗਲੈਂਡ ਅਤੇ ਇੰਡੀਆ ਵਿੱਚ ਬਾਕੀ ਸੰਸਥਾਵਾਂ ਹਨ ਉਹਨਾਂ ਨਾਲ ਵੀ ਕੰਮ ਕਰਦੀ ਹੈ ਅਤੇ ਉਹਨਾਂ ਦੀ ਥੋੜ੍ਹੀ ਜਿਹੀ ਅਪੋਲੋਜੀਜ਼ ਆਈ ਹੈ ਜੋ ਆਪ ਜੀ ਨਾਲ ਸਾਂਝੀ ਕਰਨਾ ਚਾਹਾਂਗੇ ਕਿ ਗੁਰਦੁਆਰਾ ਪਾਸਿਕ ਕਾਉਂਸਲ UK ਉਹਨਾਂ ਦੇ ਮੈਂਬਰਾਂ ਸਾਹਿਬ ਸਰਦਾਰ ਚੰਦੂਰ ਅਤੇ ਈਸਰ ਸਿੰਘ ਨੇ ਆਉਣਾ ਸੀ ਅਤੇ ਇਸ ਦੇ ਨਾਲ ਹੀ ਉਹ ਜੋ ਅਮਰੀਕ ਸਿੰਘ ਰਥੋੜਾ ਉਹਨਾਂ ਦੀ ਅਪੋਲੋਜੀ ਆਈ ਹੈ ਕਿ ਉਹਨਾਂ ਕੋਲ ਟਰਾਂਸਪੋਰਟ ਨਾ ਹੋਣ ਦੇ ਕਾਰਨ ਨਹੀਂ ਆ ਪਾਏ। ਉਸ ਦੇ ਨਾਲ ਪਾਰਟ ਯੂਥ ਵੈਲਫੇਅਰ ਆਰਗੇਨਾਈਜੇਸ਼ਨ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਸੀ ਅਤੇ ਉਹਨਾਂ ਦੀ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਗਲੋਈ ਨੇ ਬਹੁਤ ਹੀ ਸੋਹਣਾ ਵਧਾਈਆਂ ਦਾ ਮੈਸੇਜ ਭੇਜਿਆ ਹੈ ਅਤੇ ਜੋ ਪੀਟਰ ਸਿੰਘ ਦਿਗਵਾ ਹਨ ਉਹਨਾਂ ਨੇ ਅਪੋਲੋਜੀ ਭੇਜੀ ਹੈ। ਇੰਟਰਨੈਸ਼ਨਲ ਪਾਰਸਿਕ ਕਾਉਂਸਲ UK ਨਿਊ ਭਾਰਤੀ ਰਥ ਦੇ ਬੜੇ ਹੀ ਸਤਿਕਾਰਯੋਗ ਵੀਰ ਸਰਦਾਰ ਜਰਨੈਲ ਸਿੰਘ ਪ੍ਰਭਾਕਰ ਉਹਨਾਂ ਨੇ ਵੀ ਗਲੋਬਲ ਪਾਰਸਿਕ ਕਾਉਂਸਲ ਨੂੰ ਸਕੂਲ ਓਪਨ ਸੈਰਾਮਨੀ ਦੀਆਂ ਲੱਖ ਲੱਖ ਵਧਾਈਆਂ ਭੇਜੀਆਂ ਹਨ ਅਤੇ ਇਸ ਦੇ ਨਾਲ ਹੀ ਇੰਟਰਨੈਸ਼ਨਲ ਪਾਰਟ ਸਿੱਖ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਮੋਹਨਜੀਤ ਸਿੰਘ ਪੱਟੀ ਉਹਨਾਂ ਨੇ ਅਪੋਲੋਜੀ ਭੇਜੀ ਹੈ ਕਿ ਉਹ ਇਸ ਸਮੇਂ ਬ੍ਰਿਸਟਲ ਵਿੱਚ ਨਹੀਂ ਹਨ ਅਤੇ ਉਹਨਾਂ ਇੰਟਰਨੈਸ਼ਨਲ ਪਾਰਸਿਕ ਕਾਉਂਸਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਰਦਾਰ ਵਿਜੇ ਸਿੰਘ ਰਾਠੌੜ ਇੱਥੇ ਪੁੱਜੇ ਹਨ ਅਤੇ ਉਹ ਉਮੀਦ ਕਰਦੇ ਹਾਂ ਕਿ ਉਹ ਵੀ ਥੋੜ੍ਹੀ ਆਪਣਾ ਵਿਚਾਰ ਦੇਣਗੇ। ਇੱਥੇ ਮੈਂ ਸਾਡੇ ਸਤਿਕਾਰਯੋਗ ਵੀਰ ਸਰਦਾਰ ਗੁਰਚਰਨ ਸਿੰਘ ਪ੍ਰਧਾਨ ਸਾਹਿਬ ਜੀ ਉਹਨਾਂ ਨੂੰ ਸਟੇਜ 'ਤੇ ਬੁਲਾਉਣਾ ਚਾਹਾਂਗੇ ਅਤੇ ਇਸ ਦੇ ਬਾਅਦ ਜੋ ਬੁਲਾਰੇ ਹਨ ਸਾਡੇ ਜਗਤਾਰ ਸਿੰਘ ਨਿੱਜਰ ਜੋ ਕਿ ਸਿੱਖ ਚੈਨਲ ਦੇ ਬਹੁਤ ਹੀ ਹੋਣਹਾਰ ਅਤੇ ਸਿੱਖ ਚੈਨਲ ਦੀ ਆਨ ਦੀ ਸ਼ਾਨ ਹਨ। ਉਹ 5 ਮਿੰਟਾਂ ਵਾਸਤੇ ਆਪਣੇ ਵਿਚਾਰ ਰੱਖਣਗੇ। ਇੱਕ ਵਾਰ ਫਿਰ ਸਾਡੇ ਪ੍ਰਧਾਨ ਸਾਹਿਬ ਸਰਦਾਰ ਗੁਰਚਰਨ ਸਿੰਘ ਰਾਠੌੜ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਧੰਨਵਾਦ ਹੈ ਅੱਜ ਸੰਗਤ ਦਾ ਦੁਆਰਾ। ਅਤੇ ਮੈਂ ਥੋੜ੍ਹਾ ਜਿਹਾ ਹੋਰ ਬਰੀਫਲੀ ਕਹਾਂ ਅਤੇ ਮੈਂ ਜੋ ਸਾਡਾ ਗਵਾਲੀਅਰ ਵਿਖੇ ਜੋ ਸਕੂਲ ਬਣ ਰਿਹਾ ਪੰਜਾਬੀ ਸਕੂਲ ਉਹਦਾ ਏਮ ਸਿਰਫ ਇਹ ਆ ਕਿਉਂਕਿ ਉੱਥੇ ਹਿੰਦੀ ਚੱਲਦੀ ਆ ਉਸ ਸਾਈਡ 'ਤੇ ਹਿੰਦੀ ਦੇ ਸਕੂਲ ਹਿੰਦੀ 'ਚ ਪੜ੍ਹਾਇਆ ਜਾਂਦਾ ਅਤੇ ਅਸੀਂ ਉੱਥੇ ਪੰਜਾਬੀ ਦਾ ਸਕੂਲ ਇਸ ਵਾਸਤੇ ਖੋਲ੍ਹਿਆ ਹੈ ਵੀ ਜੋ ਬੱਚੇ ਹੈ ਸਾਡੇ ਗੁਰਮੁਖੀ ਨਾਲ ਜੁੜ ਸਕਣ ਪੰਜਾਬੀ ਨਾਲ ਜੁੜ ਸਕਣ। ਮੈਂ ਧੰਨਵਾਦ ਆਪਣੇ ਥੋੜ੍ਹੇ ਹੋਰ ਵੀਰਾਂ ਦਾ ਕਰ ਦੇਵਾਂ। ਸਰਦਾਰ ਬਲਵੀਰ ਸਿੰਘ ਲਖਨਪਾਲ ਵੀ ਲੰਡਨ ਤੋਂ ਆਇਆ, ਸਾਡੇ ਗਰੀਬ ਸਿੰਘ ਅਤੇ ਵਿਜੇ ਸਿੰਘ ਰਠੌਰ ਅਤੇ ਸਾਡੇ ਜਿਹੜੇ ਵੀਰ ਹੋਰ ਵੀ ਸਾਡੇ ਨਾਲ ਮੈਂਬਰ ਹੁੰਦੇ ਆ ਉਹ ਸਟੇਜ 'ਤੇ ਨਹੀਂ ਆਉਂਦੇ ਅਤੇ ਉਹ ਆਪਣੇ ਨਾਂ ਵੀ ਨਹੀਂ ਦਿੰਦੇ ਹੁੰਦੇ। ਜਿਸ ਤਰ੍ਹਾਂ ਸਾਡੇ ਬਲਵੀਰ ਸਿੰਘ ਸ਼ਹਿਰੀ ਆ ਉਹ ਸਾਡੇ ਨਾਲ ਹਰੇਕ ਮਹੀਨੇ 5 ਪਰਿਵਾਰਾਂ ਦੀ ਸੇਵਾ ਕਰਦੇ ਹਨ। 5 ਪਰਿਵਾਰਾਂ ਦੀ ਉਹਨੇ ਜ਼ਿੰਮੇਵਾਰੀ ਲਈ ਉਹ ਪਰਿਵਾਰਾਂ ਨੂੰ ਖਰਚਾ 5 ਪਰਿਵਾਰਾਂ ਨੂੰ ਭੇਜਦੇ ਹਨ। ਜੋ ਇੰਡੀਆ ਦੇ ਮੈਂਬਰਾਂ ਵੱਲੋਂ ਸਾਨੂੰ ਟੈਲੀਫੋਨ 'ਤੇ ਇਹ ਜੋ ਗਵਾਲੀਅਰ ਵਿਖੇ ਪੰਜਾਬੀ ਸਕੂਲ ਗਲੋਬਲ ਪਾਰਸਿਕ ਕਾਉਂਸਲ ਦਾ ਪੰਜਾਬੀ ਸਕੂਲ ਹੈ ਉਸ ਦੀਆਂ ਵਧਾਈਆਂ ਭੇਜੀਆਂ ਹਨ ਸਰਦਾਰ ਸਾਡੇ ਗਲੋਬਲ ਪਾਰਸਿਕ ਕਾਉਂਸਲ ਦੇ ਪ੍ਰਧਾਨ ਸਰਦਾਰ ਦਰਸ਼ਨ ਸਿੰਘ ਕਸਬਾ ਅਤੇ ਉੱਥੇ ਜਨਰਲ ਸਕੱਤਰ ਸਾਹਿਬ ਹਰੀ ਸਿੰਘ ਪੋਤੀਵਾਲ, ਚੇਅਰਮੈਨ ਸਾਹਿਬ ਅਮਰੀਕ ਸਿੰਘ ਅਤੇ ਮੀਤ ਚੇਅਰਮੈਨ ਸਾਹਿਬ ਸਰਦਾਰ ਪ੍ਰਿਤਪਾਲ ਸਿੰਘ ਅਤੇ ਮੀਡੀਆ ਸਲਾਹਕਾਰ ਜੋ ਹਰਦੀਪ ਸਿੰਘ ਦਿਗਪਾਲ, ਮੁੱਖ ਸਕੱਤਰ ਸਰਬਜੀਤ ਸਿੰਘ ਲਾਂਡਾ ਅਤੇ ਸਟੇਟ ਸੈਕਟਰੀ ਮੰਗਤਪਾਲ ਸਿੰਘ ਹੁਣੀ ਉਹਨਾਂ ਨੇ ਸਾਨੂੰ ਜੋ ਆਡੀਓ ਕਰਕੇ ਵਧਾਈਆਂ ਭੇਜੀਆਂ ਕਿਉਂਕਿ ਅਸੀਂ ਇੱਥੇ ਪਲੇਨ ਨਹੀਂ ਕਰ ਸਕਦੇ ਕਿਉਂਕਿ ਟਾਈਮ ਬਹੁਤ ਥੋੜ੍ਹਾ ਹੈ। ਸਾਡੇ ਜੋ ਗੋਕਲ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਾਰੇ ਇਹ ਲਿਸਟਾਂ ਵਗੈਰਾ ਬਣਾ ਕੇ ਅਤੇ ਦਿੰਦੇ ਹਨ। ਜੋ ਤੁਸੀਂ ਸਕਰੀਨ 'ਤੇ ਵੀ ਵੀਡੀਓ ਦੇਖ ਰਹੇ ਹੋ ਸਾਰੀਆਂ ਤਾਂ ਨਹੀਂ ਚੱਲਦੀਆਂ ਕਿਉਂਕਿ ਕਈਆਂ ਦੀਆਂ ਅਸੀਂ ਵੀਡੀਓ ਨਹੀਂ ਵੀ ਬਣਾਉਂਦੇ, ਕਈ ਪਰਿਵਾਰ ਫਿਰ ਮਾਈਂਡ ਵੀ ਕਰ ਜਾਂਦੇ ਆ, ਪਰ ਜ਼ਿਆਦਾਤਰ ਅਸੀਂ ਵੀਡੀਓ ਬਣਾਈ ਦੀਆਂ ਕਿਉਂਕਿ ਸੰਗਤ ਨੂੰ ਦੂਸਰੀ ਨੂੰ ਉਤਸ਼ਾਹ ਕਰ ਸਕੀਏ ਜਿਹਦੇ ਨਾਲ ਉਹ ਵੀ ਇਸ ਸੇਵਾ ਲਈ ਅੱਗੇ ਆ ਸਕਣ। ਇਹ ਜ਼ਰੂਰੀ ਨਹੀਂ ਤੁਸੀਂ ਗਲੋਬਲ ਪਾਰਸਿਕ ਕਾਉਂਸਲ ਦੇ ਨਾਲ ਜੁੜਨਾ, ਆਪ ਵੀ ਤੁਸੀਂ ਆਪਣੇ ਪਰਿਵਾਰਾਂ ਦੇ ਲੋੜਵੰਦ ਪਰਿਵਾਰ ਜੋ ਆਪਣੇ ਆਲੇ ਦੁਆਲੇ ਹਨ ਆਪਣੇ ਪਿੰਡਾਂ ਜਾਂ ਸ਼ਹਿਰਾਂ 'ਚ ਜਿੱਥੇ ਵੀ ਹੁੰਦੇ ਹਨ ਆਪ ਆਪਣੇ ਪਰਿਵਾਰਾਂ ਦੀ ਲੋੜਵੰਦ ਲੋਕਾਂ ਦੀ ਉੱਥੇ ਤੁਸੀਂ ਆਪ ਪਰਿਵਾਰਾਂ ਦੀ ਸੇਵਾ ਕਰ ਸਕਦੇ ਹੋ। ਅਤੇ ਇਹ ਸਿਰਫ ਇੱਕ ਉਤਸ਼ਾਹ ਕਰਨ ਦਾ ਅਸੀਂ ਹੌਸਲਾ ਕੀਤਾ ਹੈ ਵੀ ਸੰਗਤ ਨੂੰ ਬਾਕੀ ਨੂੰ ਵੀ ਉਤਸ਼ਾਹ ਕੀਤਾ ਜਾਵੇ। ਹਾਂਜੀ, ਮੈਂ
ਬੇਨਤੀ ਕਰਾਂ ਵੀ ਸਾਡੇ ਜੋ ਸੇਵਾਦਾਰ ਬਹੁਤ ਹੀ ਅਨਮੁੱਲੇ ਸੇਵਾਦਾਰ, ਮੈਂ ਕਹਿੰਦਾ ਹੁੰਦਾ, ਬਹੁਤ ਹੀ ਹਾਰਡ ਵਰਕਿੰਗ, ਬਹੁਤ ਜ਼ਿਆਦਾ ਕੰਮ ਕਰਦੇ ਆ ਸਾਡੇ ਜਨਰਲ ਸਕੱਤਰ ਸਾਹਿਬ ਦਿਲਾਵਰ ਸਿੰਘ ਪੋਤੀਵਾਲ। ਮੈਂ ਬੇਨਤੀ ਕਰਾਂ ਵੀ ਸਰਦਾਰ ਵਾਈਸ ਪ੍ਰਧਾਨ ਸਾਹਿਬ, ਤੁਸੀਂ ਸਰਦਾਰ ਦਿਲਾਵਰ ਸਿੰਘ ਉਹਨਾਂ ਨੂੰ ਪਲੀਜ਼ ਸਰੂਪਾ ਦੇ ਕੇ ਸਨਮਾਨਿਤ ਕਰ ਦਿਓ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ। ਸਾਡੇ ਮੀਤ ਪ੍ਰਧਾਨ ਸਰਦਾਰ ਸਤਪਾਲ ਸਿੰਘ ਜੀ ਕਸਬਾ, ਅਤੇ ਜੋ ਇਹ ਹਰ ਮਹੀਨੇ ਸਰਦਾਰ ਗੁਰਪਾਲ ਸਿੰਘ, ਸਰਦਾਰ ਸਤਪਾਲ ਸਿੰਘ, ਸਾਡੇ ਸਤਿਕਾਰਯੋਗ ਪ੍ਰੀਤਮ ਸਿੰਘ ਪੋਤੀਵਾਲ ਦਾ ਪਰਿਵਾਰ ਜੋ ਹੈ, ਅਤੇ ਸਰਵਨਜੀਤ ਸਿੰਘ ਅਤੇ ਬਲਵੀਰ ਸਿੰਘ, ਲਖਨਪਾਲ, ਸਰਦਾਰ ਵਿਜੇ ਸਿੰਘ ਰਠੌਰ ਹੋਣੀ, ਇਹ ਜੋ ਹਾਂਜੀ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇਹ ਸਾਡੇ ਸਟੇਟ ਸਕੱਤਰ ਸਾਹਿਬ ਸਰਦਾਰ ਰਣਧੀਰ ਸਿੰਘ ਪਾਕੜ ਅਤੇ ਸਰਦਾਰ ਜਨਰਲ ਸਕੱਤਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਦਿਲਾਵਰ ਸਿੰਘ ਪੋਤੀਵਾਲ ਬ੍ਰਿਸਟਲ ਵਾਲੇ, ਅਤੇ ਜੋ ਬਹੁਤ ਅਣਥੱਕ ਮਿਹਨਤ ਕਰਦੇ ਹਨ। ਇਹ ਵਾਹਿਗੁਰੂ ਵੱਲੋਂ ਜੋ ਸਾਨੂੰ ਬਖਸ਼ਿਸ਼ਾਂ ਦਿੰਦੇ ਹਨ, ਵੀ ਸੇਵਾ ਦੇ ਜੋ ਬਖਸ਼ਿਸ਼ ਹੈ ਇਸ ਰੂਪੇ ਨਾਲ ਹੀ ਕੀਤੀ ਜਾਂਦੀ ਹੈ। ਇਸ ਤੋਂ ਜ਼ਿਆਦਾ ਧੰਨਵਾਦ ਕਿਸੇ ਚੀਜ਼ ਨਾਲ ਨਹੀਂ ਹੋ ਸਕਦਾ। ਇਹ ਵਾਹਿਗੁਰੂ ਵੱਲੋਂ ਬਖਸ਼ਿਆ ਸ਼ੁਕਰਾਨਾ ਜੋ ਇਹ ਦੋਨਾਂ ਨੂੰ, ਸਾਡੇ ਜਨਰਲ ਸਕੱਤਰ ਸਰਦਾਰ ਦਿਲਾਵਰ ਸਿੰਘ ਪੋਤੀਵਾਲ ਅਤੇ ਸਾਡੇ ਸਟੇਟ ਸਕੱਤਰ ਸਾਹਿਬ ਸਰਦਾਰ ਰਣਧੀਰ ਸਿੰਘ ਪਾਕੜ ਲੰਡਨ ਤੋਂ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਅਤੇ ਵੀਰ ਜੀ, ਅਤੇ ਮੈਂ ਬੇਨਤੀ ਕਰਾਂ ਸਟੇਟ ਸਕੱਤਰ ਸਾਹਿਬ ਅਤੇ ਜਨਰਲ ਸਕੱਤਰ ਸਾਹਿਬ ਨੇ ਅਗਲਾ ਪ੍ਰੋਗਰਾਮ ਦੱਸਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਲੋਬਲ ਪਾਰਸੀ ਕਾਉਂਸਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਦਾਸ ਨੂੰ ਇਸ ਲਾਇਕ ਸਮਝਿਆ ਅਤੇ ਸਰੋਪੇ ਨਾਲ ਨਵਾਜਿਆ ਹੈ। ਗਲੋਬਲ ਪਾਰਸੀ ਕਾਉਂਸਲ ਦੇ ਜੋ ਅਗਲੇ ਸਪੀਕਰ ਹਨ, ਜਿਨ੍ਹਾਂ ਨੂੰ ਪਾਰਸਿਕ ਬਰਾਦਰੀ ਦਾ ਬਹੁਤ ਹੀ ਗਿਆਨ ਹੈ ਅਤੇ ਆਪਣੇ 5 ਮਿੰਟ ਵਾਸਤੇ ਆਪਣੇ ਵਿਚਾਰ ਰੱਖਣਗੇ, ਸਾਡੇ ਸਤਿਕਾਰਯੋਗ ਸਿੱਖ ਚੈਨਲ ਤੋਂ ਸਰਦਾਰ ਜਗਤਾਰ ਸਿੰਘ ਨੇਜਰ, ਜੋ ਕਿ ਯੂਰਪ ਵਿੱਚ ਜਗ੍ਹਾ ਜਗ੍ਹਾ ਜਾਂਦੇ ਹਨ ਅਤੇ ਹਰ ਤਰ੍ਹਾਂ ਦੇ ਪ੍ਰੋਗਰਾਮ ਕਵਰੇਜ ਕਰਦੇ ਹਨ। ਅਤੇ ਤੁਸੀਂ ਸਪੈਸ਼ਲ ਤੌਰ 'ਤੇ ਜੋ ਇਹ ਪ੍ਰੋਗਰਾਮ ਲਿਖਦੇ ਹਨ ਉਹ ਜ਼ਰੂਰ ਵੇਖਿਆ ਕਰੋ। ਬਹੁਤ ਹੀ ਇੰਟਰਸਟਿੰਗ ਪ੍ਰੋਗਰਾਮ ਹੁੰਦੇ ਹਨ, ਜਿਸ ਤਰ੍ਹਾਂ ਕਿ ਇਹਨਾਂ ਨੇ ਇੱਕ ਅਮਰੀਕਾ ਦਾ ਆਲਮੰਡ ਇੰਡਸਟਰੀ ਦਾ ਪ੍ਰੋਗਰਾਮ ਲਿਖਿਆ ਸੀ। ਯੂਟਿਊਬ 'ਤੇ ਦੇਖੋ ਤਾਂ ਦੇਖ ਕੇ ਦਿਲ ਖੁਸ਼ ਹੋ ਜਾਂਦਾ ਹੈ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਾਡੇ ਸਤਿਕਾਰਯੋਗ ਵੀਰ ਸਰਦਾਰ ਜਗਤਾਰ ਸਿੰਘ ਨਿੱਜਰ ਉਹਨਾਂ ਨੂੰ ਸਟੇਜ 'ਤੇ ਬੁਲਾਉਣਾ ਚਾਹਾਂਗਾ। ਸੋ ਇਸ ਦੇ ਬਾਅਦ ਸਾਡੇ ਹੋਰ ਵੀ ਬੁਲਾ ਰਹੇ ਹਨ, ਉਹਨਾਂ ਵਿੱਚੋਂ ਸਰਦਾਰ ਸਤਨਾਮ ਸਿੰਘ ਰੋਡ, ਜੋ 2 ਮਿੰਟ ਵਾਸਤੇ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਪਣੇ ਦੁਨਿਆਵੀ ਧੰਦਿਆਂ ਨੂੰ ਛੱਡ ਕੇ ਇਸ ਗਲੋਬਲ ਪਾਠ ਕਾਉਂਸਲ ਦਾ ਜੋ ਪਹਿਲਾ ਸਕੂਲ ਵਿਦਿਆ ਵਿਚਾਰੀਤਾ ਪਰਉਪਕਾਰੀ ਜੋ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਨਾਲ ਹੀ ਸ਼ੁਰੂ ਕੀਤਾ ਹੈ, ਉਸ ਦਾ ਅੱਜ ਉਦਘਾਟਨ ਲਈ ਗੁਰੂ ਸਾਧ ਸੰਗਤ ਜੀ ਗੱਜ ਵੱਜ ਕੇ ਬਾਜਾਂ ਵਾਲੀ ਦਿੱਤੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਕਈ ਗੱਲਾਂ ਬੜੀਆਂ ਹੈਰਾਨੀਜਨਕ ਕਰ ਦਿੰਦੀਆਂ। ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਹਰਨ ਭਰਨ ਜਾਂ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ। ਹੋਰ ਅੱਖ ਦੇ ਇਸ਼ਾਰੇ ਨਾਲ ਹੀ ਗੁਰੂ ਪਿਆਰਿਓ ਉਹ ਗਰੀਬ ਨੂੰ, ਰਾਜਾ ਅਤੇ ਰਾਜੇ ਨੂੰ ਗਰੀਬ ਕਰ ਸਕਦਾ। ਸੋ ਗੁਰੂ ਪਿਆਰਿਓ, ਪਹਿਲਾ ਭੱਟ ਮਿਲਾਪ ਜੋ ਪ੍ਰੋਗਰਾਮ ਸੀ ਮੰਜੀ ਸਾਹਿਬ, ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਅਕਾਲ ਤਖਤ ਸਾਰੇ ਹੀ ਕੀਰਤਨ ਦੇ ਸਹਿਯੋਗ ਸਦਕਾ ਅਤੇ ਉੱਥੋਂ ਗੁਰੂ ਦੀ ਬਖਸ਼ਿਸ਼ ਲਈ। ਪਰ ਇੰਨੀ ਜਲਦੀ 2019 ਦੇ ਵਿੱਚ ਜਦੋਂ ਇਹਨਾਂ ਆਪਣੇ ਵੱਡ ਵਡੇਰਿਆਂ ਦਾ ਦਿਹਾੜਾ ਮਨਾਇਆ ਅਤੇ ਉਹਨਾਂ ਨੇ ਇੰਨੀ ਕਿਰਪਾ ਕਰ ਦਿੱਤੀ ਗੁਰੂ ਪਿਆਰਿਓ, ਕਿ ਵੇਖੋ
ਪੂਰੇ ਹੀ ਦੁਨੀਆ ਦੇ ਵਿੱਚ ਜੈ ਜੈਕਾਰ ਹੋ ਰਹੀ ਆ। ਔਰ ਗਰੀਬ ਲੜਕੀਆਂ ਦੇ ਵਿਆਹ, ਸਕੂਲ ਅਤੇ ਸਾਰੀ ਭੱਟ ਬਰਾਦਰੀ ਰਲ ਕੇ ਲੋਕਡਾਊਨ ਜਦੋਂ ਦਾ ਲੱਗਾ, ਗੁਰੂ ਪਿਆਰਾ 2 ਸਾਲ ਤੋਂ ਉੱਪਰ ਹੋ ਗਿਆ, ਨਿਰੰਤਰ ਅਜੇ ਵੀ ਲੰਗਰ ਪੰਜਾਬ ਦੇ ਵਿੱਚ ਚਲਾ ਰਹੇ ਆ। ਕਿਉਂਕਿ ਸੇਵਾਵਾਂ, ਚਾਹੇ ਕੋਈ ਕਥਾ ਕਰਦਾ, ਚਾਹੇ ਕੋਈ ਕੀਰਤਨ ਕਰਦਾ, ਚਾਹੇ ਕੋਈ ਗ੍ਰੰਥੀ ਦੀ ਡਿਊਟੀ ਕਰਦਾ, ਚਾਹੇ ਭਾਟ ਬਰਾਦਰੀ ਜਿਹੜੀਆਂ ਸੇਵਾਵਾਂ ਕਰ ਰਹੇ ਆ, ਚਾਹੇ ਕੋਈ ਭਾਂਡੇ ਧੋਣ ਦੀ ਸੇਵਾ ਕਰਦੇ ਆ, ਚਾਹੇ ਕੋਈ ਲੰਗਰ ਪਕਾਉਣ ਦੀ ਸੇਵਾ ਕਰਦਾ, ਹਾਰੀ ਸਾਰੀ ਨਹੀਂ ਜੇ ਕਰ ਸਕਦਾ। ਕਿੰਨੀਆਂ ਸੰਗਤਾਂ ਗੁਰਦੁਆਰਿਆਂ 'ਚ ਆਉਂਦੀਆਂ, ਇਹ ਸਾਰਾ ਪ੍ਰੋਗਰਾਮ ਦੁਨੀਆ ਵੇਖ ਰਹੀ ਆ। ਮੈਂ ਸਾਰੇ ਗੁਰਦੁਆਰਿਆਂ ਦੀ ਗੱਲ ਕਰਦਾ। ਉਹੀ ਕਰ ਸਕਦੇ ਆ ਸੇਵਾ ਬਰਤਨਾਂ ਦੀ, ਲੰਗਰ ਦੀ। ਮੈਂ ਨਹੀਂ ਕਹਿੰਦਾ, ਜੋ ਬਾਣੀ ਕਹਿੰਦੀ ਆ, ਗੁਰ ਕੀ ਸੇਵਾ ਸੋ ਕਰੇ ਜੇ ਸਾਪ ਕਰਾਵੇ। ਜੇ ਤੋਂ ਗੁਰੂ ਸੇਵਾ ਲੈਂਦਾ ਗੁਰੂ ਪਿਆਰਿਓ, ਹਾਰੀ ਸਾਰੀ ਬੰਦਾ ਨਹੀਂ ਜੇ ਕਰ ਸਕਦਾ। ਪੂਰਬਲੇ ਭਾਗ ਹੁੰਦੇ ਆ, ਇਹ ਵੀ ਬੜੇ ਵੱਡੇ ਭਾਗ ਹੁੰਦੇ ਆ ਜਿਹੜਾ ਸੰਗਤ ਦੇ ਵਿੱਚ ਆਉਣਾ ਗੁਰੂ ਪਿਆਰਿਓ। ਬਿਨਾਂ ਭਾਗਾਂ ਤੋਂ ਸੰਗਤ ਨਹੀਂ ਮਿਲਦੀ। ਸੋ ਮੇਰੇ ਕੋਲ ਕੋਈ ਲਫ਼ਜ਼ ਹੈ ਨਹੀਂ ਇਸ ਭਾਟ ਬਰਾਦਰੀ ਸਾਰੀ ਦਾ ਧੰਨਵਾਦ ਕਰਨ ਦੇ ਵਾਸਤੇ। ਮਾਲਕ ਇਹਨਾਂ 'ਤੇ ਖੁਸ਼ ਆ, ਗੁਰੂ ਨਾਨਕ ਇਹਨਾਂ 'ਤੇ ਖੁਸ਼ ਆ, ਤਾਂ ਹੀ ਇਹ ਸੇਵਾਵਾਂ ਕਰ ਰਹੇ ਆ। ਅਤੇ ਜਦੋਂ ਸੇਵਾਵਾਂ ਕੋਈ ਕਰਦਾ ਕਿਸੇ ਵੀ ਧਰਮ ਦਾ, ਉਹਦੀ ਜੈ ਜੈਕਾਰ ਹੁੰਦੀ ਆ। ਕਿਉਂਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇਹ ਮਾਰਗ ਸੱਚਾ। ਗਰੀਬ ਕੁੜੀਆਂ ਦੇ ਵਿਆਹ ਕਰਨੇ ਕਿਤੇ ਥੋੜ੍ਹੀ ਜਿਹੀ ਗੱਲ ਆ। ਸੋ ਅਰਦਾਸ ਕਰਦੇ ਹਾਂ ਕਿ ਮਾਲਕ ਇਸੇ ਤਰ੍ਹਾਂ ਇਹਨਾਂ ਵੀਰਾਂ ਨੂੰ ਮਾਣ ਬਖਸ਼ੇ, ਸਿਰ 'ਤੇ ਮੇਰੇ ਭਰੇ ਹੱਥ ਰੱਖਦੇ। ਸਾਡੇ ਵੀ ਫਰਜ਼ ਬਣਦੇ ਆ। ਆਪਾਂ ਇਹ ਨਾ ਸੋਚਿਆ ਕਰੀਏ ਭੱਟ ਬਰਾਦਰੀ ਆ, ਇਹ ਲਬਾਣਾ ਬਰਾਦਰੀ ਆ, ਇਹ ਰਾਮਗੜੀਆ ਬਰਾਦਰੀ ਆ। ਮਾਨਸ ਕੀ ਜਾਤ ਸਭ ਇੱਕ ਹੀ ਪਛਾਣ। ਉਹ ਜਿਹੜਾ ਇਨਸਾਨ ਚੰਗਾ ਕੰਮ ਕਰਦਾ ਉਹਦਾ ਸਹਿਯੋਗ ਦਿਆ ਕਰੀਏ। ਸਰਦਾਰ ਦਿਲਾਵਰ ਸਿੰਘ ਜੀ ਹੁਣਾਂ ਮੈਨੂੰ ਇਹ ਪ੍ਰੋਗਰਾਮ ਪਹਿਲਾਂ ਹੀ 3 ਮਹੀਨੇ ਦੱਸ ਦਿੱਤਾ ਸੀ ਕਿ ਸਾਡੇ ਘਰ ਨਾਲ, ਕਿਉਂਕਿ ਸ਼ੌਂਕ ਸੀ ਮਨ ਦੇ ਵਿੱਚ। ਔਰ ਇਹਨਾਂ ਕਿਹਾ, ਮੈਂ ਕਿਹਾ ਸਕੂਲ ਕਿੱਥੇ ਬਣਦਾ, ਅਤੇ ਗਵਾਲੀਅਰ। ਅਤੇ ਮੈਂ ਆਪਾਂ ਗਵਾਲੀਅਰ ਦਾ ਸਕੂਲ ਜਿਹੜਾ ਬਣ ਰਿਹਾ ਉਹ ਆਪਾਂ ਕਵਰ ਕਰੀਏ, ਅਤੇ ਕਿੱਦਾਂ ਹੋ ਸਕਦਾ। ਮੇਰੀ ਇਹਨਾਂ ਨਾਲ ਗੱਲ ਹੋਈ, ਵੇਖੋ ਗੁਰੂ ਦੀ ਹਜ਼ੂਰੀ 'ਚ। ਮੈਂ ਕਿਹਾ ਇਹ ਕੱਲ੍ਹ ਨੂੰ ਹੀ ਹੋ ਜੂ। ਮੈਂ ਕਿਹਾ ਭਾਈ ਦਿਲਾਵਰ ਸਿੰਘ ਜੀ, ਇਹ ਕੱਲ੍ਹ ਨੂੰ ਹੋ ਸਕਦਾ ਜੇ ਗੁਰੂ ਕਿਰਪਾ ਕਰੇ। ਇਹ ਹੈਰਾਨ ਹੋ ਗਏ। ਅਗਲੇ ਦਿਨ ਉੱਥੇ ਮੈਂ ਟੀਮ ਭੇਜਤੀ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਸਕੂਲ ਬਣ ਰਿਹਾ। ਉਹ ਵੀ ਤੁਹਾਨੂੰ ਅਸੀਂ ਦਿਖਾ ਲਾਂਗੇ ਗੁਰੂ ਪਿਆਰਿਓ। ਸੋ ਗੁਰੂ ਜਿਹੜਾ ਵਾ ਕੋਟ ਪੇੜਾ ਚੱਲ ਕੇ ਆਉਂਦਾ, ਜਦੋਂ ਇੱਕ ਪਿੰਡ ਆਪਾਂ ਚੱਲੀਏ ਮਾਰਗ ਸੱਚਾ ਹੋਵੇ। ਸੋ ਗੁਰੂ ਪਿਆਰਿਓ, ਮੈਂ ਇੱਕ ਗੱਲ ਕਰਾਂ ਕਿ ਹਰ ਇੱਕ ਗੁਰਦੁਆਰੇ ਨੇ, ਦੁਨੀਆ ਭਰ ਦੀ ਮੈਂ ਗੱਲ ਕਰਦਾ, ਜਦੋਂ ਦੇ ਗੁਰਦੁਆਰੇ ਬਣੇ ਆ, ਪਹਿਲੀ ਤਾਂ ਗੱਲ ਆ ਕਿ ਗੁਰੂ ਨਾਨਕ ਦਾ ਸਿੱਖ ਬੜੀ ਕਿਰਪਾ ਵਰਲਡ ਦੇ ਕੋਨੇ-ਕੋਨੇ 'ਚ ਫੈਲਿਆ। ਇਹ ਬੜੀ ਦਿਮਾਗ ਦੀ ਗੱਲ ਆ, ਸੋਚਣ ਵਾਲੀ ਗੱਲ ਆ ਕਿ ਕੋਈ ਐਮਬੈਸੀ ਹੋਵੇ, ਚਾਹੇ ਅਮਰੀਕਾ, ਕੈਨੇਡਾ, ਦੁਨੀਆ ਭਰ ਦੀ, ਉਹਦਾ ਇੱਕੋ ਹੀ ਫਲੈਗ ਹੁੰਦਾ। ਅਤੇ ਸਾਡੇ ਗੁਰੂ ਨਾਨਕ ਦੇ ਸਭ ਤੋਂ ਵੱਡਾ ਸਤਿਗੁਰੂ ਨਾਨਕ 370 ਨਿਸ਼ਾਨ ਸਾਹਿਬ ਝੂਲਣ ਡਿਆ ਗੁਰੂ ਨਾਨਕ ਦੇ ਗੁਰਦੁਆਰਿਆਂ 'ਤੇ ਗੁਰੂ ਪਿਆਰਿਓ। ਅਤੇ ਸਿੱਖ ਜਿੱਥੇ ਵੀ ਗਿਆ, ਇਹਨੇ ਕੀ ਕੀਤਾ, ਸਭ ਤੋਂ ਪਹਿਲਾਂ ਇਹਨੇ ਗੁਰੂ ਦਾ ਘਰ ਬਣਾਇਆ। ਬੜੀ ਤਕੜੀ ਗੱਲ ਆ ਗੁਰੂ ਪਿਆਰਿਓ। ਜੋ ਮੰਗੇ ਠਾਕਰ ਆਪਣੇ 'ਤੇ ਸੋਈ ਸੋਈ ਦੇਵੇ। ਮਾਲਕ ਨੇ ਫਿਰ ਕੋਈ ਕਸਰ ਨਹੀਂ ਛੱਡੀ। ਵੱਡੇ ਵੱਡੇ ਘਰ, ਵੱਡੀਆਂ ਵੱਡੀਆਂ ਕਾਰਾਂ, ਵੱਡੇ ਵੱਡੇ ਕਾਰੋਬਾਰ ਦੇ ਦਿੱਤੇ ਆ, ਕਿਉਂਕਿ ਗੁਰੂ ਨਾਲ ਪਿਆਰ ਕਰਦੇ ਆ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਗੁਰੂ ਪਿਆਰਿਓ, ਮੈਂ ਗੱਲ ਕਰ ਰਿਹਾ ਕਿ ਦੁਨੀਆ ਭਰ ਦੇ ਗੁਰਦੁਆਰਿਆਂ 'ਚ ਜਦੋਂ ਦੇ ਗੁਰਦੁਆਰੇ ਬਣੇ ਆ, ਹਰ ਇੱਕ ਗੁਰਦੁਆਰੇ, ਹਰ ਇੱਕ ਪ੍ਰਬੰਧਕ ਕਮੇਟੀ ਨੇ ਕੋਸ਼ਿਸ਼ ਕੀਤੀ ਕਿ ਅਸੀਂ ਚੰਗੇ ਰਾਗੀ ਲਿਆਈਏ, ਚੰਗੇ ਢਾਡੀ ਲਿਆਈਏ, ਚੰਗੇ ਕਥਾਕਾਰ ਲਿਆਈਏ, ਅਤੇ ਲਿਆਂਦੇ ਵੀ। ਪਰ ਕਾਰਨ ਕੀ ਸੀ, ਉਹਨਾਂ ਦੀ ਆਵਾਜ਼ 4 ਦੀਵਾਰੀ ਦੇ ਵਿੱਚ ਬੰਦ ਰਹਿੰਦੀ ਸੀ। ਹੁਣ ਇੱਥੇ TV ਲੱਗਿਆ ਅਤੇ ਵਰਲਡ ਨੇ ਤੁਹਾਡੀ ਆਵਾਜ਼ ਵੇਖਣੀ ਆ ਕਿ ਗਲੋਬਲ ਭੱਟ ਬਰਾਦਰੀ ਨੇ ਪ੍ਰੋਗਰਾਮ ਇੱਥੇ ਕਰਾਇਆ ਸੀ, ਸਾਰੀ ਦੁਨੀਆ ਨੇ ਵੇਖਣਾ। ਇਹ ਆ ਮੀਡੀਆ ਦਾ ਚਮਤਕਾਰ। ਔਰ ਤੁਹਾਨੂੰ ਮੈਂ ਵੀ ਦੱਸਦਾ ਕਿ 10-4 ਮਹੀਨੇ ਲਾ ਕੇ ਆ ਕਿਸਾਨ ਮੋਰਚੇ ਦੇ ਦਿੱਲੀ, ਤੁਸੀਂ ਵੇਖਿਆ ਹੋਣਾ। ਔਰ ਸਾਰੇ ਭਾਰਤ ਦੇ ਮੀਡੀਆ ਨੂੰ, ਵੈਬ ਚੈਨਲਾਂ ਨੂੰ, ਸਿੱਖ ਚੈਨਲ ਨੇ ਫ੍ਰੀ ਫੀਡ ਦਿੱਤੀ। ਅੱਜ ਤੱਕ ਵੀ ਉੱਥੇ ਸਾਡੀਆਂ ਟੀਮਾਂ ਬੈਠੀਆਂ। ਸਾਰੇ ਚੈਨਲ ਧੰਨਵਾਦ ਯੋਗ ਆ। ਜੇ ਕੋਈ ਸਟੇਜ 'ਤੇ ਆਖੇ ਮੈਂ ਚੰਗਾ, ਇਹਦਾ ਮਤਲਬ ਤਾਂ ਇਹੀ ਹੈ ਨਾ, ਕਹਿਣ ਦੀ ਲੋੜ ਨਹੀਂ ਦੂਜੇ ਮਾੜੇ ਆ। ਮੈਂ ਕਹਿੰਦਾ ਸਾਰੇ ਮੀਡੀਆ ਧੰਨਵਾਦ ਯੋਗ ਆ। ਪਰ ਗੁਰੂ ਪਿਆਰੋ, ਜਿਹੜਾ ਜੇਠਾ ਪੁੱਤਰ ਹੁੰਦਾ ਨਾ, ਜਿਹੜਾ ਵੱਡਾ ਪੁੱਤਰ ਹੁੰਦਾ ਕਿਸੇ ਵੀ ਧਰਮ ਦਾ, ਉਹਨੂੰ ਬੜੀ ਕਮਾਈ ਕਰਨੀ ਪੈਂਦੀ ਆ। ਹੱਡ ਭੰਨ ਵੀ, ਪਰ ਹਿੱਸਾ ਸਾਰੇ ਬਰਾਬਰ ਲੈ ਜਾਂਦੇ, ਉਹ ਵੱਖਰੀ ਗੱਲ ਆ। ਪਰ ਜੋ ਘਾਲ ਵੱਡੇ ਪੁੱਤ ਨੇ ਘਾਲੀ ਹੁੰਦੀ ਆ, ਛੋਟੇ ਨਹੀਂ ਘਾਲਦੇ। ਜੋ ਉਹਨੇ ਭੁੱਖਾਂ, ਜੋ ਦੁੱਖ ਸਹਿ ਹੁੰਦੇ ਆ। ਸੋ ਸਿੱਖ ਚੈਨਲ ਵਰਲਡ ਦੇ ਵਿੱਚ ਪੰਜਾਬੀਆਂ ਦਾ ਪਹਿਲਾ ਚੈਨਲ ਆ। ਔਰ ਗੁਰੂ ਪਿਆਰੋ, ਇਹਨੂੰ ਇੱਕ ਇਹ ਵੀ ਮਾਣ ਆ ਕਿ ਹਰ ਇੱਕ ਜਗ੍ਹਾ 'ਤੇ ਪਹਿਲਾਂ ਪਹੁੰਚਦਾ, ਹਰ ਇੱਕ ਜਗ੍ਹਾ 'ਤੇ। ਆਪਾਂ 350 ਸਾਲਾ ਗੁਰੂ ਗੋਬਿੰਦ ਸਿੰਘ ਦਾ ਮਨਾਇਆ, ਖੁਦ ਸਾਡੀਆਂ ਟੀਮਾਂ ਪਟਨਾ ਸਾਹਿਬ ਗਈਆਂ। ਫਿਰ ਗੁਰੂ ਪਿਆਰਿਓ, ਆਪਾਂ ਗੁਰੂ ਨਾਨਕ ਸਾਹਿਬ ਦਾ 550 ਸਾਲਾ ਮਨਾਇਆ ਇਟਲੀ ਦੇ ਵਿੱਚ, ਮਾਨਤੋਵਾ ਦੇ ਵਿੱਚ। ਫਿਰ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਕੇ ਹਟਿਆ। ਹੁਣ ਪਿਛਲੇ ਦਿਨੀ
ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੰਦੀ ਛੋੜ ਆਪਾਂ ਮਨਾਇਆ ਵਾ ਗਵਾਲੀਅਰ ਦੇ ਕਿਲ੍ਹੇ ਵਿੱਚ, ਜਿੱਥੇ ਗਲੋਬਲ ਭੱਟ ਕੌਂਸਲ ਨੇ ਪਹਿਲਾ ਸਕੂਲ ਬਣਾਇਆ। ਔਰ ਮੈਂ ਵੀ ਪੜ੍ਹਦਾ ਸੁਣਦਾ ਹਾਂ ਕਿ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਨੇ 52 ਰਾਜ ਛੁਡਾਏ। ਪਰ ਤੁਹਾਨੂੰ ਉਹ ਦਿਖਾ ਦਿੱਤੇ ਸਿੱਖ ਚੈਨਲ ਲਾਈਵ, ਉਹ ਪਿੱਲਰ ਜਿੱਦਾਂ ਪਿੱਲਰ ਆ ਗੁਰਦੁਆਰੇ, ਪਿੱਲਰ ਜਿਹੜੇ 52 ਸੀ ਜਿਨ੍ਹਾਂ ਨਾਲ ਰਾਜੇ ਬੱਧੇ ਸੀ, ਉੱਥੇ ਉਹ ਲੰਗਰ ਹਾਲ ਦਿਖਾਲੇ, ਦੀਵਾਨ ਹਾਲ ਦਿਖਾਲੇ। ਗੁਰੂ ਪਿਆਰੋ ਨਾਲ ਜਿਹੜਾ ਗਲੋਬਲ ਭੱਟ ਬਰਾਦਰੀ ਨੇ ਉੱਥੇ ਸਕੂਲ ਬਣਾਇਆ ਉਹ ਵੀ ਦਿਖਾ ਲਿਆ, ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦਿਖਾਲਾਂਗੇ। ਸੋ ਸਿੱਖ ਚੈਨਲ ਕੌਮ ਲਈ ਕੰਮ ਕਰ ਰਿਹਾ, ਕੋਈ ਨੱਚਣ ਟੱਪਣ ਵਾਲੇ ਪ੍ਰੋਗਰਾਮ ਨਹੀਂ, ਕਿਉਂਕਿ ਜੇ ਅਸੀਂ ਸੰਗਤ ਆ ਅਤੇ ਤੈਸੀ ਰੰਗਤ ਆ। ਪਹਿਲਾਂ ਕੀ ਹੁੰਦਾ ਸੀ, 79 ਦਾ ਘਰੋਂ ਨਿਕਲਿਆ 1979 ਦਾ, ਛੋਟੀ ਉਮਰ 'ਚ ਜਦੋਂ ਕੋਈ ਪਾਰਟੀ ਹੋਣੀ ਅਤੇ ਭੈਣਾਂ ਨੇ ਕਹਿਣਾ ਤੇਰਾ ਮਾਮਾ ਆ ਡਿਸਕੋ ਡਾਂਸ ਕਰਕੇ ਵਿਖਾਲ, ਨੱਚ ਕੇ ਵਿਖਾਲ। ਹੁਣ ਜਦੋਂ ਤੇ ਕਿਸੇ ਦਾ ਜਨਮ ਦਿਨ ਹੁੰਦਾ, ਹੁਣ ਜਾਂਦੇ ਮਾਮੇ ਚਾਚੇ ਤਾਏ ਫੁੱਫੜ ਭੈਣਾਂ ਉਹੀ ਆ ਕਹਿੰਦੀਆਂ ਤੇਰਾ ਮਾਮਾ ਆਇਆ, ਤੇਰਾ ਫੁੱਫੜ ਆਇਆ, ਤੇਰਾ ਚਾਚਾ ਆਇਆ, ਪੁੱਤ ਮੂਲ ਮੰਤਰ ਦਾ ਪਾਠ ਪੜ੍ਹ ਕੇ ਸੁਣਾ, 10 ਗੁਰੂਆਂ ਦੇ ਨਾਂ ਸੁਣਾ। ਇਹ ਕਾਰਨ ਕੀ ਆ? ਕਾਰਨ ਸਿੱਖ ਚੈਨਲ ਹੈ ਗੁਰੂ ਪਿਆਰਿਓ। ਜਦੋਂ ਸਾਡੇ ਕੋਲ ਕੋਈ ਚੈਨਲ ਹੀ ਨਹੀਂ ਸੀਗਾ ਅਤੇ ਮੁੰਡੇ ਬੱਚਿਆਂ ਨੇ ਕੀ ਕਰਨਾ? ਸੋ ਸਿੱਖੀ ਨੂੰ ਪ੍ਰਫੁੱਲਤ ਕੀਤਾ। ਇੱਕ ਨਹੀਂ, 100 ਨਹੀਂ, ਹਜ਼ਾਰਾਂ ਹੀ ਸਿੱਖ ਗੁਰੂ ਦੇ ਲੜ ਲੱਗ ਗਏ ਸਿੱਖ ਚੈਨਲ ਨੂੰ ਵੇਖ ਕੇ। ਇਹ ਸਿੱਖ ਚੈਨਲ ਦੀ ਦੇਣ ਆ। ਕਹਿਣ ਦਾ ਮਤਲਬ ਆ ਕਿ ਇਹ 20 ਰੁਪਈਆਂ ਦਾ ਜਿਹੜਾ ਸੱਚਾ ਸੌਦਾ ਕੀਤਾ ਗੁਰੂ ਨਾਨਕ ਨੇ, ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਪਵੇ ਵੱਧ ਜਾਈ, ਆਪਣਾ ਦਸਵੰਧ ਕੱਢਿਆ ਕਰੋ, ਸਿੱਖ ਚੈਨਲ 'ਤੇ ਵੱਧ ਤੋਂ ਵੱਧ ਡੈਬਿਟ ਭਰਾਇਆ ਕਰੋ, ਸਿੱਖ ਚੈਨਲ ਦੀ ਸਪੋਰਟ ਕਰਿਆ ਕਰੋ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਗਵਾਲੀਅਰ ਦੇ ਸੇਵਾ ਨਗਰ ਦੇ ਵਿੱਚ ਇਸ ਵੇਲੇ ਖੜ੍ਹੇ ਹਾਂ, ਨੂਰਗੰਜ ਇਲਾਕੇ ਦੇ ਵਿੱਚ, ਜਿੱਥੇ ਕਿ ਗਲੋਬਲ ਭਾਟ ਸਿੱਖ ਕੌਂਸਲ UK ਦੇ ਵੱਲੋਂ ਇੱਥੇ ਇੱਕ ਪੰਜਾਬੀ ਸਕੂਲ ਜਿਹੜਾ ਆ ਉਹ ਚਲਾਇਆ ਜਾ ਰਿਹਾ ਆ। ਅਸੀਂ ਗੱਲ ਕਰਦੇ ਹਾਂ ਜਦੋਂ ਵੀ ਪੰਜਾਬ ਦੇ ਵਿੱਚ ਬੈਠੇ ਕਿ ਜਿਹੜੇ ਨੌਜਵਾਨ ਨੇ ਜਾਂ ਕੋਈ ਬੱਚੇ ਨੇ ਜਿਹੜੇ ਉਹਨਾਂ ਨੂੰ ਪੰਜਾਬੀ ਸਿਖਾਉਣੀ ਜਿਹੜੀ ਆ ਉਹ ਬੇਹੱਦ ਜ਼ਰੂਰੀ ਆ। ਅੱਜ ਗੱਲ ਕਰੀਏ ਵਿਦੇਸ਼ਾਂ ਦੇ ਵਿੱਚ ਵੀ ਪੰਜਾਬੀ ਸਕੂਲ ਜਿਹੜੇ ਆ ਉਹ ਖੁੱਲ੍ਹੇ ਹੋਏ ਆ, ਪਰ ਕਿਤੇ ਨਾ ਕਿਤੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਪੰਜਾਬ ਤੋਂ ਬਾਹਰ ਦੀਆਂ ਜਿਹੜੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ ਅਤੇ ਬੱਚੇ ਜਿਹੜੇ ਆ ਉਹ ਪੰਜਾਬੀ ਤੋਂ ਬਿਨਾਂ ਗੁਰਬਾਣੀ ਜਿਹੜੀ ਆ ਉਹ ਨਹੀਂ ਪੜ੍ਹ ਸਕਦੇ, ਗੁਰਮੁਖੀ ਜਿਹੜੀ ਆ ਉਹ ਨਹੀਂ ਪੜ੍ਹ ਸਕਦੇ। ਸੋ ਇਸ ਕਰਕੇ ਸਾਨੂੰ ਕਿਤੇ ਨਾ ਕਿਤੇ ਇਹ ਜਿਹੜੇ ਇਲਾਕੇ, ਜਿਵੇਂ ਇਸ ਤਰ੍ਹਾਂ ਦੇ ਇਲਾਕੇ, ਜਿਹੜਾ ਇਹ ਇਲਾਕਾ ਆ ਨੂਰਗੰਜ ਸੇਵਾ ਨਗਰ ਦੇ ਵਿੱਚ, ਇਹ ਸਾਰਾ ਇਲਾਕਾ ਜਿਹੜਾ ਆ ਉਹ ਸਿੱਖ ਪਰਿਵਾਰਾਂ ਦਾ ਇਲਾਕਾ, ਸਿੱਖ ਹੀ ਇੱਥੇ ਜਿਹੜੇ ਰਹਿੰਦੇ ਆ, ਪਰ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ। ਪੰਜਾਬੀ ਬੋਲਦੇ ਜ਼ਰੂਰ ਆ, ਲਿਖਣੀ ਨਹੀਂ ਆਉਂਦੀ, ਪੜ੍ਹਨੀ ਨਹੀਂ ਆਉਂਦੀ। ਬੋਲ ਜਿਹੜੇ ਆ ਥੋੜ੍ਹੀ ਬਹੁਤੀ ਲੈਂਦੇ ਆ। ਅਤੇ ਇਹ ਸਾਰਾ ਹੀ ਜਿਹੜਾ ਇਲਾਕਾ ਆ, ਇਹ ਸਾਰਾ ਹੀ ਕਹਿ ਲਿਆ ਜਾਵੇ ਕਿ ਸਲਮ ਏਰੀਆ ਆ। ਇੱਥੇ ਕਾਫੀ ਗਰੀਬ ਪਰਿਵਾਰ ਜਿਹੜੇ ਆ ਰਹਿੰਦੇ ਆ। ਘਰ ਵੀ ਇਹਨਾਂ ਦੇ ਜਿਹੜੇ ਆ ਉਹ ਕੱਚੀਆਂ ਕੰਧਾਂ, ਇਹ ਤੁਸੀਂ ਦੇਖ ਵੀ ਸਕਦੇ ਹੋ ਇੱਧਰਲੇ ਪਾਸੇ ਕਿ ਕਿੱਦਾਂ ਲੇ ਜਿਹੜੇ ਆ ਉਹ ਲਾਏ ਆ। ਇਸ ਤਰੀਕੇ ਨਾਲ ਆਪਣਾ ਜੀਵਨ, ਮਤਲਬ ਕਿ ਰੋਟੀ ਦਾ ਗੁਜ਼ਾਰਾ ਮਸਾਂ ਕਰਦੇ ਆ। ਸਕੂਲਾਂ ਤੱਕ ਨਿਆਣੇ ਸਰਕਾਰੀ ਸਕੂਲਾਂ ਤੱਕ ਪਹੁੰਚਦੇ ਤਾਂ ਜ਼ਰੂਰ ਆ, ਪਰ ਉਹਨਾਂ ਸਕੂਲਾਂ ਦੇ ਵਿੱਚ ਕਿਤੇ ਨਾ ਕਿਤੇ ਪੰਜਾਬੀ ਤੋਂ ਸੱਖਣੇ ਜਿਹੜੇ ਆ ਉਹ ਰਹਿ ਜਾਂਦੇ ਆ। ਪਰ ਕਈ ਪਰਿਵਾਰ ਇਸ ਗੱਲ ਨੂੰ ਲੈ ਕੇ ਚਿੰਤਾ ਦੇ ਵਿੱਚ ਵੀ ਆਉਂਦੇ ਆ ਕਿ ਗੁਟਕਾ ਸਾਹਿਬ ਤੋਂ ਗੁਰਬਾਣੀ ਜਿਹੜੀ ਆ ਉਹ ਬੱਚੇ ਕਿਵੇਂ ਪੜ੍ਹਨਗੇ, ਕਿਉਂਕਿ ਜੇਕਰ ਇਹਨਾਂ ਨੂੰ ਪੰਜਾਬੀ ਜਿਹੜੀ ਆ ਉਹ ਨਹੀਂ ਪੜ੍ਹਨੀ ਆਉਂਦੀ। ਤਾਂ ਇੱਥੇ ਗਲੋਬਲ ਭਾਟ ਸਿੱਖ ਕੌਂਸਲ ਦੇ ਵੱਲੋਂ ਇੱਕ ਬੜਾ ਹੀ ਅੱਛਾ ਉਪਰਾਲਾ ਜਿਹੜਾ ਆ ਉਹ ਇਸ ਇਲਾਕੇ ਦੇ ਵਿੱਚ ਕੀਤਾ ਗਿਆ। ਇੱਥੇ ਸਾਡੀ ਭੈਣ ਆ ਲక్ష్ਮੀ ਕੌਰ, ਉਹਨਾਂ ਦੀ ਇਹ ਜਿਹੜੀ ਘਰ ਆ, ਜਗ੍ਹਾ ਆ, ਉਹਦੇ ਵਿੱਚ ਹੀ ਇੱਕ ਸਕੂਲ ਜਿਹੜਾ ਆ ਉਹ ਬਣਾਇਆ ਗਿਆ ਆ ਗਲੋਬਲ ਭਾਟ ਸਿੱਖ ਕੌਂਸਲ ਦੇ ਸਹਿਯੋਗ ਦੇ ਨਾਲ। ਇਸ 'ਤੇ ਅਸੀਂ ਅੰਦਰ ਚੱਲਾਂਗੇ ਅਤੇ ਅੰਦਰ ਚੱਲ ਕੇ ਵੀ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਵੇਂ ਇੱਥੇ ਜਿਹੜਾ ਆ ਉਹ ਕੰਸਟਰਕਸ਼ਨ ਜਿਹੜੀ ਆ ਉਹ ਚੱਲ ਰਹੀ ਆ। ਇੱਥੇ ਜਿਹੜੇ ਕਮਰੇ ਆ ਉਹ ਤਿਆਰ ਕੀਤੇ ਜਾ ਰਹੇ ਆ। ਇੱਥੇ 3 ਕਮਰੇ ਜਿਹੜੇ ਆ ਉਹ ਬਣਾਏ ਗਏ ਆ। ਅਜੇ ਵੀ ਕੰਮ ਜਿਹੜਾ ਆ ਉਹ ਚੱਲ ਰਿਹਾ ਆ। ਜਿਹੜਾ ਇੱਥੇ ਲੈਂਟਰ ਆ ਉਹ ਪਾਇਆ ਗਿਆ ਆ। ਅਤੇ ਇੱਥੇ ਇਹ ਸਪੈਸ਼ਲ ਜਿਹੜਾ ਆ ਉਹ ਇਸੇ ਕਰਕੇ ਗਲੋਬਲ ਭਾਟ ਸਿੱਖ ਕੌਂਸਲ ਦੇ ਵੱਲੋਂ ਕੀਤਾ ਗਿਆ ਆ ਕਿ ਇੱਥੇ ਇੱਕ ਪੰਜਾਬੀ ਸਕੂਲ ਜਿਹੜਾ ਆ ਉਹ ਬਣ ਸਕੇ, ਤਾਂ ਜੋ ਜਿਹੜਾ ਪੰਜਾਬੀ ਸਕੂਲ ਆ ਉੱਥੋਂ ਬੱਚੇ ਜਿਹੜੇ ਆ ਉਹ ਪੰਜਾਬੀ ਜਿਹੜੀ ਆ ਉਹ ਸਿੱਖਣ ਅਤੇ ਜਿਹੜਾ ਆ ਉਹ ਗੁਰਬਾਣੀ ਵੀ ਜਿਹੜੀ ਆ ਉਹ ਪੜ੍ਹ ਸਕਣ। ਅਤੇ
ਅੱਗੇ ਚੱਲ ਕੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਪਰੇਸ਼ਾਨੀ ਜਿਹੜੀ ਆ ਨਾ ਆਵੇ। ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਬਿਲਡਿੰਗ ਬਣ ਰਹੀ ਆ ਇੱਥੇ ਅਜੇ ਬੱਲੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ, ਲੈਂਟਰ ਜਿਹੜਾ ਆ ਜੇ ਉਹ ਖੁੱਲ੍ਹਣਾ ਆ। ਸੋ ਇਸ ਤਰੀਕੇ ਦੇ ਨਾਲ ਜਿਹੜਾ ਇਹ ਸਾਰਾ ਉਪਰਾਲਾ ਜਿਹੜਾ ਉਹ ਸੰਗਤ ਦੇ ਸਹਿਯੋਗ ਦੇ ਨਾਲ ਜਿਹੜੇ ਡੋਨੇਸ਼ਨ ਦਿੰਦੇ ਆ ਬਾਹਰੋਂ ਵੀਰ, ਉਹਨਾਂ ਦੇ ਸਹਿਯੋਗ ਦੇ ਨਾਲ ਇਹ ਪੰਜਾਬੀ ਸਕੂਲ ਜਿਹੜਾ ਉਹ ਗਵਾਲੀਅਰ ਦੇ ਵਿੱਚ ਜਿਹੜਾ ਆ ਉਹ ਚਲਾਇਆ ਜਾ ਰਿਹਾ ਆ। ਹੁਣ ਜਿਹੜਾ ਆ ਉਹ ਇੱਕ ਰੂਮ ਦੇ ਵਿੱਚ ਜਿਹੜਾ ਇਹਨਾਂ ਨੇ ਥੋੜ੍ਹੀ ਜਗ੍ਹਾ ਜਿਹੜੀ ਉਹ ਬਣਾ ਕੇ ਬੱਚਿਆਂ ਨੂੰ ਜਿਹੜਾ ਆ ਉਹ ਬੁਲਾਇਆ। ਤੁਸੀਂ ਦੇਖ ਸਕਦੇ ਹੋ ਇੱਥੇ ਅੰਦਰ ਵੀ ਕਿ ਬੱਚੇ ਜਿਹੜੇ ਆ ਉਹ ਇੱਥੇ ਬੈਠੇ ਹੋਏ ਆ ਇਸ ਵੇਲੇ। ਅਤੇ ਅਸੀਂ ਗੱਲਬਾਤ ਜਿਹੜੀ ਆ ਉਹ ਵੀ ਕਰਾਂਗੇ ਕਿ ਬੱਚਿਆਂ ਨੇ ਹੁਣ ਤੱਕ ਕੀ ਕੁਛ ਜਿਹੜਾ ਆ ਉਹ ਸਿੱਖਿਆ ਆ ਅਤੇ ਕਿੰਨੇ ਚਿਰ ਤੋਂ ਜਿਹੜੇ ਆ ਉਹ ਆ ਰਹੇ ਆ। 8 ਮਹੀਨੇ ਤੋਂ ਜਿਹੜਾ ਆ ਲਗਭਗ ਇਹ ਸਕੂਲ ਜਿਹੜਾ ਆ ਉਹ ਚੱਲ ਰਿਹਾ ਆ, ਜਿਹਦੇ ਵਿੱਚ ਇਹ ਬੱਚੇ ਜਿਹੜੇ ਪਹੁੰਚ ਕੇ ਇੱਥੇ ਪੰਜਾਬੀ ਜਿਹੜੀ ਆ ਉਹ ਸਿੱਖਦੇ। ਇੱਥੇ ਇੱਕ ਟੀਚਰ ਜਿਹੜੇ ਆ ਉਹ ਵੀ ਅਰੇਂਜ ਕੀਤੇ ਗਏ ਨੇ। ਗਲੋਬਲ ਭਾਰਤ ਸਿੱਖ ਕੌਂਸਲ ਜਿਹੜੀ ਆ ਉਹਦੇ ਵੱਲੋਂ ਸਾਰਾ ਹੀ ਉਪਰਾਲਾ ਜਿਹੜਾ ਆ ਉਹ ਕੀਤਾ ਜਾ ਰਿਹਾ। ਅਸੀਂ ਸਭ ਤੋਂ ਪਹਿਲਾਂ ਜਿਹੜੀ ਗੱਲ ਆ ਉਹ ਅਸੀਂ ਕਰਾਂਗੇ ਭੈਣ ਲక్ష్ਮੀ ਕੌਰ ਹੋਰਾਂ ਦੇ ਨਾਲ ਅਤੇ ਉਹਨਾਂ ਤੋਂ ਜਾਣਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਕੂਲ ਜਿਹੜਾ ਆ ਉਹ ਕਦੋਂ ਤੋਂ ਚੱਲ ਰਿਹਾ ਆ ਅਤੇ ਕਿਵੇਂ ਇਹ ਸਾਰਾ ਜਿਹੜਾ ਸਕੂਲ ਦੀ ਬਿਲਡਿੰਗ ਬਣਾਉਣ ਦਾ ਜਾਂ ਇੱਥੇ ਬੱਚਿਆਂ ਨੂੰ ਕੀ ਮੁਸ਼ਕਿਲ ਆ ਰਹੀ ਸੀ, ਜਿਸ ਨੂੰ ਲੈ ਕੇ ਪੰਜਾਬੀ ਸਕੂਲ ਜਿਹੜਾ ਖਾਸ ਤੌਰ ਦੇ ਉੱਤੇ ਸ਼ੁਰੂ ਕਰਨ ਦੀ ਗੱਲ ਚੱਲੀ? ਇਹ ਪੰਜਾਬੀ ਸਕੂਲ ਗਲੋਬਲ ਭਾਰਤ ਸਿੱਖ ਕਾਉਂਸਲ ਦੇ ਤਰਫੋਂ ਇਹ ਸਕੂਲ ਚਲਾਇਆ ਜਾ ਰਿਹਾ ਵੇ। ਗਲੋਬਲ ਭਾਰਤ ਸਿੱਖ ਕਾਉਂਸਲ ਦੇ ਜੋ ਵੀ ਸਾਰੇ ਮੈਂਬਰ ਹੈਗੇ ਨੇ, ਉਹਨਾਂ ਨੇ ਇਹ ਸਕੂਲ ਦੀ ਸ਼ੁਰੂਆਤ ਕੀਤੀ ਸੀ 8 ਮਹੀਨੇ ਤੋਂ। ਜੋ 8 ਮਹੀਨੇ ਤੋਂ ਇਹ ਸਕੂਲ ਦੀ ਸ਼ੁਰੂਆਤ ਅਸੀਂ ਇੱਥੇ ਕੀਤੀ ਅਤੇ ਫਿਰ ਉਹਨਾਂ ਨੇ ਗਲੋਬਲ ਭਾਰਤ ਸਿੱਖ ਕਾਉਂਸਲ ਇਹਨਾਂ ਨੂੰ ਬੱਚਿਆਂ ਨੂੰ ਡਰੈਸਾਂ, ਕਾਪੀਆਂ, ਕਿਤਾਬਾਂ ਔਰ ਲੰਗਰ ਵੀ ਇੱਥੇ ਬੱਚਿਆਂ ਨੂੰ ਛਕਾਇਆ ਜਾਂਦਾ ਵੇ। ਜੋ ਹੈ ਬੱਚਿਆਂ ਵਾਸਤੇ ਲੰਗਰ ਵੀ ਤਿਆਰ ਕੀਤਾ ਜਾਂਦਾ ਹੈ ਅਤੇ ਨਾ ਜੋ ਕੁਛ ਜੋ ਵੀ ਅੱਜ ਸਭ ਕੁਛ ਗਲੋਬਲ ਭਾਰਤ ਸਿੱਖ ਕਾਉਂਸਲ ਦੀ ਉਹ ਕਰ ਰਹੇ ਨੇ। ਅਤੇ ਇੱਥੇ ਬੱਚਿਆਂ ਨੂੰ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਸੀ। 30 ਤੋਂ 35 ਬੱਚੇ ਇੱਥੇ ਆਉਂਦੇ ਸਨ। ਫਿਰ ਗਲੋਬਲ ਭਾਰਤ ਸਿੱਖ ਕਾਉਂਸਲ ਨੇ ਉਹਨਾਂ ਨੇ ਉਹ ਕੀਤਾ ਕਿ ਇਮਾਰਤ ਬਿਲਡਿੰਗ ਤਿਆਰ ਕੀਤੀ ਜਾਏ ਅਤੇ ਬਣਾਈ ਜਾਏ। ਅਤੇ ਉਹਨਾਂ ਨੇ 3 ਮਹੀਨਿਆਂ ਤੋਂ ਇਹ ਬਿਲਡਿੰਗ ਇਮਾਰਤ ਤਿਆਰ ਕੀਤੀ ਹੈ, ਜਿਸ 'ਚ 3 ਕਮਰੇ ਨੇ ਔਰ ਕਿਚਨ ਬਣਾਈ ਹੈ। ਜੋ ਗਲੋਬਲ ਭਾਰਤ ਸਿੱਖ ਕਾਉਂਸਲ ਦੀ ਤਰਫੋਂ ਇਹ ਸਭ ਇੰਨਾ ਕੰਮ ਕੀਤਾ ਗਿਆ ਵੇ। ਤੁਹਾਨੂੰ ਖੁਦ ਨੂੰ ਵੀ ਪੰਜਾਬੀ ਜਿਹੜੀ ਤੁਸੀਂ ਦੱਸ ਰਹੇ ਸੀ ਕਿ ਨਹੀਂ ਆਉਂਦੀ? ਨਹੀਂ, ਸਾਨੂੰ ਪੰਜਾਬੀ ਨਹੀਂ ਆਉਂਦੀ। ਬੱਚੇ ਜਿਹੜੇ ਸਾਰੇ ਆ ਘਰਾਂ 'ਚ ਬੋਲ ਲੈਂਦੇ ਆ ਪੰਜਾਬੀ? ਹਾਂ, ਪੰਜਾਬੀ ਅਸੀਂ ਵੀ ਬੋਲ ਲੈਂਦੇ ਹਾਂ। ਪੰਜਾਬੀ ਬੋਲਣੀ ਆਉਂਦੀ ਹੈ, ਪੜ੍ਹਨੀ ਨਹੀਂ ਆਉਂਦੀ। ਪੜ੍ਹਨੀ ਤੇ ਲਿਖਣੀ ਨਹੀਂ ਆਉਂਦੀ? ਪੜ੍ਹਨੀ ਤੇ ਲਿਖਣੀ ਨਹੀਂ ਆਉਂਦੀ, ਕਿਉਂਕਿ ਇੱਥੇ ਕੋਈ ਪੰਜਾਬੀ ਸਕੂਲ ਨਹੀਂ ਹੈਗਾ ਸੀ। ਅਤੇ ਉਹ ਫਿਰ ਅਸੀਂ ਉਹਨਾਂ ਨੂੰ ਉਪਰਾਲਾ ਗਲੋਬਲ ਭਾਰਤ ਸਿੱਖ ਕਾਉਂਸਲ ਨੇ ਕੀਤਾ ਕਿ ਸਾਡੀ ਮਾਂ ਬੋਲੀ ਬਹੁਤ ਪਿੱਛੇ ਹੈਗੀ ਏ, ਅਤੇ ਉਹਨਾਂ ਨੇ ਕਿਹਾ ਕਿ ਨਹੀਂ, ਅਸੀਂ ਆਪਣੀ ਸਿੱਖੀ ਨੂੰ ਅੱਗੇ ਲੈ ਕੇ ਜਾਣਾ ਹੈ ਅਤੇ ਅਸੀਂ ਇਹ ਸਕੂਲ ਨੂੰ ਅਸੀਂ ਇੱਥੇ ਸਕੂਲ ਖੋਲ੍ਹਣੇ ਆ ਬੱਚਿਆਂ ਵਾਸਤੇ। ਇਹ ਬੱਚੇ ਜਿਹੜੇ ਆ ਤੁਸੀਂ ਇਹਨਾਂ ਨੂੰ ਜਿਵੇਂ ਕਿਸੇ ਹੋਰ ਸਕੂਲ ਵੀ ਜਾਂਦੇ ਆ ਇੱਥੇ ਜਿੱਥੇ ਬਾਕੀ ਸਬਜੈਕਟ ਪੜ੍ਹਦੇ ਆ? ਹਾਂ, ਇੰਗਲਿਸ਼ ਮੀਡੀਅਮ ਦੇ ਸਕੂਲ 'ਚ ਜਾਂਦੇ ਨੇ ਅਤੇ ਬਹੁਤ ਹੀ ਜਲਦ ਇੱਥੇ ਇੰਗਲਿਸ਼ ਦਾ ਹੋਰ ਹਿੰਦੀ ਦਾ ਵੀ ਸਕੂਲ ਖੋਲ੍ਹਿਆ ਜਾਏਗਾ। ਉਹ ਵੀ ਗਲੋਬਲ ਭਾਰਤ ਸਿੱਖ ਕਾਉਂਸਲ ਉਪਰਾਲਾ ਕਰ ਰਹੀ ਹੈ, ਤਾਂ ਇਹ ਸਕੂਲ ਖੋਲ੍ਹਿਆ ਜਾਏਗਾ। ਇਹ ਫਿਰ ਹੁਣ ਬੱਚੇ ਜਿਹੜੇ ਆ ਇਹ ਸ਼ਾਮ ਨੂੰ ਇੱਥੇ ਆਉਂਦੇ ਆ ਫਿਰ ਤੁਹਾਡੇ ਕੋਲ ਪੰਜਾਬੀ ਪੜ੍ਹਨ ਵਾਸਤੇ, ਕਿਉਂਕਿ ਸਵੇਰ ਵੇਲੇ ਤਾਂ ਇਹ ਆਪਣੇ ਸਕੂਲ ਜਾਂਦੇ ਹੋਣਗੇ ਦੂਸਰੇ? ਹਾਂ, ਸਕੂਲ ਜਾਂਦੇ ਸਨ, ਪਰ ਪਹਿਲ ਕਦੀ ਸਵੇਰੇ ਪੜ੍ਹਾ ਲੈਂਦੇ ਹਾਂ, ਸ਼ਾਮਾਂ ਨੂੰ ਵੀ ਪੜ੍ਹਾ ਲੈਂਦੇ। ਜਿਸ ਤਰ੍ਹਾਂ ਬੱਚੇ ਸਕੂਲ ਜਾਂਦੇ ਨੇ ਉਸ ਤਰ੍ਹਾਂ ਇਹਨਾਂ ਦਾ ਟਾਈਮ ਚੇਂਜ ਕਰ ਦਿੰਦੇ ਹਾਂ ਜੀ। ਅਤੇ ਤੁਹਾਡੇ ਕੋਲ ਇੱਥੇ ਟੀਚਰ ਜਿਹੜੇ ਆ ਉਹ ਬੱਚਿਆਂ ਦੀ ਕਿੰਨੀ ਸਟਰੈਂਥ ਹੈਗੀ, ਕਿੰਨੇ ਬੱਚੇ ਆ ਜੀ? ਬੱਚੇ ਟੀਚਰ 30 ਤੋਂ 35 ਬੱਚਿਆਂ ਨੂੰ ਪੜ੍ਹਾਉਂਦੀ ਹੈ। ਅੱਛਾ ਜੀ। ਜੀ, ਸੋ ਸਾਡੇ ਨਾਲ ਇਹਨਾਂ ਬੱਚਿਆਂ ਦੇ ਟੀਚਰ ਜਿਹੜੇ ਆ ਉਹ ਵੀ ਹੈਗੇ ਨੇ। ਇੱਥੇ ਆ ਜਾਓ ਤੁਸੀਂ ਅਤੇ ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਆ ਉਹ ਕਰ ਲੈਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹੈ ਜੀ ਰਾਜ ਕੌਰ ਜੀ। ਤੁਸੀਂ ਪੰਜਾਬੀ ਪੜ੍ਹਾਉਂਦੇ ਹੋ ਨਾ? ਹਾਂਜੀ। ਅਤੇ ਕਿੰਨੇ ਚਿਰ ਤੋਂ ਪੜ੍ਹਾ ਰਹੇ ਹੋ ਅਤੇ ਬੱਚਿਆਂ ਦਾ ਕਿਵੇਂ ਦਾ ਰਿਸਪੌਂਸ ਹੈ ਅਤੇ ਕਿੰਨਾ ਕੁ ਬੱਚਿਆਂ ਨੇ ਹੁਣ ਤੱਕ ਸਿੱਖ ਲਿਆ ਹੈ? ਜੀ 8 ਮਹੀਨੇ ਤੋਂ ਆਪਾਂ ਸਕੂਲ ਸ਼ੁਰੂ ਕੀਤਾ ਹੈ ਜੀ। ਅਤੇ 8 ਮਹੀਨੇ ਤੋਂ ਫਿਰ ਵਿੱਚ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨੂੰ ਕਰੋਨਾ ਦੇ ਕਰਕੇ, ਮਹਾਂਮਾਰੀ ਕਰਕੇ ਲੋਕਡਾਊਨ ਲੱਗ ਗਿਆ ਸੀ। 2-3 ਮਹੀਨੇ ਉਦੋਂ ਬੰਦ ਰਿਹਾ ਸਕੂਲ। ਮਤਲਬ ਬੱਚੇ 8 ਮਹੀਨੇ ਆਪਾਂ ਸਕੂਲ ਚਾਲੂ ਕੀਤੇ ਨੂੰ ਹੋਇਆ ਅਤੇ 3-4 ਕੁ ਮਹੀਨੇ ਬੱਚੇ ਆ ਪੜ੍ਹੇ ਆ ਸਿਰਫ, ਜਿਸ ਵਿੱਚ ਬੱਚਿਆਂ ਨੂੰ ਊੜਾ ਐੜਾ ਵੀ ਨਹੀਂ ਆਉਂਦਾ ਸੀ, ਲਿਖਣਾ ਵੀ ਔਰ ਪੜ੍ਹਨਾ ਵੀ ਨਹੀਂ ਆਉਂਦਾ ਸੀ। ਆਪਾਂ ਬੱਚਿਆਂ ਨੂੰ ਊੜਾ ਐੜਾ ਸਿਖਾਇਆ, ਪੜ੍ਹਨਾ ਸਿਖਾਇਆ। ਉਸ ਤੋਂ ਬਾਅਦ 4-5 ਬੱਚੇ ਸੀ ਜਿਹੜੇ ਉਹ ਅਕਸ਼ਰ ਜੋੜ ਕੇ ਲਿਖਣਾ ਸ਼ੁਰੂ ਕਰਤਾ ਉਹਨਾਂ ਨੇ, ਅੱਖਰ ਜੋੜ ਕੇ ਪੜ੍ਹਨਾ ਵੀ ਸ਼ੁਰੂ ਕਰਤਾ।
ਉਸ ਤੋਂ ਬਾਅਦ ਫਿਰ ਆਪਣਾ ਸਿੱਖ ਕਾਉਂਸਲ ਭਾਰਤ ਸਿੱਖ ਵੱਲੋਂ ਆਪਣਾ ਸਕੂਲ ਦੀ ਇਮਾਰਤ ਬਣਨ ਦੀ ਤਿਆਰੀ ਹੋ ਗਈ ਤੇ ਫਿਰ ਆਪਾਂ ਛੁੱਟੀਆਂ ਕਰਤੀਆਂ ਤੇ ਬਹੁਤ ਸਹਿਯੋਗ ਦਿੱਤਾ ਹੈ ਇਹ ਸਿੱਖ ਕਾਉਂਸਲ ਭਾਰਤ ਗਲੋਬਲ ਸਕੂਲ ਨੇ। ਸਾਰਾ ਸਹਿਯੋਗ ਉਹਨਾਂ ਦਾ ਵੀ ਆ ਕਿ ਉਹਨਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਹੈ ਔਰ ਜੋ ਵੀ ਉੱਥੋਂ ਆਪਣਾ ਮਾਇਆ ਆਉਂਦੀ ਜੋ ਵੀ ਉਹਨਾਂ ਦਾ ਪੂਰੀ ਜ਼ਿੰਮੇਵਾਰੀ ਹੈ, ਲక్ష్ਮੀ ਹੈ ਇਹਨਾਂ ਦੀ ਹੈ ਸਭ ਨੂੰ ਵੰਡਣੀ। ਵਿਧਵਾ ਬੀਬੀਆਂ ਜਿਹੜੀਆਂ ਉਹਨਾਂ ਦੀ ਮਦਦ ਕਰਨੀ, ਕਿਸੇ ਨੂੰ ਸੱਟ ਲੱਗ ਗਈ ਐਕਸੀਡੈਂਟ ਹੋ ਗਿਆ ਉਹਨਾਂ ਦੀ ਮਦਦ ਕਰਨੀ, ਹੋਰ ਜੋ ਬਜ਼ੁਰਗ ਨੇ ਉਹਨਾਂ ਦੀ ਮਦਦ ਕਰਨੀ, ਕਾਫੀ ਮਦਦ ਕਰ ਰਹੇ, ਕਾਫੀ ਉਹਨਾਂ ਦਾ ਸਹਿਯੋਗ ਹੈ। ਮੈਂ ਇੱਥੋਂ ਪੈਦਲ ਚੱਲ ਕੇ ਮੈਂ ਆ ਰਿਹਾ ਸੀਗਾ ਤਾਂ ਦੇਖ ਰਿਹਾ ਸੀਗਾ ਕਿ ਸਾਰਾ ਹੀ ਇਲਾਕਾ ਜਿਹੜਾ ਆ ਉਹ ਏਰੀਆ ਜਿਹੜਾ ਸਾਰਾ ਪੰਜਾਬੀ ਏਰੀਆ ਵਾ, ਪਰ ਬਹੁਤ ਹੀ ਛੋਟੇ ਛੋਟੇ ਘਰਾਂ ਦੇ ਵਿੱਚ, ਕੱਚੇ ਘਰਾਂ ਦੇ ਵਿੱਚ ਜਿਹੜੇ ਆ ਉਹ ਲੋਕ ਇੱਥੇ ਰਹਿ ਰਹੇ ਆ। ਸੋ ਇਹ ਸਾਰੇ ਬੱਚੇ ਜਿਹੜੇ ਇਹਨਾਂ ਘਰਾਂ 'ਚੋਂ ਹੀ ਆਉਂਦੇ ਆ? ਇਹਨਾਂ 'ਚ ਘਰਾਂ 'ਚ ਹੀ ਆਉਂਦੇ ਆ ਜੀ। ਬੱਚਿਆਂ ਨੂੰ ਕਿੰਨਾ ਕੁ ਸਿੱਖ ਲਿਆ? ਊੜਾ ਐੜਾ ਇਹਨਾਂ ਨੂੰ ਆ ਗਿਆ ਜਾਂ ਲਿਖਣਾ? ਜੀ ਊੜਾ ਐੜਾ ਲਿਖਣ ਲੱਗ ਗਏ ਔਰ ਊੜਾ ਐੜਾ ਪੜ੍ਹਨ ਲੱਗ ਪਏ ਔਰ 4-5 ਬੱਚੇ ਆ ਜੇ ਮਨਪ੍ਰੀਤ, ਰੀਨਾ ਕੌਰ, ਕੋਮਲ ਕੌਰ ਔਰ ਆਪਣਾ ਕ੍ਰਿਸ਼ਨਾ ਸਿੰਘ, ਇਹ ਜਿਹੜੇ ਸੀ ਇਹਨਾਂ ਨੂੰ ਕਾਫੀ ਆ ਗਈ ਸੀ, ਵੱਡੇ ਬੱਚੇ ਸੀ। ਹਾਂਜੀ। ਸੋ ਬੱਚੇ ਜਿਹੜੇ ਆ ਇੱਥੇ ਪੰਜਾਬੀ ਪੜ੍ਹ ਰਹੇ ਆ। ਚਲੋ ਅਸੀਂ ਕੁਝ ਬੱਚੇ ਜਿਹੜੇ ਆ ਉਹਨਾਂ ਕੋਲੋਂ ਊੜਾ ਐੜਾ ਜਾਂ ਕੁਝ ਹੋਰ ਜਿਹੜਾ ਆ ਉਹ ਸੁਣਨ ਦੀ ਕੋਸ਼ਿਸ਼ ਵੀ ਕਰਦੇ ਆ, ਨਾਲ ਕੁਝ ਅਸੀਂ ਲਿਖਾ ਕੇ ਜਿਹੜਾ ਆ ਉਹ ਵੀ ਦੇਖਾਂਗੇ। ਸਾਡੇ ਨਾਲ ਵੀ ਜਿਹੜੇ ਆ ਉਹ ਇੱਥੇ ਸਕੂਲ ਦੇ ਵਿੱਚ ਜਿਹੜੇ ਟੀਚਰ ਹੈਗੇ ਨੇ ਉਹ ਵੀ ਆਏ ਨੇ ਤੇ ਆਓ ਕੁਛ ਨਾ ਕੁਛ ਸਾਜਨਾ ਰਾਖੇ ਗੋਵਿੰਦ मीत हमारे साजना राखे गोविंद। ਸੋ ਸੰਗਤ ਜੀ, ਅਸੀਂ ਇਹਨਾਂ ਬੱਚਿਆਂ ਦੇ ਵਿੱਚ ਬੈਠੇ ਹਾਂ ਜਿਹੜੇ ਇਹ ਗਲੋਬਲ ਪਾਰਟ ਸਿੱਖ ਕੌਂਸਲ ਵੱਲੋਂ ਜਿਹੜਾ ਸਕੂਲ ਹੈ ਇਹ ਚਾਲੂ ਕਰਵਾਇਆ ਗਿਆ ਹੈ ਔਰ ਇਹਦੇ ਵਿੱਚ ਮੈਂ ਵੇਖ ਰਿਹਾ ਵੀ ਇਹ ਪੰਜਾਬੀ ਬੱਚੇ ਬਹੁਤ ਪਿਆਰੇ ਬੱਚੇ ਹਨ ਜਿੰਨੇ ਵੀ ਇੱਥੇ ਬੈਠੇ ਹਨ ਔਰ ਇਹਨਾਂ ਨੂੰ ਪਿਛਲੇ 8 ਮਹੀਨਿਆਂ ਤੋਂ ਜਿਹੜਾ ਹੈ ਜੋ ਮੈਡਮ ਰਾਜ ਹੈ ਉਹਨਾਂ ਵੱਲੋਂ ਪੰਜਾਬੀ ਜਿਹੜੀ ਹੈ ਉਹ ਪੜ੍ਹਾਈ ਜਾਂਦੀ ਹੈ। ਆਪਾਂ ਬੱਚਿਆਂ ਤੋਂ ਜਿਹੜਾ ਹੈ ਊੜਾ ਐੜਾ ਜਿਹੜਾ ਕੁਝ ਸੁਣ ਕੇ ਆਪਾਂ ਉਹਨਾਂ ਦਾ ਵੇਖਾਂਗੇ ਵੀ ਊੜਾ ਐੜਾ ਉਹਨਾਂ ਨੂੰ ਆਉਂਦਾ ਹੈ ਜਾਂ ਪੰਜਾਬੀ ਦੇ ਵਿੱਚ ਉਹਨਾਂ ਨੇ ਕਿੰਨਾ ਕੁ ਅਜੇ ਸਿੱਖਿਆ ਹੈ। ਤੁਸੀਂ ਬੇਟਾ, ਤੁਹਾਡਾ ਕੀ ਨਾਮ ਹੈ? ਰੀਨਾ। ਰੀਨਾ। ਅਤੇ ਸਭ ਤੋਂ ਪਹਿਲੀ ਗੱਲ ਵੀ ਜਿਹੜਾ ਰੀਨਾ ਕੌਰ ਹੈ ਨਾ, ਵੀ ਇਹ ਜਿੰਨੇ ਪੰਜਾਬੀ ਬੱਚੇ ਆ ਇਹਨਾਂ ਦੇ ਨਾਲ ਆਪਾਂ ਸਿੰਘ ਅਤੇ ਕੌਰ ਜਿਹੜਾ ਉਹ ਲਾਉਂਦੇ ਆ। ਕੀ ਤੁਹਾਨੂੰ ਊੜਾ ਐੜਾ ਸਾਰਾ ਆਉਂਦਾ ਹੈ? ਪੰਜਾਬੀ ਜਿਹੜੀ ਗੁਰਮੁਖੀ ਹੈ ਆਂਦੀ ਹੈ, ਊੜਾ ਐੜਾ ਆਂਦਾ ਸਾਨੂੰ। ਚਲੋ, ਅਤੇ ਫਿਰ ਇੱਦਾਂ ਕਰਨਾ ਵੀ ਹੌਲੀ ਹੌਲੀ ਤੁਸੀਂ ਊੜਾ ਐੜਾ ਜਿਹੜਾ ਮੈਨੂੰ ਸੁਣਾਉਣਾ। ਊੜਾ ਐੜਾ ਈੜੀ ਸੱਸਾ ਆਹਾ ਕੱਕਾ ਖੱਕਾ ਗੱਗਾ ਕੱਗਾ ਨੰਨਾ ਯਈਆ ਚੱਚਾ ਛੱਛਾ ਜੱਜਾ ਚੱਜਾ ਰਾਣਾ। ਠੀਕ ਹੈ। ਸੋ ਬੇਟਾ ਜੀ, ਤੁਹਾਡਾ ਕੀ ਨਾਮ ਹੈ? ਮਨਪ੍ਰੀਤ ਕੌਰ। ਅੱਛਾ, ਤੁਸੀਂ ਕਿੰਨਵੀਂ ਕਲਾਸ ਵਿੱਚ ਪੜ੍ਹਦੇ ਹੋ? 7ਵੀਂ। ਅੱਛਾ, ਇਸ ਪੰਜਾਬੀ ਸਕੂਲ ਦੇ ਵਿੱਚ ਜਾਂਦੇ, ਸਰਕਾਰੀ ਸਕੂਲ ਦੇ ਵਿੱਚ ਜਾਂਦੇ ਹੋ ਇੱਥੇ ਕਿਤੇ? ਹਾਂਜੀ। ਅੱਛਾ, ਅਤੇ ਇਹ ਪੰਜਾਬੀ ਜਿਹੜੀ ਹੈ ਕਦੋਂ ਕਿਤੇ ਪੜ੍ਹਦੇ ਹੋ ਇੱਥੇ? 2 ਮਹੀਨੇ ਹੋ ਗਏ ਆ ਪੰਜਾਬੀ ਪੜ੍ਹਦੇ? ਹਾਂਜੀ। ਠੀਕ ਹੈ। ਅਤੇ ਊੜਾ ਐੜਾ ਜਿਹੜਾ ਆਉਂਦਾ ਹੈ ਤੁਹਾਨੂੰ? ਹਾਂਜੀ, ਊੜਾ ਐੜਾ। ਚਲੋ, ਕੁਝ ਥੋੜ੍ਹਾ ਬਹੁਤਾ ਸੁਣਾਓ। ਊੜਾ ਐੜਾ ਈੜੀ ਸੱਸਾ ਆਹਾ ਕੱਕਾ ਖੱਕਾ ਗੱਗਾ ਕੱਗਾ ਨਈਆ ਚੱਚਾ ਚੱਚਾ ਜੱਜਾ ਚੱਜਾ ਅੜਾੜਾ ਟੈਕ। ਠੀਕ ਹੈ ਸੰਗਤ ਜੀ, ਜਿਹੜਾ ਹੈ ਇਹ ਬਹੁਤ ਵਧੀਆ ਇਹਨਾਂ ਦਾ ਜਿਹੜਾ ਉਪਰਾਲਾ ਹੈ, ਕਿਉਂਕਿ ਇੱਕ ਤਾਂ ਵੇਖੋ ਇਹ ਸਟੇਟ ਜਿਹੜੀ ਹੈ ਇਹ ਪੰਜਾਬ ਨਹੀਂ ਹੈ, ਇੱਥੇ ਗਵਾਲੀਅਰ ਹੈ ਔਰ ਇੱਥੇ ਤੇ ਜਿਹੜੇ ਵੱਡੇ ਵੱਡੇ ਪੰਜਾਬੀ ਹੈ ਉਹਨਾਂ ਨੂੰ ਵੀ ਇੱਥੇ ਪੰਜਾਬੀ ਪੜ੍ਹਨ ਵਿੱਚ ਜਿਹੜੀ ਬਹੁਤ ਦਿੱਕਤ ਹੈ। ਵੈਸੇ ਜਿਹੜੇ ਪੰਜਾਬੀ ਉਹ ਸਾਰੇ ਪੰਜਾਬੀ ਬੋਲਦੇ ਜ਼ਰੂਰ ਹੈ ਪਰ ਉਹਨਾਂ ਨੂੰ ਨਾ ਪੜ੍ਹਨੀ ਆਉਂਦੀ ਹੈ ਨਾ ਲਿਖਣੀ ਆਉਂਦੀ ਹੈ। ਪਰ ਇੱਥੇ ਇਹ ਜਿਹੜੇ ਨੇ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ। ਸਤਿਗੁਰੂ ਜੀ ਇਹਨਾਂ ਦੀ ਚੜ੍ਹਦੀ ਕਲਾ ਕਰਨ, ਇਹਨਾਂ 'ਤੇ ਕਿਰਪਾ ਰੱਖਣ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਸਿੱਖ ਆ ਜਾਂ ਪੰਜਾਬੀ ਦੇ ਨਾਲ ਜੁੜਨਗੇ, ਗੁਰਮੁਖੀ ਦੇ ਨਾਲ ਜੁੜਨਗੇ, ਫਿਰ ਹੀ ਆਪਣੇ ਗੁਰਬਾਣੀ ਪੜ੍ਹਨਗੇ, ਫਿਰ ਹੀ ਜਿਹੜੇ ਇਹ ਬੱਚੇ ਆ ਅੱਗੇ ਵੱਧ ਸਕਦੇ ਆ। ਔਰ ਇਸ ਲਈ ਬਹੁਤ ਉਹਨਾਂ ਵੀਰਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਇਹ ਜਿਹੜਾ ਇਸ ਏਰੀਏ ਦੇ ਵਿੱਚ ਅਸੀਂ ਇਹ ਸਾਰਾ ਖੇਤਰ ਵੀ ਵੇਖਿਆ ਵੀ ਬਹੁਤ ਗਰੀਬੀ ਵਾਲੀ ਹਾਲਤ ਹੈ। ਜਿਹੜੇ ਘਰ ਵੀ ਹੈ ਉਹ ਕੰਧਾਂ ਵੀ ਉੱਥੇ ਕੱਚੀਆਂ ਹਨ ਪਰ ਇਹ ਚਲੋ ਸਕੂਲ ਜਿਹੜਾ ਵਧੀਆ ਬਣ ਰਿਹਾ ਹੈ ਔਰ ਅਸੀਂ ਆਸ ਕਰਦੇ ਹਾਂ ਵੀ ਇੱਥੇ ਵੱਧ ਤੋਂ ਵੱਧ ਬੱਚੇ ਜਿਹੜੇ ਆ ਗੁਰਮੁਖੀ ਦੇ ਨਾਲ ਜਾਂ ਪੰਜਾਬੀ ਪੜ੍ਹ ਕੇ ਔਰ ਆਪਣੇ ਜਿਹੜਾ ਜੀਵਨ ਹੈ ਉਹਨੂੰ ਵਧੀਆ ਉੱਚਾ ਸੁੱਚਾ ਜਿਹੜਾ ਬਣਾਉਣ।
ਸੋ ਆਪਾਂ ਬੱਚਿਆਂ ਕੋਲੋਂ ਮੂਲ ਮੰਤਰ ਜਿਹੜਾ ਇਹ ਵੀ ਸੁਣਾਂਗੇ। ਹਾਂ ਬੱਚਿਓ, ਸੁਣਾਓ ਮੂਲ ਮੰਤਰ। एक ओंकार सतनाम करता पुरख निर्भोर निर्वैर काल मूरत अजूनी सैभं गुर प्रसाद। ਠੀਕ ਹੈ ਜੀ, ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬੀ ਸਿੱਖਣ ਦਾ ਮੋਟਿਵ ਸਾਡਾ ਇਹੀ ਹੈ ਕਿ ਸਾਡੇ ਬੱਚੇ ਜਿਹੜੇ ਨੇ ਗੁਰਮੁਖੀ ਦੇ ਨਾਲ, ਗੁਰਬਾਣੀ ਦੇ ਨਾਲ ਔਰ ਗੁਰ ਇਤਿਹਾਸ ਦੇ ਨਾਲ ਜੁੜ ਕੇ ਆਪਣੇ ਆਪ ਨੂੰ ਜਿਹੜਾ ਹੈ ਇਹ ਉੱਚਾ ਚੁੱਕ ਸਕਣ ਔਰ ਆਪਣੇ ਆਪ ਨੂੰ ਇੱਕ ਮਾਣ ਮਹਿਸੂਸ ਹੋਵੇ ਕਿ ਅਸੀਂ ਗੁਰਬਾਣੀ ਵੀ ਪੜ੍ਹ ਸਕਦੇ ਹਾਂ। ਊੜਾ ਐੜਾ ਈੜੀ ਸੱਸਾ ਹਾਹਾ ਕੱਕਾ ਖੱਖਾ ਗੱਗਾ ਕੱਗਾ ngੰਗਾ ਚੱਚਾ ਛੱਛਾ ਜੱਜਾ ਝੱਜਾ ਯਈਆ ਟੈਕਾ ਠੱਠਾ ਡੱਡਾ ਢੱਡਾ ਰਾਣਾ। ਅਤੇ ਇੱਥੇ ਸਾਡੇ ਵੀਰ ਸਰਦਾਰ ਸਤਨਾਮ ਸਿੰਘ 2 ਮਿੰਟ ਵਾਸਤੇ ਆਪਣੇ ਵਿਚਾਰ ਦੇਣਗੇ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ, ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜੇ ਆਈ ਸਾਰੀ ਸਾਧ ਸੰਗਤ ਦਾ ਧੰਨਵਾਦ ਹੈ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ। ਅੱਜ ਇੱਥੇ ਇਕੱਠ ਹੋਇਆ ਹੈ ਪਾਠ ਕਾਉਂਸਲ ਵੱਲੋਂ, ਸੋ ਬੜੀ ਚੰਗੀ ਗੱਲ ਹੈ। ਜਦੋਂ ਵੀ ਕੋਈ ਉਪਰਾਲਾ ਹੁੰਦਾ ਹੈ ਕਿਸੇ ਇੰਡੀਵਿਜੂਅਲ ਵੱਲੋਂ ਜਾਂ ਕਿਸੇ ਆਰਗੇਨਾਈਜ਼ੇਸ਼ਨ ਵੱਲੋਂ, ਉਹਦਾ ਧੰਨਵਾਦ ਕਰਨਾ, ਕਿਉਂਕਿ ਉਹਨਾਂ ਨੇ ਮਿਹਨਤ ਕੀਤੀ ਹੁੰਦੀ ਹੈ ਇਸ ਪ੍ਰੋਜੈਕਟ ਉੱਤੇ। ਉਹਨਾਂ ਦਾ ਧੰਨਵਾਦ ਕਰਨਾ, ਉਹਨਾਂ ਨੂੰ ਵਧਾਈਆਂ ਦੇਣਾ ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ। ਸੋ ਅੱਜ ਜੋ ਵਧਾਈ ਦੇ ਪਾਤਰ ਹਨ ਜਿਹੜੇ ਮੇਰੇ ਵੀਰ ਜਿਨ੍ਹਾਂ ਨੇ ਉਪਰਾਲਾ ਕੀਤਾ ਪਾਠ ਸਿੱਖ ਕੌਂਸਲ ਵੱਲੋਂ, ਆਪ ਜੀ ਨੂੰ ਸ਼ਾਇਦ ਚੰਗੀ ਤਰ੍ਹਾਂ ਪਤਾ ਹੋਵੇਗਾ ਕਿ ਸਿਰਫ 2 ਹੀ ਬੜੇ ਮੱਦੇ ਹਨ ਜਿਹੜੇ ਦੁਨੀਆ ਦੇ ਵਿੱਚ ਬੜੇ ਮਸ਼ਹੂਰ ਹਨ। ਉਹ 2 ਮੱਦੇ ਹਨ, ਹੈਲਥ ਅਤੇ ਐਜੂਕੇਸ਼ਨ। 2 ਉੱਤਿਆਂ 'ਤੇ ਹਮੇਸ਼ਾ ਤਵੱਜੋ ਦਿੱਤੀ ਜਾਂਦੀ ਹੈ। ਸੋ ਇਹਨਾਂ ਜਿਹੜਾ ਰੂਟ ਚੁਣਿਆ ਹੈ ਐਜੂਕੇਸ਼ਨ ਵਾਲਾ, ਵੈਰੀ ਗੁੱਡ, ਐਪਰੀਸ਼ੀਏਟੇਬਲ ਹੈਗਾ ਆ ਕਿ ਇਸ ਪਾਸੇ ਦੀ ਚੈਨਲ ਨਿਕਲੇ ਹਨ। ਪੜ੍ਹਾਈ ਲਿਖਾਈ ਦੇ ਉੱਤੇ ਬੱਚਿਆਂ ਨੂੰ ਪੰਜਾਬੀ ਟੀਚ ਕਰਨਾ, ਗੁਰਸਿੱਖੀ ਦੇ ਉੱਤੇ ਲੈ ਜਾਣਾ। ਸੋ ਇਹ ਬੜਾ ਵਧੀਆ ਇਹਨਾਂ ਨੂੰ ਉਪਰਾਲਾ ਕੀਤਾ ਹੈ। ਸਾਧ ਸੰਗਤ ਵੱਲੋਂ ਇਹਨਾਂ ਨੂੰ ਕਾਫੀ ਚੰਗਾ ਭਰਵਾਂ ਹੰਗੂਰਾ ਮਿਲਿਆ ਹੈ। 10 ਨੂੰ ਕੱਲ੍ਹ ਹੀ ਮੇਰੇ ਵੀਰ ਸਰਦਾਰ ਸਤਪਾਲ ਸਿੰਘ ਉਹਨਾਂ ਦਾ ਫੋਨ ਆਇਆ ਸੀ ਕਿ ਵੀ ਤੁਸੀਂ ਜ਼ਰੂਰ ਆਉਣਾ ਹੈ ਉੱਥੇ। ਸੋ ਮੈਂ ਆਖਿਆ ਤੁਹਾਡਾ ਹੁਕਮ ਸਿਰ ਮੱਥੇ 'ਤੇ ਹੈ। ਇਹ ਸਾਡੇ ਸਾਥੀ ਹਨ, ਪਿੰਡਾਂ ਤੋਂ ਸਾਡੇ ਨਾਲ ਹਨ। ਸਰਦਾਰ ਰਣਧੀਰ ਸਿੰਘ ਸਾਡੇ ਪਿੰਡਾਂ ਤੋਂ ਸਾਡੇ ਸਾਥੀ ਹਨ। ਸੋ ਇਹ ਬੜਾ ਵੱਧ ਚੜ੍ਹ ਕੇ ਸੇਵਾ ਕਰ ਰਹੇ ਹਨ। ਸਰਦਾਰ ਦਿਲਵਰ ਸਿੰਘ ਜਿਹੜੇ ਕਿ ਸਾਡੇ ਨਾਲ ਸਿੱਖ ਮੈਮੋਰੀਅਲ ਵਿੱਚ ਉਹਨਾਂ ਨੇ ਸਾਡਾ ਸਾਥ ਦਿੱਤਾ ਕਾਫੀ, ਉਹਨਾਂ ਦਾ ਵੀ ਧੰਨਵਾਦ ਹੈ। ਸੋ ਇਹ ਬੜਾ ਚੰਗਾ ਉਪਰਾਲਾ ਹੈ ਜੋ ਆਪ ਜੀ ਨੇ ਕੀਤਾ ਹੈ। ਅਸੀਂ ਉਮੀਦ ਕਰਦੇ ਹਾਂ ਆਪ ਇਸੇ ਲੀਆਂ ਉੱਤੇ ਚੱਲੋ ਅਤੇ ਵੱਧ ਤੋਂ ਵੱਧ ਜਾ ਕੇ ਇਦੋਂ ਹੋਰ ਵੀ ਅਜੇ ਸ਼ੁਰੂਆਤ ਹੈਗੀ ਹੈ, ਬੜਾ ਲੰਮੇ ਰਸਤਾ ਜਾਣਾ ਹੈ। ਸੋ ਜਿਹੜਾ ਸਾਡੇ ਵੀਰ ਸਰਦਾਰ ਦਵਿੰਦਰ ਸਿੰਘ ਬੱਲ ਉਹਨਾਂ ਨੇ ਸਿੱਖ ਚੈਨਲ ਦਾ ਇੱਥੇ ਉਪਰਾਲਾ ਕੀਤਾ, ਭੇਜਿਆ ਉਸ ਆਪਣੀ ਟੀਮ ਨੂੰ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰ ਰਹੇ ਹਾਂ। ਜਿਹੜਾ ਉਹਨਾਂ ਨੇ ਬੂਟਾ ਲਾਇਆ ਸੀ ਸਿੱਖੀ ਦਾ, ਅੱਜ ਉਹ ਪ੍ਰਫੁੱਲਿਤ ਹੋ ਰਿਹਾ ਹੈ। ਇਹ ਚੈਨਲ ਸਭ ਤੋਂ ਪਹਿਲਾਂ ਸਿੱਖੀ ਦਾ ਪਹਿਰਾ ਦੇਣ 'ਤੇ ਸ਼ੁਰੂਆਤ ਕੀਤੀ ਸੀ, ਅੱਗੇ ਆਇਆ ਸੀ। ਸੋ ਮਾਣ ਹੈ ਇਸ ਚੈਨਲ 'ਤੇ ਸਾਨੂੰ ਜਿਹੜਾ ਦੁਨੀਆ ਦੇ ਉੱਤੇ ਵੱਧ ਚੜ੍ਹ ਕੇ ਪਹਿਰਾ ਦਿੰਦਾ ਹੈ। ਹਮੇਸ਼ਾ ਸਾਡੀ ਜਦੋਂ ਬੇਨਤੀ ਕਰਦੇ ਹਾਂ ਹਾਜ਼ਰ ਹੋ ਜਾਂਦਾ ਹੈ। ਅੱਜ ਸਾਸਗਤ ਦੁਆਰਾ ਧੰਨਵਾਦ। ਛੋਟਾ ਮੂੰਹ ਵੱਡੀਆਂ ਗੱਲਾਂ, ਜੇ ਕੋਈ ਵੱਧ ਚੜ੍ਹ ਕੋਈ ਗੱਲ ਕੀਤੀ ਗਈ ਮਾਫੀ ਦਾ ਚਾਹਵੰਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਾਜੀ ਨਵਾਜੀ ਸਾਧ ਸੰਗਤ ਜੀ, ਟਾਈਮ ਤੇ ਬਹੁਤ ਜ਼ਿਆਦਾ ਹੋ ਗਿਆ ਹੈਗਾ ਪਰ ਬੈਠਣਾ ਬਹੁਤ ਮੁਸ਼ਕਲ, ਤੇ ਇਹਦੇ ਕਰਕੇ ਸਾਰਿਆਂ ਕੋਲੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਕਿ ਪ੍ਰੋਗਰਾਮ ਜਿਹੜਾ ਹੈਗਾ ਥੋੜ੍ਹਾ ਜਿਹਾ ਲੇਟ ਹੋ ਗਿਆ ਕਿਉਂਕਿ ਬੁਲਾਰੇ ਇੰਨੇ ਸੀ। ਤੇ ਇਸ ਜਿਹੜੀ ਗਲੋਬਲ ਭਾਰਤ ਸਿੱਖ ਕੌਂਸਲ ਦੇ ਜਿਹੜੇ ਕੀਤੇ ਹੋਏ ਕੰਮ ਉਹ ਵੀ ਤੁਹਾਡੇ ਅੱਗੇ ਰੱਖਣੇ ਬਹੁਤ ਜ਼ਰੂਰੀ ਸਨ, ਕਿਉਂਕਿ ਇਹਦੇ ਤੋਂ ਬਿਨਾਂ ਅਸੀਂ ਅੱਗੇ ਨਹੀਂ ਸੀ ਵੱਧ ਸਕਦੇ ਹੈਗੇ। ਕਿਉਂਕਿ ਕਈਆਂ ਦੇ ਮਨਾਂ ਦੇ ਵਿੱਚ ਕਈ ਸਵਾਲ ਜਿਹੜੇ ਹੈਗੇ ਨੇ ਪੈਦਾ ਹੁੰਦੇ ਨੇ। ਇਹ ਬੇਨਤੀ ਸਾਰਿਆਂ ਦੇ ਚਰਨਾਂ ਦੇ ਵਿੱਚ ਕਰਨਾ ਚਾਹੁੰਦਾ ਕਿ ਜਿਹੜਾ ਹੈਗਾ ਫਤਿਹ ਦਾ ਜਵਾਬ ਜਿਹੜਾ ਹੈਗਾ ਆ ਬੁਲੰਦ ਆਵਾਜ਼ ਦੇ ਵਿੱਚ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਚੱਲਦੀ ਸੀ ਜੀ ਪੰਜਾਬੀ ਸਕੂਲ ਦੀ। ਪੰਜਾਬੀ ਸਕੂਲ ਖੋਲ੍ਹਣੇ ਹੁਣ ਇਸ ਵੇਲੇ ਪੰਜਾਬ ਦੇ ਵਿੱਚ ਕੀ ਹਰੇਕ ਸਟੇਟ ਦੇ ਵਿੱਚ ਖੋਲ੍ਹਣੇ ਬਹੁਤ ਜ਼ਰੂਰੀ ਹੋ ਗਏ ਹੋਏ ਨੇ, ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਨੇ ਬਹੁਤ ਤੇਜ਼ੀ ਨਾਲ ਕੀਤੀਆਂ ਜਾ ਰਹੀਆਂ ਨੇ। ਇਹ ਜੇ ਤੁਸੀਂ ਸੋਸ਼ਲ ਮੀਡੀਆ ਦੇਖਦੇ ਹੋ ਤਾਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਡੇ ਵੀਰਾਂ ਵੱਲੋਂ ਜਿਹੜਾ ਹੈਗਾ ਮੈਸੇਜ ਦਿੱਤਾ ਜਾਂਦਾ ਕਿ ਪੰਜਾਬੀ ਮਾਂ ਬੋਲੀ ਨੂੰ ਬਚਾ ਲਓ, ਪੰਜਾਬੀ ਮਾਂ ਬੋਲੀ ਨੂੰ ਬਚਾ ਲਓ, ਪੰਜਾਬੀ ਮਾਂ ਬੋਲੀ ਨੂੰ ਬਚਾ ਲਓ। ਪਰ ਕਸੂਰ ਕਿੱਥੇ ਆ ਕੇ
ਦੇਖਣ ਨੂੰ ਮਿਲਦਾ ਕਿ ਆਪਣਾ, ਕਿਉਂਕਿ ਅਸੀਂ ਕਿਸੇ ਵੱਲ ਜਦੋਂ ਉਂਗਲ ਚੁੱਕਦੇ ਆ ਨਾ ਤਾਂ 3 ਉਂਗਲਾਂ ਜਿਹੜੀਆਂ ਹੈਗੀਆਂ ਨੇ ਸਾਡੇ ਆਪਣੇ ਵੱਲ ਵੀ ਆਉਂਦੀਆਂ ਨੇ। ਮੈਂ ਇੱਥੇ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਦਾਸ ਵੱਲੋਂ 2016 ਦੇ ਵਿੱਚ ਪੰਜਾਬੀ ਦਾ ਨਿਊਜ਼ਪੇਪਰ ਸਾਂਝਾ ਪੰਜਾਬ ਚਲਾਇਆ ਗਿਆ ਸੀ, ਜਿਹੜਾ ਕਿ ਸਿਰਫ 2 ਐਡੀਸ਼ਨ ਹੀ ਉਹਦੇ ਵਿੱਚ ਕੱਢੇ ਗਏ, ਇੱਕ ਗੁਰੂ ਨਾਨਕ ਸਾਹਿਬ ਦੇ ਉੱਤੇ ਤੇ ਇੱਕ ਦੀਵਾਲੀ ਦੇ ਉੱਤੇ। ਤੇ ਉਹਨਾਂ 2 ਐਡੀਸ਼ਨਾਂ ਦੇ ਵਿੱਚ ਹੀ ਪਤਾ ਲੱਗ ਗਿਆ ਸੀ ਕਿ ਪੰਜਾਬੀ ਮਾਂ ਬੋਲੀ ਜਿਹੜੀ ਹੈਗੀ ਨਾ ਹੌਲੀ ਹੌਲੀ ਅਲੋਪ ਹੁੰਦੀ ਜਾ ਰਹੀ। ਉਹ ਇਸ ਤਰ੍ਹਾਂ ਹੁੰਦੀ ਜਾ ਰਹੀ ਕਿ ਜਦੋਂ ਅਸੀਂ ਪੇਪਰ ਜਿਹੜੇ ਹੈਗੇ ਸੀ ਸ਼ੋਪਾਂ ਦੇ ਉੱਤੇ ਜਾਂ ਸਟੋਰਾਂ ਦੇ ਵਿੱਚ ਰੱਖਦੇ ਸੀ ਨਾ, ਤੇ ਕੁਝ ਕੁ ਜਿਹੜੇ ਪੇਪਰ ਬਚ ਜਾਂਦੇ ਸਨ ਤੇ ਉਹ ਜਿਹੜੇ ਸ਼ੋਪਕੀਪਰ ਹੁੰਦੇ ਸਨ ਉਹ ਆਪਣੀਆਂ ਸਬਜ਼ੀਆਂ ਦੇ ਥੱਲੇ ਤੇ ਜਾਂ ਜਿੱਥੇ ਉਹ ਮੀਟ ਦਾ ਸਮਾਨ ਪਿਆ ਹੁੰਦਾ ਸੀ ਤਾਂ ਉੱਥੇ ਵਿਛਾਉਣ ਲੱਗ ਪਏ ਸਨ। ਤੇ ਉਦੋਂ ਫਿਰ ਦਾਸ ਨੂੰ ਇੱਕ ਠੇਸ ਜੀ ਦਿਲ ਨੂੰ ਪਹੁੰਚੀ ਕਿ ਇਹ ਜਿਹੜੀ ਹੈਗੀ ਆ ਇਹ ਪੇਪਰ ਦੀ ਬੇਇੱਜ਼ਤੀ ਹੈ ਕਿ ਪੰਜਾਬੀ ਮਾਂ ਬੋਲੀ ਦੀ ਬੇਇੱਜ਼ਤੀ ਹੈ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆ ਪੇਪਰ ਖੁਦ ਦਾਸ ਨੇ ਜਿਹੜਾ ਹੈਗਾ ਸੀ ਉਹ ਬੰਦ ਕਰ ਦਿੱਤਾ। ਤੇ ਇਸ ਚੀਜ਼ ਨੂੰ ਗਾਂਹ ਵਧਾਉਣ ਵਾਸਤੇ ਸਿੱਖ ਚੈਨਲ ਦੇ ਉੱਤੇ ਵੀ ਦਾਸ ਨੇ 5 ਸਾਲ ਪ੍ਰੈਜ਼ੈਂਟਰ ਦਾ ਕੰਮ ਕੀਤਾ। ਅੱਜ ਵੀ ਦਾਸ ਸਿੱਖ ਚੈਨਲ ਦੇ ਨਾਲ ਖੜਾ ਹੈ ਤੇ ਬਸ ਇਹੀ ਉਮੀਦ ਕਰਦਾ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਜੋੜੀਏ। ਇਹ ਸਭ ਤੋਂ ਵੱਡਾ ਜਿਹੜਾ ਫਰਜ਼ ਜਿਹੜਾ ਹੈਗਾ ਇੱਕ ਬਾਪ ਦਾ ਤੇ ਹੈ ਹੀ ਹੈ, ਤੇ ਸਭ ਤੋਂ ਵੱਡਾ ਫਰਜ਼ ਜਿਹੜਾ ਹੈਗਾ ਆ ਬੀਬੀਆਂ ਦਾ, ਕਿਉਂਕਿ ਜਿੰਨਾ ਤੱਕ ਬੀਬੀਆਂ ਆਪਣੇ ਬੱਚਿਆਂ ਨੂੰ ਗੁਰੂ ਘਰ ਦੇ ਨਾਲ ਗੁਰੂ ਦੇ ਨਾਲ ਜੋੜਨ ਦੀਆਂ ਗੱਲਾਂ ਨਹੀਂ ਨਾ ਕਰਨਗੀਆਂ, ਕਿਉਂਕਿ ਪਹਿਲੇ ਟਾਈਮਾਂ ਦੇ ਵਿੱਚ ਵੇਖ ਲਓ ਕਿ ਦਾਦੀ ਜਦੋਂ ਕਹਿੰਦੇ ਹੁੰਦੇ ਸਨ ਨਾ ਕਿ ਦਾਦੀ ਦੀਆਂ ਕਹਾਣੀਆਂ ਯਾਦ ਆਉਂਦੀਆਂ ਸੀ, ਨਾਨੀ ਦੀਆਂ ਕਹਾਣੀਆਂ ਯਾਦ ਆਉਂਦੀਆਂ ਸਨ। ਜੇ ਅੱਜ ਮਾਤਾ ਗੁਜਰੀ ਆਪਣੇ ਪੋਤਰਿਆਂ ਨੂੰ ਉਸ ਚੀਜ਼ ਦੇ ਨਾਲ ਨਾ ਜੋੜਦੀ ਤੇ ਅੱਜ ਜੇ ਦਸਤਾਰਾਂ ਜਿਹੜੀਆਂ ਸਾਡੇ ਸਿਰਾਂ ਦੇ ਉੱਤੇ ਹੁੰਦੀਆਂ ਹੈਗੀਆਂ ਨੇ ਨਾ, ਇਹ ਨਹੀਂ ਸੀ ਹੋਣੀਆਂ। ਇਸ ਕਰਕੇ ਇਹ ਸਭ ਤੋਂ ਵੱਡਾ ਜਿਹੜਾ ਫਰਜ਼ ਬਣਦਾ ਹੈਗਾ ਆ ਆਪਣਾ ਬੀਬੀਆਂ ਦਾ ਬਣਦਾ ਹੈ ਕਿ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਆਪਣੇ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਆ ਉਹਨੂੰ ਜ਼ਿੰਦਾ ਰੱਖੀਏ। ਇਹ ਸਕੂਲ ਜਿਹੜਾ ਹੈਗਾ ਖੋਲ੍ਹਿਆ ਗਿਆ ਉਹ ਇਸ ਕਰਕੇ ਖੋਲ੍ਹਿਆ ਗਿਆ ਕਿ ਜਿਹੜੀ ਸਾਡੀ ਪੰਜਾਬੀ ਬਾਹਰਲੀਆਂ ਸਟੇਟਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਖਤਮ ਹੋ ਰਹੀ ਹੈ, ਉਹਨੂੰ ਦੁਬਾਰਾ ਜਿਹੜਾ ਹੈਗਾ ਆ ਜਿੰਦਾ ਸੁਰਜੀਤ ਕੀਤਾ ਜਾਵੇ। ਆਪਣਾ ਜਿਹੜਾ ਹੈਗਾ ਵਿਰਸਾ ਦੇਖੀਏ ਨਾ ਕਿ ਹੁਣ ਜਿਹੜੇ ਹੈਗੇ ਚਰਖੇ ਮਧਾਣੀਆਂ ਜਿਹੜੀਆਂ ਹੈਗੀਆਂ ਨੇ ਇਹ ਸਿਰਫ ਅਜਾਇਬ ਘਰ ਦੇ ਵਿੱਚ ਰਹਿ ਗਈਆਂ, ਨਹੀਂ ਤੇ ਇਹ ਆਪਣੇ ਘਰਾਂ ਦੇ ਵਿੱਚ ਹੁੰਦੀਆਂ ਸਨ। ਤੇ ਹੁਣ ਇਹ ਉਹ ਚੀਜ਼ ਨਾ ਹੋਵੇ ਕਿ ਜਿਹੜੀ ਪੰਜਾਬੀ ਮਾਂ ਬੋਲੀ ਦਾ ਊੜੇ ਐੜੇ ਦਾ ਕਾਇਦਾ ਨਾ ਇਹ ਸਾਨੂੰ ਅਜਾਇਬ ਘਰ ਦੇ ਵਿੱਚ ਜਾ ਕੇ ਦੇਖਣਾ ਪਵੇ, ਸਾਡੇ ਜ਼ਬਾਨ ਦੇ ਵਿੱਚੋਂ ਵੀ ਜਿਹੜੀ ਹੈਗੀ ਪੰਜਾਬੀ ਮਾਂ ਬੋਲੀ ਜਿਹੜੀ ਹੈਗੀ ਵਿਸਰ ਜਾਵੇ, ਇਹ ਡਿਲੀਟ ਕਰ ਦਿੱਤੀ ਜਾਵੇ। ਕਿਉਂਕਿ ਬਹੁਤ ਜ਼ੋਰ ਇਸ ਵੇਲੇ ਜਿਹੜਾ ਹੈਗਾ ਆ ਪੰਜਾਬੀ ਮਾਂ ਬੋਲੀ ਨੂੰ ਖਤਮ ਕਰਨ ਦੇ ਵਿੱਚ ਲੱਗ ਰਿਹਾ ਹੈਗਾ। ਤੇ ਮੈਂ ਜ਼ਿਆਦਾ ਨਾ ਕੁਛ ਕਹਿੰਦਿਆਂ ਹੋਇਆਂ ਤੇ ਤੁਹਾਡੇ ਚਰਨਾਂ ਦੇ ਵਿੱਚ ਇਹੀ ਬੇਨਤੀ ਕਰਾਂਗਾ, ਇਹੀ ਰਿਕੁਐਸਟ ਕਰਾਂਗਾ ਕਿ ਇਹ ਜਿਹੜਾ ਗਵਾਲੀਅਰ ਦੇ ਵਿੱਚ ਜਿਹੜਾ ਹੈਗਾ ਆ ਪੰਜਾਬੀ ਸਕੂਲ ਜਿਹੜਾ ਖੋਲ੍ਹਿਆ ਗਿਆ, ਇਹਦੀ ਵਿੱਚ ਤੁਸੀਂ ਜਿਹੜਾ ਹੈਗਾ ਆ ਫੁੱਲ ਸਪੋਰਟ ਜਿਹੜੀ ਹੈਗੀ ਕਰੋ, ਤਾਂ ਜੋ ਇੱਥੇ ਕਾਮਯਾਬੀ ਵੱਲ ਨੂੰ ਵੱਧ ਕੇ ਤੇ ਮੁੜ ਕੇ ਹੋਰ ਸਟੇਟਾਂ ਦੇ ਵਿੱਚ ਜਿੱਥੇ ਜ਼ਿਆਦਾ ਪੰਜਾਬੀ ਮਾਂ ਬੋਲੀ ਦੀ ਲੋੜ ਹੈ ਤੇ ਉੱਥੇ ਖੋਲ੍ਹਿਆ ਜਾਵੇ, ਤਾਂ ਜੋ ਇਹ ਜਿਹੜਾ ਉਪਰਾਲਾ ਸ਼ੁਰੂ ਕੀਤਾ ਹੈਗਾ ਆ ਇਹਨੂੰ ਹੋਰ ਗਾਂਹ ਨੂੰ ਵਧਾਇਆ ਜਾਵੇ। ਬਸ ਇੰਨੀਆਂ ਕੁ ਦਾਸ ਵੱਲੋਂ ਬੇਨਤੀਆਂ ਜਿਹੜੀਆਂ ਹੈਗੀਆਂ ਨੇ ਪ੍ਰਵਾਨ ਕਰਨੀਆਂ। ਬੋਲਦਿਆਂ ਚੱਲਦਿਆਂ ਕੋਈ ਲਫ਼ਜ਼ ਇੱਧਰ ਉੱਧਰ ਹੋ ਗਿਆ ਹੋਵੇ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਨਿਕਲ ਗਿਆ ਹੋਵੇ, ਹੱਥ ਜੋੜ ਕੇ ਮਾਫੀ ਮੰਗਦਾ ਤੇ ਇੱਥੇ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕਰਦੇ ਹਾਂ ਸਾਡੇ ਸਤਿਕਾਰਯੋਗ ਵੀਰ ਸਰਦਾਰ ਰਣਜੀਤ ਸਿੰਘ ਆਨੰਦ, ਜਿਨ੍ਹਾਂ ਨੇ ਥੋੜ੍ਹੇ ਹੀ ਸ਼ਬਦਾਂ ਵਿੱਚ ਬਹੁਤ ਵੱਡਾ ਮੈਸੇਜ ਆਪ ਜੀ ਤੱਕ ਪਹੁੰਚਾਇਆ ਹੈ। ਅਤੇ ਇਸ ਦੇ ਨਾਲ ਹੀ ਜੋ ਸਾਡੇ ਇੰਡੀਆ ਦੇ ਸੇਵਾਦਾਰ ਹਨ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ, ਕਿਉਂਕਿ ਅਗਰ ਹਰ ਇੱਕ ਸੇਵਾਦਾਰ ਦਾ ਨਾਮ ਲਿਆ ਜਾਵੇ ਤਾਂ ਬਹੁਤ ਲੰਮੀ ਲਿਸਟ ਹੋ ਜਾਏਗੀ। ਜਿਸ ਤਰ੍ਹਾਂ ਕਿ ਬੀਬਾ ਲక్ష్ਮੀ ਕੌਰ ਜੋ ਕਿ ਗਵਾਲੀਅਰ ਦੇ ਸਕੂਲ ਟੀਚਰ ਹਨ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਅਤੇ ਅਸੀਂ ਸਾਡੇ ਅਗਲੇ ਬੁਲਾਰੇ ਹਨ ਸਰਦਾਰ ਸਤਪਾਲ ਸਿੰਘ ਕਸਬਾ, ਵਾਈਸ ਪ੍ਰਧਾਨ। ਅਤੇ ਇਸ ਦੇ ਬਾਅਦ ਮੈਂ ਬੇਨਤੀ ਕਰਾਂਗਾ ਸਾਡੇ ਚੇਅਰਮੈਨ ਸਰਦਾਰ ਪ੍ਰੀਤਮ ਸਿੰਘ ਪੋਤੀਵਾਲ ਅਤੇ ਗੁਰਪਾਲ ਸਿੰਘ ਰਾਠੌੜ, ਉਹ ਵੀ ਸਟੇਜ 'ਤੇ ਆ ਕੇ ਸੰਗਤਾਂ ਦਾ ਧੰਨਵਾਦ ਕਰਾਂ ਜੀ। ਹਾਂਜੀ, ਫਤਿਹ ਦਾ ਜਵਾਬ ਫਤਿਹ ਨਾਲ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਲੋਬਲ ਭਾਰਤ ਸਿੱਖ ਕੌਂਸਲ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਪ੍ਰੋਗਰਾਮ ਕੀਤਾ ਹੈ, ਅਤੇ ਨਾਲ ਹੀ ਸਾਡੇ ਸਿੱਖ ਚੈਨਲ ਅਤੇ ਆਪਣੇ ਸਾਂਝਾ ਪੰਜਾਬ TV ਦਾ ਵੀ ਧੰਨਵਾਦ, ਅਤੇ ਗੁਰੂ ਨਾਨਕ ਪ੍ਰਸ਼ਾਦ ਗੁਰਦੁਆਰਾ ਫਿਸ਼ਪੌਂਡ ਦੇ ਮੈਨੇਜਮੈਂਟ ਕਮੇਟੀ ਦੇ ਸਾਰੇ ਵੀਰਾਂ ਦਾ ਧੰਨਵਾਦ ਜਿਹਨਾਂ ਕੀਤਾ ਹੈ। ਵਧੀਆ ਉਪਰਾਲਾ ਹੈਗਾ। ਅਤੇ ਆਈ ਸੰਗਤ ਦਾ ਵੀ ਧੰਨਵਾਦ ਕਰਦੇ ਹਾਂ ਜੀ।
ਇਹਦੇ ਨਾਲ ਹੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਸਾਡੇ ਸਤਿਕਾਰਯੋਗ ਵਾਈਸ ਪ੍ਰਧਾਨ ਸਰਦਾਰ ਸਤਪਾਲ ਸਿੰਘ ਕਸਬਾ ਅਤੇ ਨਾਲ ਹੀ ਸਾਡੇ ਵਾਈਸ ਪ੍ਰੈਜ਼ੀਡੈਂਟ ਸਰਦਾਰ ਮਨਜੀਤ ਸਿੰਘ ਭਾਕੜ ਜੋ ਕਿ ਗੁਰੂ ਘਰ ਦੇ ਸੇਵਾਦਾਰ ਹਨ। ਉਹਨਾਂ ਨੂੰ ਬੇਨਤੀ ਆਈ ਹੈ ਕਿ ਜੋ ਵੀ ਸੰਗਤਾਂ ਥੱਲੇ ਲੰਗਰ ਹਾਲ 'ਚ ਬੈਠੀਆਂ ਹੋਣ ਉੱਤੇ ਆ ਕੇ ਉਹ ਪ੍ਰਸ਼ਾਦ ਲੈਣ। ਅਤੇ ਹੁਣ ਸਾਡੇ ਗਲੋਬਲ ਪਾਰਸੀ ਕਾਉਂਸਲ ਦੇ ਚੇਅਰਮੈਨ ਸਰਦਾਰ ਪ੍ਰੀਤਮ ਸਿੰਘ ਪੋਤੀਵਾਲ ਆਪ ਜੀ ਦਾ ਧੰਨਵਾਦ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗਲੋਬਲ ਪਾਰਸੀ ਕੌਂਸਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਆ। ਔਰ ਜਿਹੜੀਆਂ ਵੀ ਸੰਗਤਾਂ ਆਈਆਂ ਦਾਸ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਈਸ ਚੇਅਰਮੈਨ ਗਲੋਬਲ ਪਾਰਟ ਸਿੱਖ ਕਾਉਂਸਲ ਦਾ ਬਹੁਤ ਧੰਨਵਾਦ ਕਰਦਾ ਸੰਗਤਾਂ ਦਾ ਜਿਨ੍ਹਾਂ ਨੇ ਡੋਨੇਸ਼ਨ ਵੀ ਕੀਤੇ ਨੇ ਔਰ ਡੋਨੇਸ਼ਨ ਕਰ ਵੀ ਰਹੇ ਨੇ। ਉਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਆਪਣੀ ਜੋ ਪੂਰੀ ਕਮੇਟੀ ਹੈ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹੈ। ਪਰ ਜੋ ਅਸੀਂ ਕੰਮ ਕਰ ਰਹੇ ਹਾਂ, ਜੋ ਸਾਰਿਆਂ ਨੇ ਮਤਲਬ ਮਦਦ ਕਰਦੇ ਪਏ ਨੇ, ਉਹਨਾਂ ਦਾ ਬਹੁਤ ਧੰਨਵਾਦ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਚੇਅਰਮੈਨ ਸਾਹਿਬ ਸਰਦਾਰ ਪ੍ਰੀਤਮ ਸਿੰਘ ਪੋਤੀਵਾਲ, ਵਾਈਸ ਚੇਅਰਮੈਨ ਸਾਡੇ ਗੁਰਪਾਲ ਸਿੰਘ ਰਠੌਰ, ਉਹਨਾਂ ਦਾ ਬਹੁਤ ਧੰਨਵਾਦ ਕਰੇਗਾ ਦਾਸ, ਕਿਉਂਕਿ ਇਹ ਉਹ ਨੁਮਾਇੰਦੇ ਮੈਂਬਰ ਨੇ ਸਾਡੇ ਗਲੋਬਲ ਭਾਰਤ ਸਿੱਖ ਕੌਂਸਲ। ਸਾਡੇ ਵੀਰ ਜੀ ਦਿਲਾਵਰ ਸਿੰਘ ਪੋਤੀਵਾਲ ਕਹਿ ਕੇ ਜਾਂਦੇ ਨੇ ਕਿ ਇਹ ਸਾਡੇ ਗਲੋਬਲ ਭਾਰਤ ਸਿੱਖ ਕੌਂਸਲ ਦੀਆਂ ਸ਼ਾਨਾਂ ਹੈਗੀਆਂ ਨੇ ਕਿ ਜਿਹੜੀਆਂ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਹੀ ਸਾਡੇ ਨਾਲ ਖਲੋਤੇ ਰਹਿੰਦੇ ਨੇ। ਔਰ ਜਦੋਂ ਵੀ ਕੋਈ ਸੇਵਾ ਦਾ ਉਪਰਾਲਾ ਕਰਨਾ ਹੁੰਦਾ ਹੈ, ਇਹ ਸਾਡੇ ਵੀਰ ਵਾਈਸ ਚੇਅਰਮੈਨ ਅਤੇ ਵਾਈਸ ਚੇਅਰਮੈਨ ਹਮੇਸ਼ਾ ਹੀ ਅੱਗੇ ਆਉਂਦੇ ਨੇ ਔਰ ਵੱਧ ਚੜ੍ਹ ਕੇ ਜਿਹੜਾ ਨਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਤੇ ਮਾਇਆ ਜਿਹੜੀ ਇਕੱਤਰ ਵੀ ਕਰਦੇ ਆ। ਇਸ ਟਾਈਮ ਵੀ ਇਹਨਾਂ ਕੋਲ ਜਿਹੜੀਆਂ ਬੁੱਕਾਂ ਨੇ ਇਹ ਘਰ ਪ੍ਰਤੀ ਵੀ ਜਾਂਦੇ ਆ ਔਰ ਸੰਗਤਾਂ ਨੂੰ ਫੋਨਾਂ ਰਾਹੀਂ ਵੀ ਇਹ ਮਾਇਆ ਜਿਹੜੀ ਇਕੱਠੀ ਕਰਦੇ ਆ। ਔਰ ਦਾਸ ਦਿਲ ਦੀਆਂ ਗਹਿਰਾਈਆਂ ਨਾਲ ਧੰਨਵਾਦ ਕਰੇਗਾ। ਜਿੰਨਾ ਇਹਨਾਂ ਦਾ ਧੰਨਵਾਦ ਕਰ ਦਿਓ, ਦਾਸ ਪਹਿਲਾਂ ਵੀ ਕਹਿ ਚੁੱਕਿਆ ਸੀ ਕਿ ਆਪਣੀ ਸਪੀਚ ਵਿੱਚ ਕਿ ਇਹਨਾਂ ਦੇ ਨਾਲ ਕੰਮ ਕਰਦਿਆਂ ਦਾਸ ਨੂੰ ਬਹੁਤ ਪ੍ਰਾਊਡ ਫੀਲ ਹੁੰਦੀ ਹੈ, ਕਿਉਂਕਿ ਕਹਿੰਦੇ ਨੇ ਜਦੋਂ ਤੁਹਾਡੀ ਟੀਮ ਔਰ ਤੁਹਾਡੀ ਨੀਂਹ ਇਹ ਮਜ਼ਬੂਤ ਹੋਣ ਨਾ ਤਾਂ ਫਿਰ ਤੂਫਾਨ ਕਦੀ ਵੀ ਹਿਲਾ ਨਹੀਂ ਸਕਦੇ। ਸੋ ਦਾਸ ਬਹੁਤ ਪ੍ਰਾਊਡ ਫੀਲ ਕਰਦਾ ਹੈ ਇਸ ਮੈਂਬਰਾਂ ਦੇ ਨਾਲ। ਸਾਡੇ ਪ੍ਰਧਾਨ ਸਾਹਿਬ ਜਨਰਲ ਸਕੱਤਰ ਆਪਣੇ ਗੁਰਚਰਨ ਸਿੰਘ ਦਿਕਪਾਲ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰੇਗਾ ਕਿ ਜਿਹੜੀ ਕਿ ਕਹਿੰਦੇ ਨੇ ਕਿ ਨੀਹਾਂ ਜਿਹੜੀਆਂ ਹੁੰਦੀਆਂ ਨੇ। ਸੋ ਦਾਸ ਕਹਿਣ ਨੂੰ ਤਾਂ ਬਹੁਤ ਕੁਝ ਕਹਿ ਸਕਦਾ। ਤੁਹਾਡੇ ਕੋਲ 50 ਮੈਂਬਰ ਆ ਜਿਨ੍ਹਾਂ ਦੀ ਮੈਂ ਵਰਬਲੀ ਤਾਰੀਫ ਕਰਾਂ ਨਾ ਤੇ ਘੰਟਾ ਡੇਢ ਘੰਟਾ ਉਂਝ ਹੀ ਲੱਗ ਜਾਏਗਾ। ਮੇਰੇ ਖਿਆਲ ਸਾਨੂੰ ਮਸੇ ਕਿਤੇ 45 ਮਿੰਟ ਮਿਲੇ ਨੇ। ਤੋ ਦਾਸ ਆਪਣੀ ਸਪੀਚ ਨੂੰ ਬਿਲਕੁਲ ਸ਼ੋਰਟ ਕਰੇਗਾ। ਔਰ ਮੈਂ ਧੰਨਵਾਦ ਕਰਾਂਗਾ ਸਾਡੇ ਜਨਰਲ ਸਕੱਤਰ ਸਾਹਿਬ ਉਹਨਾਂ ਦਾ ਕਿ ਚੇਅਰਮੈਨ ਦਾ ਅਤੇ ਆਪਣਾ ਵਾਈਸ ਚੇਅਰਮੈਨ ਦਾ ਜਿਹੜਾ ਕਿ ਸਨਮਾਨਿਤ ਕੀਤਾ ਜਾਵੇ ਸਰੋਪੇ ਦੇ ਨਾਲ। ਅਤੇ ਉਸ ਤੋਂ ਬਾਅਦ ਜਿਹੜੇ ਟਾਈਮ ਨੇ ਜਲਦੀ ਜਿੰਨਾ ਵੀ ਇਹਨੇ ਬੜਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਸਾਡੇ ਸਟੇਟ ਸਕੱਤਰ ਸਰਦਾਰ ਰਣਜੀਤ ਸਿੰਘ ਭਾਕੜ ਉਹਨਾਂ ਨੇ ਪਹਿਲੇ ਹੀ ਦਰਸਾਇਆ ਹੈ ਕਿ ਸਾਡੇ ਚੇਅਰਮੈਨ ਸਰਦਾਰ ਪ੍ਰੀਤਮ ਸਿੰਘ ਪੋਤੀਵਾਲ ਅਤੇ ਸਰਦਾਰ ਗੁਰਪਾਲ ਸਿੰਘ ਰਾਠੌਰ ਇਹ ਬਿਹਾਈਂਡ ਦਾ ਕਰਟਨ ਕੰਮ ਕਰਦੇ ਹਨ। ਅਤੇ ਇਸ ਦੇ ਬਾਅਦ ਇੱਕ ਦੋ ਬੁਲਾਰੇ ਹੋਰ ਹਨ ਅਤੇ ਉਸ ਦੇ ਬਾਅਦ ਜੋ ਸਰੋਪਿਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਸੋ ਦਾਸ ਧੰਨਵਾਦ ਕਰੇ। ਭਲੇ ਸੋ ਨਿਹਾਲ। ਸਾਡੇ ਚੇਅਰਮੈਨ ਸਰਦਾਰ ਪ੍ਰੀਤਮ ਸਿੰਘ ਪੋਤੀਵਾਲ, ਚੇਅਰਮੈਨ ਸਾਡੇ ਸਰਦਾਰ ਗੁਰਪਾਲ ਸਿੰਘ ਰਾਠੌਰ, ਜਨਰਲ ਸਕੱਤਰ ਸਾਹਿਬ ਅਤੇ ਸਟੇਟ ਸਕੱਤਰ ਸਾਹਿਬ ਨੇ ਜਿਹਨਾਂ ਨੇ ਸਨਮਾਨਿਤ ਕੀਤਾ ਗੁਰੂ ਮਹਾਰਾਜ ਦੀ ਹਜ਼ੂਰੀ 'ਚ, ਧੰਨਵਾਦ ਹੈ ਇਹਨਾਂ ਦਾ। ਧੰਨਵਾਦ ਪ੍ਰਧਾਨ ਸਾਹਿਬ ਦਾ। ਇੱਥੇ ਮੈਂ ਸਾਡੇ ਸਤਿਕਾਰਯੋਗ ਕਸ਼ਮੀਰ ਸਿੰਘ ਜੋ ਸੰਗਤਾਂ ਦਾ ਧੰਨਵਾਦ ਕਰਨ ਚਾਹਾਂਗੇ ਅਤੇ ਆਪਣਾ ਵਿਜੇ ਸਿੰਘ ਰਾਠੌਰ ਉਹ ਵੀ ਇੱਥੇ ਸਟੇਜ 'ਤੇ ਆ ਕੇ ਸੰਗਤਾਂ ਦਾ ਧੰਨਵਾਦ ਕਰਾਂ। ਵਿਜੇ ਸਿੰਘ ਰਾਠੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਆਈਆਂ ਸੰਗਤਾਂ ਦਾ ਜਿਨ੍ਹਾਂ ਨੇ ਅੱਜ ਗੁਰੂ ਘਰ ਦੀ ਹਜ਼ੂਰੀ ਵਿੱਚ ਆਪਣਾ ਸਮੇਂ ਕੱਢ ਕੇ ਹਾਜ਼ਰੀ ਭਰੀ ਹੈ। ਸੋ ਦਾਸ ਬੇਨਤੀ ਕਰੇਗਾ ਕਿ ਗਲੋਬਲ ਭਾਰਤ ਸਿੱਖ ਕੌਂਸਲ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਸੰਗਤਾਂ ਜੁੜਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਲੋੜਵੰਦਾਂ ਦੀ ਜ਼ਿਆਦਾ ਤੋਂ ਜ਼ਿਆਦਾ ਸੇਵਾ ਕਰ ਸਕੀਏ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕਰਨਾ ਚਾਹਾਂਗੇ ਸਾਡੇ ਵਾਈਸ ਖਜ਼ਾਨਚੀ ਸਾਹਿਬ ਸਰਦਾਰ ਸੁਖਦੇਵ ਸਿੰਘ ਲਖਨਪਾਲ
ਅਤੇ ਆਈ ਥਿੰਕ ਵਿਜੇ ਸਿੰਘ ਰਾਠੌਰ ਇੱਥੇ ਹੈ ਨਹੀਂ, ਤਾਂ ਮੈਂ ਅਗਲਾ ਬੁਲਾਰਾ ਹਰਭਜਨ ਸਿੰਘ ਪੋਤੀਵਾਲ ਸੌਰੀ ਜਸਵੰਤ ਸਿੰਘ ਪੋਤੀਵਾਲ ਉਹਨਾਂ ਨੂੰ ਰਿਕੁਐਸਟ ਕਰਨਾ ਕਿ ਸਟੇਜ 'ਤੇ ਆ ਕੇ 2 ਮਿੰਟ ਵਾਸਤੇ ਸੰਗਤਾਂ ਦਾ ਧੰਨਵਾਦ ਕਰਨ ਅਤੇ ਇਸ ਦੇ ਬਾਅਦ ਜੋ ਸਨਮਾਨ ਆਪਣੇ ਮੈਂਬਰਾਂ ਸਾਹਿਬ ਨੂੰ ਅਤੇ ਜੋ ਦਾਨੀ ਵੀਰ ਹਨ ਉਹਨਾਂ ਨੂੰ ਕਰਨਾ ਹੈ। ਸੋ ਸਰਦਾਰ ਜਸਵੰਤ ਸਿੰਘ ਪੋਤੀਵਾਲ 2 ਮਿੰਟ ਵਾਸਤੇ ਆਪਣੇ ਵਿਚਾਰ ਰੱਖਣਗੇ। अगर वीर विजय सिंह राठौर जी मेरी गल आवाज़ सुन रहे हो तो प्लीज़ स्टेज के कोल आने की किरपालता करनी जी। गुरु ग्रंथ साहब की समुची गोच बैठे गुरु रूप खालसा जीओ फतेह प्रवान करो। वाहिगुरू जी का खालसा वाहिगुरू जी की फतेह। दास धन्नवादी है आई सारी ही सरबत संगत का लंडन तो ब्रिस्टल तो या होर भी शहरों तो जो संगत आईया हैं। ग्लोबल भारत सिख कौंसल जो उन्होंने ऑर्गेनाइज की है। दास तो हमेशा ही कहता है कि ये जो उपराला है जिमें कि साढ़े सिख चैनल के एडिटर जी भी दस गए हैं कि इस मुल्का दे विच बहुत सारे गुरुद्वारे हैं। इत्थों तक कि अपनी भाट बलादरी के गुरुद्वारे असीं गिणीए तो 35 गुरुद्वारे हैं। हर गुरुद्वारा 500 पौंड महीना भी दवे तो 15,000 पौंड महीने का बन जाता। तो 15,000 पौंड के नाल तुसी अपनी किन्नी संगत ਜਾਂ पूरी सिख कौम की किन्नी तुसी मदद कर सकते हो। और ये जो ग्लोबल भारत सिख कौंसल है इन्होंने बहुत ही अच्छा उपराला किया है कि जो असी पहले जिन्ने भी इत्थे इंग्लैंड विच संगत आईया हैं असी जरूर अपने रिश्तेदार भैन भरावां की बहुत सारी मदद की है। उन्होंने भी अपने घर बार महल बना के सारे हैं। पर कुछ संगतां जो इहो ਜਿਹੇ ਹਨ जो साडे भैन भरा नहीं सन तो सानू पता भी नहीं सी वो कित्थे रहिंदे हन, किस तरह रहिंदे हन और किस तरह गुजारा करते हैं। ये एक अच्छा उपराला निकलिया है जो कि संगतां जो जिन्होंने जरूरत है असी उन्होंने दे रहे हैं। हुण पहले तो बिना जरूरत वालियां भी ये जो सेवा सी मिल रही सी। सो ये एक अच्छा उपराला है, ਵਧਾਈ ਦੇ ਪਾਤਰ ਹਨ। खास करके जो असी पंजाबी स्कूल भी खोलिया है, होर भी जगह ते असी जो स्कूल हैं वो खोलने की कोशिश करांगे तो जो होर भी जो सेवा है वो चलदियां हैं। साडे सारिया ही संगतां दे चरणों 'च बेनती है कि वध चढ़ के तुसी माया की सेवा कराओगे तो वध चढ़ के जो कमेटी है जो सारे मिल के मोढे नाल मोढा जोड़ के सेवा करते हैं। मैं सारिया का नाम तो नहीं लै सकता लेकिन सारी ही प्रबंधक कमेटी वो कमेटी तां ही चलती है जे संगत उन्हां दा सहयोग देवे। जे संगत वालों सहयोग नहीं तो कमेटी भी नहीं चल सकती। क्योंकि किस जो भी असी खर्चे करते हाँ जिस जगह पर भी असी सेवा या पैसे या कोई होर समान भेजते हाँ वो तुहाडे ही पॉकेट दे विचों पैसे आते हैं तो असी देते हाँ। और ये जो सिलसिला है हमेशा ही इस तरह चलता रहे। दोबारा दास सारी ही सरबत संगत का खास करके जो ग्लोबल भारत कौंसल कमेटी का जो अपना टाइम तोड़ के टाइम कढ़ के काम करते हैं उन्होंने बहुत ही धन्यवाद करता है। और दास इन्होंने बधाई पेश करता है और गुरु महाराज के चरणों च अरदास है ये जो कौंसल है इस तरह चलती रहे तो जड़िया भी संगतां नूं जरूरत है उन्हों की वध चढ़ के सेवा करती रहे। वाहिगुरू जी का खालसा वाहिगुरू जी की फतेह। ਧੰਨਵਾਦ ਕਰਾਂਗੇ ਸਾਡੇ ਸਤਿਕਾਰਯੋਗ ਵੀਰ ਸਰਦਾਰ ਜਸਵੰਤ ਸਿੰਘ ਪੋਤੀਵਾਲ ਹੋਣਾ ਦੇ ਜਿਨ੍ਹਾਂ ਨੇ ਬਹੁਤ ਹੀ ਥੋੜ੍ਹੇ ਸ਼ਬਦਾਂ ਵਿੱਚ ਬਹੁਤ ਹੀ ਸੋਹਣਾ ਮੈਸੇਜ ਦਿੱਤਾ ਹੈ। ਅਤੇ ਇਸ ਦੇ ਨਾਲ ਹੀ ਅਸੀਂ ਕਈ ਮੈਂਬਰਾਂ ਸਾਹਿਬਾਨ ਜਿਨ੍ਹਾਂ ਦਾ ਧੰਨਵਾਦ ਕਰਨਾ ਰਹਿ ਗਿਆ ਹੈ ਜਿਸ ਤਰ੍ਹਾਂ ਕਿ ਸਾਡੇ ਮਨੀ ਕਲੈਕਟਰ ਜਾਂ ਫੰਡ ਰੇਜ਼ਰ ਸਰਦਾਰ ਗਰੀਬ ਸਿੰਘ ਚੌਹਾਨ, ਦਰਸ਼ਨ ਸਿੰਘ ਟਾਕ ਅਤੇ ਉਸ ਦੇ ਨਾਲ ਸਾਡੀ ਆਈਟੀ ਇੰਚਾਰਜ ਸਰਦਾਰ ਗੋਕਲ ਸਿੰਘ ਅਤੇ ਗਰੁੱਪ ਐਡਮਿਨ ਸਰਦਾਰ ਸਰਵਨਜੀਤ ਸਿੰਘ ਪਾਕੜ ਅਤੇ ਹੋਰ ਬਹੁਤ ਸਾਰੇ ਸੇਵਾਦਾਰ ਹਨ ਜਿਨ੍ਹਾਂ ਦਾ ਨਾਂ ਨਹੀਂ ਲੈ ਪਾ ਰਹੇ। ਸੋ ਇੱਥੇ ਅਸੀਂ ਸਪੈਸ਼ਲ ਤੌਰ 'ਤੇ ਸਾਡੇ ਗੁਰੂ ਘਰ ਦੇ ਵਾਈਸ ਪ੍ਰਧਾਨ ਸਰਦਾਰ ਮਨਜੀਤ ਸਿੰਘ ਪਾਕੜ ਜੀ ਸਟੇਜ ਦੇ ਸਾਹਮਣੇ ਆਉਣ, ਪ੍ਰਭਾਕਰ ਸਾਹਿਬ ਅਤੇ ਮੈਂ ਆਪਣੇ ਸਾਡੇ ਗਲੋਬਲ ਪਾਸਿਕ ਕਾਉਂਸਲ ਦੇ ਵਾਈਸ ਪ੍ਰਧਾਨ ਸਰਦਾਰ ਸਤਪਾਲ ਸਿੰਘ ਕਸਬਾ ਉਹਨਾਂ ਨੂੰ ਬੇਨਤੀ ਕਰਨਾ ਹਾਂ ਕਿ ਇਹਨਾਂ ਨੂੰ ਸਰੋਪੇ ਨਾਲ ਸਨਮਾਨਿਤ ਕੀਤਾ ਜਾਵੇ। ਸੋ ਸਰਦਾਰ ਮਨਜੀਤ ਸਿੰਘ ਪ੍ਰਭਾਕਰ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਅਸੀਂ ਧੰਨਵਾਦ ਕਰਦੇ ਹਾਂ ਮਨਜੀਤ ਸਿੰਘ ਪ੍ਰਭਾਕਰ ਹੋਣਾ ਦਾ ਜਿਨ੍ਹਾਂ ਨੇ ਗਲੋਬਲ ਪਾਸਿਕ ਕਾਉਂਸਲ ਨੂੰ ਮਾਣ ਬਖਸ਼ਿਆ ਹੈ ਅਤੇ ਜੋ ਸਰੋਪਾ ਪ੍ਰਵਾਨ ਕੀਤਾ ਹੈ। ਇੱਥੇ
ਬਹੁਤ ਹੀ ਇੱਕ ਦੱਸਣਾ ਜ਼ਰੂਰੀ ਹੈ ਕਿ ਗਲੋਬਲ ਪਾਵਰ ਸਿੱਖ ਕਾਉਂਸਲ ਜੋ ਚੱਲ ਰਹੀ ਹੈ ਉਹ ਜਿਹੜੇ ਸਾਡੇ ਦਾਨੀ ਵੀਰ ਹਨ ਉਹਨਾਂ ਦੀ ਹੈਲਪ ਨਾਲ ਚੱਲ ਰਹੀ ਹੈ, ਕਿਉਂਕਿ ਬਿਨਾਂ ਇਹਨਾਂ ਦੀ ਹੈਲਪ ਨਾਲ ਅਸੀਂ ਜੋ ਗਲੋਬਲ ਪਾਵਰ ਸਿੱਖ ਕਾਉਂਸਲ ਦੇ ਕਾਰਜ ਹਨ ਉਹ ਨਹੀਂ ਲਿਖ ਸਕਦੇ। ਅਤੇ ਸਾਡੇ ਬਹੁਤ ਸਾਰੇ ਸੇਵਾਦਾਰ ਹਨ ਜੋ ਕਿ ਮੰਥਲੀ ਡਾਇਰੈਕਟ ਡੈਬਿਟ ਗਲੋਬਲ ਪਾਵਰ ਸਿੱਖ ਕਾਉਂਸਲ ਨੂੰ ਦਿੰਦੇ ਹਨ। ਉਹਨਾਂ ਵਿੱਚੋਂ ਸਰਦਾਰ ਗੁਰਚਰਨ ਸਿੰਘ ਦਿਕਪਾਲ ਪ੍ਰਧਾਨ ਸਾਹਿਬ, ਸਰਦਾਰ ਬਲਬੀਰ ਸਿੰਘ ਸੇਰੀ 50 ਪੌਂਡ ਮੰਥਲੀ ਸੇਵਾ, ਸਰਦਾਰ ਦਿਲਾਵਰ ਸਿੰਘ ਪੋਥੀਵਾਲ 10 ਪੌਂਡ ਮੰਥਲੀ ਸੇਵਾ, ਸਰਦਾਰ ਗੁਰਚਰਨ ਸਿੰਘ ਦਿਕਪਾਲ 10 ਪੌਂਡ ਮੰਥਲੀ ਸੇਵਾ, ਸਰਦਾਰ ਗੋਕੁਲ ਸਿੰਘ ਲਖਨਪਾਲ 10 ਪੌਂਡ ਮੰਥਲੀ ਸੇਵਾ, ਕਸ਼ਮੀਰ ਸਿੰਘ ਲਖਨਪਾਲ 25 ਪੌਂਡ ਮੰਥਲੀ ਸੇਵਾ, ਸੁਰਿੰਦਰਪਾਲ ਸਿੰਘ ਲਾਂਡਾ ਜੀ 50 ਪੌਂਡ ਮੰਥਲੀ ਸੇਵਾ, ਸਰਦਾਰ ਕੀਮਤ ਬੋਰ ਸਿੰਘ ਖੰਡਾ 15 ਪੌਂਡ ਮੰਥਲੀ ਸੇਵਾ, ਸਰਦਾਰ ਸਰਵਨਜੀਤ ਸਿੰਘ ਪਾਕੜ 15 ਪੌਂਡ ਵੈਬਸਾਈਟ ਦੀ ਸੇਵਾ ਕਰਦੇ ਹਨ, ਸਰਦਾਰ ਪ੍ਰੀਤਮ ਸਿੰਘ ਪੋਥੀਵਾਲ 70 ਪੌਂਡ ਮੰਥਲੀ ਸੇਵਾ, ਸਰਦਾਰ ਸਤਪਾਲ ਸਿੰਘ ਕਸਬਾ 50 ਪੌਂਡ ਮੰਥਲੀ ਸੇਵਾ, ਸਰਦਾਰ ਸੁਖਦੇਵ ਸਿੰਘ ਲਾਂਡਾ 10 ਪੌਂਡ ਮੰਥਲੀ ਸੇਵਾ, ਸਰਦਾਰ ਗੁਰਪਾਲ ਸਿੰਘ ਰਥੋੜ 50 ਪੌਂਡ ਮੰਥਲੀ ਸੇਵਾ, ਸਰਦਾਰ ਦੀਪਕ ਸਿੰਘ ਰਥੋੜ 30 ਪੌਂਡ ਮੰਥਲੀ ਸੇਵਾ, ਸਰਦਾਰ ਵਿਜੇ ਸਿੰਘ ਰਥੋੜ 10 ਪੌਂਡ ਮੰਥਲੀ ਸੇਵਾ, ਸਰਦਾਰ ਰਣਜੀਤ ਸਿੰਘ ਰਥੋੜ ਅਤੇ ਹਰਭਜਨ ਸਿੰਘ ਰਥੋੜ 30 ਪੌਂਡ ਮੰਥਲੀ ਸੇਵਾ, ਸਰਦਾਰ ਬਲਬੀਰ ਸਿੰਘ ਲਖਨਪਾਲ 15 ਪੌਂਡ ਸੇਵਾ, ਸਰਦਾਰ ਦਵਿੰਦਰ ਸਿੰਘ ਪੋਥੀਵਾਲ 10 ਪੌਂਡ ਸੇਵਾ, ਸਰਦਾਰ ਗੁਰਪ੍ਰੀਤ ਸਿੰਘ ਰਾਠੌੜ 50 ਪੌਂਡ ਸੇਵਾ, ਬੀਬੀ ਨੀਤੂ ਕੌਰ 10 ਪੌਂਡ, ਬੀਬਾ ਰਣਜੀਤਾ ਕੌਰ ਪਾਕੜ 10 ਪੌਂਡ ਮੰਥਲੀ ਸੇਵਾ, ਸਰਦਾਰ ਨਰਿੰਦਰ ਸਿੰਘ ਪੋਥੀਵਾਲ ਅਤੇ ਬੀਬੀ ਨਿਰਮਲ ਕੌਰ ਪੋਥੀਵਾਲ 20 ਪੌਂਡ ਮੰਥਲੀ ਸੇਵਾ, ਸਰਦਾਰ ਜਗਬੀਰ ਸਿੰਘ ਪੋਥੀਵਾਲ 25 ਪੌਂਡ ਮੰਥਲੀ ਸੇਵਾ, ਸਰਦਾਰ ਬਿੰਟੂ ਸਿੰਘ ਹਸਨ ਆਫ ਰਘੁਵੀਰ ਸਿੰਘ ਅਰੋਧ ਗੋਬਿੰਦਗੜ੍ਹ ਤੋਂ 1000 ਰੁਪਇਆ 1000 ਰੁਪਇਆ ਇੰਡੀਆ ਤੋਂ ਮੰਥਲੀ ਸੇਵਾ, ਵਿਜੇ ਸਿੰਘ ਕਸਬਾ ਗੋਬਿੰਦਗੜ੍ਹ ਤੋਂ 1000 ਰੁਪਏ ਮੰਥਲੀ ਸੇਵਾ, ਦਰਸ਼ਨ ਸਿੰਘ ਕਸਬਾ ਗਲੋਬਲ ਪਾਵਰ ਸਿੱਖ ਕਾਉਂਸਲ ਦੇ ਪ੍ਰਧਾਨ ਇੰਡੀਆ ਤੋਂ 1000 ਰੁਪਏ ਮੰਥਲੀ ਸੇਵਾ, ਗੁਰਸੇਵਕ ਸਿੰਘ ਗੁਰਸੇਵਕ ਸਿੰਘ ਗੋਬਿੰਦਗੜ੍ਹ ਗੁਰੂ ਘਰ ਦੇ ਪ੍ਰਧਾਨ 2000 ਰੁਪਈਆ ਮੰਥਲੀ ਸੇਵਾ, ਵਿਚਿਤਰਾ ਸਿੰਘ ਪਾਕੜ 500 ਰੁਪਈਆ ਮੰਥਲੀ ਸੇਵਾ, ਅਮਰਜੀਤ ਸਿੰਘ ਪਾਕੜ ਗੋਬਿੰਦਗੜ੍ਹ ਤੋਂ 250 ਰੁਪਏ ਮੰਥਲੀ ਸੇਵਾ, ਸੂਬਾ ਸਿੰਘ ਪਾਕੜ 1000 ਰੁਪਏ ਮੰਥਲੀ ਸੇਵਾ, ਦੀਪਕ ਸਿੰਘ ਲਖਨਪਾਲ ਇੰਡੀਆ ਤੋਂ 250 ਰੁਪਏ ਮੰਥਲੀ ਸੇਵਾ, ਵਿਕਰਮ ਸਿੰਘ ਲਖਨਪਾਲ ਇੰਡੀਆ ਤੋਂ 1000 ਰੁਪਏ ਮੰਥਲੀ ਸੇਵਾ, ਸੋਨੂ ਸਿੰਘ ਅਰੋਧ 250 ਰੁਪਏ ਮੰਥਲੀ ਸੇਵਾ। ਸੋ ਇਹ ਵੀਰ ਹਨ ਜੋ ਮੰਥਲੀ ਡਾਇਰੈਕਟ ਡੈਬਿਟ ਕੀਤਾ ਹੋਇਆ ਹੈ ਅਤੇ ਇਹਨਾਂ ਵੀਰਾਂ ਦੇ ਸਹਿਯੋਗ ਨਾਲ ਹੀ ਜੋ ਬਜ਼ੁਰਗ ਬੀਬੀਆਂ ਹਨ ਅਤੇ ਵਿਧਵਾ ਬੀਬੀਆਂ ਹਨ ਉਹਨਾਂ ਨੂੰ ਮੰਥਲੀ ਸੇਵਾ ਪਹੁੰਚਾਈ ਜਾਂਦੀ ਹੈ। ਸੋ ਅਸੀਂ ਇਹਨਾਂ ਦਾਨੀ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਹਾਂਜੀ, ਇੱਥੇ ਮੈਂ ਰਿਕੁਐਸਟ ਕਰਾਂਗਾ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਗੁਰਚਰਨ ਸਿੰਘ ਅਤੇ ਵਾਈਸ ਪ੍ਰਧਾਨ ਸਰਦਾਰ ਸਤਪਾਲ ਸਿੰਘ ਕਸਬਾ ਸਟੇਜ ਦੇ ਕੋਲ ਸਰੋਪੇ ਵਾਸਤੇ ਅੱਗੇ ਆਉਣ। ਬੋਲੇ ਸੋ ਨਿਹਾਲ। ਅਗਰ ਸਰਦਾਰ ਸੁਖਦੇਵ ਸਿੰਘ ਅਤੇ ਕਸ਼ਮੀਰ ਸਿੰਘ ਸਟੇਜ ਦੇ ਕੋਲ ਸਰੋਪੇ ਵਾਸਤੇ ਆਉਣ। ਸਰਦਾਰ ਸੁਖਦੇਵ ਸਿੰਘ ਅਤੇ ਕਸ਼ਮੀਰ ਸਿੰਘ ਅਤੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨੇ ਹਾਂ ਕਿ ਸਰਦਾਰ ਸੁਖਦੇਵ ਸਿੰਘ ਅਤੇ ਕਸ਼ਮੀਰ ਸਿੰਘ ਨੂੰ ਸਰੋਪੇ ਨਾਲ ਸਨਮਾਨਿਤ ਕੀਤਾ ਜਾਵੇ। ਅਗਲੇ ਸਾਡੇ ਵੀਰ ਸਰਦਾਰ ਗੋਕੁਲ ਸਿੰਘ, ਸਰਵਨਜੀਤ ਸਿੰਘ, ਬਲਬੀਰ ਅਤੇ ਦਵਿੰਦਰ ਸਿੰਘ ਸਰੋਪੇ ਵਾਸਤੇ ਆਉਣ ਦੀ ਕਿਰਪਾਲਤਾ ਕਰਨੀ ਜੀ। ਸਤਿ ਸ੍ਰੀ ਅਕਾਲ। ਸਰਦਾਰ ਹਾਕੀਮਾ ਕਾਨਾ ਸਟੇਟ ਸਕੱਤਰ ਸਰਦਾਰ ਵਿਜੇ ਸਿੰਘ ਰਥੋੜ ਇੱਥੇ ਪਹੁੰਚ ਗਏ ਹਾਂ। ਐਕਚੁਅਲੀ ਉਹਨਾਂ ਨੂੰ ਮੈਂ ਬੁਲਾ ਰਿਹਾ ਸੀ, ਉਹ ਹਾਂ ਉਹਨੂੰ ਕੋਈ ਵੀ ਖਾਣਾ ਤੁਸੀਂ ਲੈ ਜਾਓ। ਸਤਿ ਸ੍ਰੀ ਅਕਾਲ।
ਅੱਗੇ ਬੇਨਤੀ ਹੈ ਕਿ ਅਗਲਾ ਸਨਮਾਨ ਸਰਦਾਰ ਗੋਕੁਲ ਸਿੰਘ ਅਤੇ ਵੀਰ ਸਰਵਨਜੀਤ ਸਿੰਘ ਅੱਗੇ ਆਉਣ ਪਲੀਜ਼। ਗੋਕੁਲ ਸਿੰਘ ਐਂਡ ਸਰਵਨਜੀਤ। ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨੀ ਹੈ ਕਿ ਇਹਨਾਂ ਨੂੰ ਸਰੋਪੇ ਨਾਲ ਨਵਾਜਿਆ ਜਾਵੇ। ਅੱਛਾ, ਹੋਰ ਕੋਣ ਹੈਗੇ? ਹੋਰ ਕੋਣ ਹੈਗੇ? ਸਰਵਨਜੀਤ ਸਿੰਘ ਸਰ। ਸਰਦਾਰ ਸਰਵਨਜੀਤ ਸਿੰਘ ਜੀ ਪਲੀਜ਼ ਅੱਗੇ ਆ ਕੇ ਸਰੋਪਾ ਲੈਣ ਦੀ ਕਿਰਪਾਲਤਾ ਕਰਨੀ ਜੀ। ਨਰਿੰਦਰ ਸਿੰਘ ਖਾਲਸਾ। ਸਾਡੇ ਸਤਿਕਾਰਯੋਗ ਵੀਰ ਸਰਦਾਰ ਨਰਿੰਦਰ ਸਿੰਘ ਖਾਲਸਾ ਜੀ, ਤੁਸੀਂ ਵੀ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਅਤੇ ਇਸ ਦੇ ਨਾਲ ਹੀ ਅਸੀਂ ਸਾਡੇ ਗੁਰੂ ਘਰ ਦੇ ਜਨਰਲ ਸਕੱਤਰ ਜਨਰਲ ਸਕੱਤਰ ਬੀਬਾ ਜਤਿੰਦਰ ਕੌਰ ਪੋਥੀਵਾਲ ਇੱਥੇ ਪਹੁੰਚ ਕੇ ਸਰੋਪਾ ਲੈਣ ਦੀ ਕਿਰਪਾਲਤਾ ਕਰਨੀ ਜੀ। ਮੋਹਨਜੀਤ ਭੱਟੀ ਦੀ ਮਿਸਿਸ ਹੈ। ਹਾਂਜੀ ਹਾਂਜੀ ਹਾਂਜੀ। ਬੀਬਾ ਜਤਿੰਦਰ ਕੌਰ ਪੋਥੀਵਾਲ ਉਹਨਾਂ ਨੂੰ ਸਰੋਪੇ ਨਾਲ ਸਨਮਾਨਿਤ ਕੀਤਾ ਜਾਵੇ। ਐਕਚੁਅਲੀ ਸੁਰੇਸ਼ ਸਿੰਘ ਪੋਥੀਵਾਲ ਅਤੇ ਸਰਦਾਰ ਦਲੀਪ ਸਿੰਘ ਪੋਥੀਵਾਲ ਉਹ ਬਿਜੀ ਹੋਣ ਦੇ ਕਾਰਨ ਨਹੀਂ ਆ ਪਾਏ, ਸੋ ਅਸੀਂ ਉਹਨਾਂ ਦੀ ਮਾਤਾ ਜੀ ਨੂੰ ਗਲੋਬਲ ਪਾਰਸੀ ਕਾਉਂਸਲ ਵੱਲੋਂ ਸਰੋਪੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਸਿਮਰਨ ਸੀਤਾ ਕੌਰ ਨੇ ਸਨਮਾਨਿਤ ਕੀਤਾ। ਬੀਬਾ ਸੁਨੀਤਾ ਕੌਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਨਮਾਨਿਤ ਕੀਤਾ ਹੈ। ਗਰੀਬ ਚੌਹਾਨ ਰਹਿ ਗਿਆ। ਸਾਡੇ ਸਤਿਕਾਰਯੋਗ ਵੀਰ ਸਰਦਾਰ ਗਰੀਬ ਸਿੰਘ ਚੌਹਾਨ ਸਟੇਜ ਦੇ ਸਰੋਪੇ ਵਾਸਤੇ ਪਹੁੰਚਣ ਜੀ ਪਲੀਜ਼। ਐਂਡ ਸਾਡੇ ਸਤਿਕਾਰਯੋਗ ਜਗਬੀਰ ਸਿੰਘ ਪੋਥੀਵਾਲ ਵੀ ਅੱਗੇ ਆ ਕੇ ਸਰੋਪਾ ਲੈਣ ਪਲੀਜ਼। ਜਗਬੀਰ ਸਿੰਘ ਪੋਥੀਵਾਲ। ਜਲਾਓ ਪਲੀਜ਼ ਬੁਲਾਓ। ਅਸੀਂ ਇੱਥੇ ਸਾਡੇ ਸਤਿਕਾਰਯੋਗ ਬੀਬਾ ਕੁਲਵੰਤ ਕੌਰ ਅਤੇ ਬੀਬਾ ਸਿਮਰਨ ਕੌਰ ਪੋਥੀਵਾਲ ਸਟੇਜ 'ਤੇ ਆਉਣ ਅਤੇ ਸਰੋਪਾ ਲੈਣ। ਅਤੇ ਇੱਥੇ ਅਸੀਂ ਸਾਡੇ ਜਨਰਲ ਸਕੱਤਰ ਗੁਰੂ ਘਰ ਦੇ ਜਨਰਲ ਸਕੱਤਰ ਬੀਬਾ ਜਤਿੰਦਰ ਕੌਰ ਪੋਥੀਵਾਲ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਆ ਕੇ ਬੀਬਾ ਉਹਨਾਂ ਨੂੰ ਸਰੋਪੇ ਨਾਲ ਸਨਮਾਨਿਤ ਕੀਤਾ ਜਾਵੇ। ਬੀਬਾ ਜਤਿੰਦਰ ਕੌਰ। ਅੱਛਾ ਸੋਰੀ ਬੀਬਾ ਸੁਖਵਿੰਦਰ ਕੌਰ ਪਾਕੜ ਅਤੇ ਬੀਬਾ ਸੀਤਾ ਕੌਰ ਪੋਥੀਵਾਲ ਸਨਮਾਨਿਤ ਕੀਤਾ ਜਾਂਦਾ ਹੈ। ਸਾਡੇ ਗੁਰੂ ਘਰ ਦੇ ਜਨਰਲ ਸਕੱਤਰ ਸਰਦਾਰ ਜਤਿੰਦਰ ਸਿੰਘ ਪੋਥੀਵਾਲ। ਅਤੇ ਇੱਥੇ ਇਸ ਦੇ ਨਾਲ ਅਸੀਂ ਦੁਬਾਰਾ ਤੋਂ ਬੁਲਾਵਾਂਗੇ ਬੀਬਾ ਕੁਲਵੰਤ ਕੌਰ ਅਤੇ ਬੀਬਾ ਸਿਮਰਨ ਕੌਰ ਸਟੇਜ 'ਤੇ ਆਉਣ ਅਤੇ ਸਰੋਪਾ ਲੈਣ ਪਲੀਜ਼। ਅਸੀਂ ਧੰਨਵਾਦ ਕਰਾਂਗੇ ਬੀਬਾ ਸੁਖਵਿੰਦਰ ਕੌਰ ਪਾਕੜ ਅਤੇ ਸੀਤਾ ਕੌਰ ਪੋਥੀਵਾਲ ਉਹਨਾਂ ਦਾ ਜਿਨ੍ਹਾਂ ਨੇ ਸਰੋਪੇ ਨਾਲ ਸਨਮਾਨਿਤ ਕੀਤਾ ਹੈ। ਅਤੇ ਇੱਥੇ ਅਸੀਂ ਸਾਡੇ ਸਤਿਕਾਰਯੋਗ ਵੀਰ ਸਰਦਾਰ ਜਗਬੀਰ ਸਿੰਘ ਪੋਥੀਵਾਲ ਉਹਨਾਂ ਨੂੰ ਕਹਾਂਗੇ ਅੱਗੇ ਆ ਕੇ ਸਰੋਪਾ ਲੈਣ ਜੀ। ਅਤੇ ਪ੍ਰਧਾਨ ਸਾਹਿਬ ਸਰਦਾਰ ਗੁਰਚਰਨ ਸਿੰਘ ਜੀ ਸਰੋਪੇ ਨਾਲ ਸਨਮਾਨਿਤ ਕਰਨ। ਰਣਜੀਤ ਸਿੰਘ। ਨਿਰਮਲ ਕੌਰ ਪੋਥੀਵਾਲ। ਅੱਛਾ ਇੱਕ ਮੈਂ ਜਿਹਨਾਂ ਨੂੰ ਸਨਮਾਨਿਤ ਕਰਨਾ ਨਾਂ ਲਿਖ ਲਓ, ਮੈਨੂੰ ਚੇਤਾ ਭੁੱਲ ਜਾਣਾ। ਅਸੀਂ ਸਰਦਾਰ ਰਣਜੀਤ ਸਿੰਘ ਆਨੰਦ। ਸਤਿ ਸ੍ਰੀ ਅਕਾਲ। ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖ ਚੈਨਲ ਦੇ ਵੀਰ ਸਰਦਾਰ ਜਗਤਾਰ ਸਿੰਘ ਜੀ ਸਟੇਜ 'ਤੇ ਆ ਕੇ ਸਰੋਪੇ ਲੈਣ ਦੀ ਕਿਰਪਾਲਤਾ ਕਰਨਾ ਜੀ। ਨਿਰਮਲ ਕੌਰ ਬੀਬਾ ਨਿਰਮਲ ਕੌਰ ਪੋਥੀਵਾਲ ਪਲੀਜ਼ ਸਟੇਜ 'ਤੇ ਆ ਕੇ ਸਰੋਪਾ ਲੈਣ। ਬੀਬਾ ਨਿਰਮਲ ਕੌਰ ਪੋਥੀਵਾਲ ਅਤੇ ਬੀਬਾ ਸਿਮਰਨ ਕੌਰ ਪੋਥੀਵਾਲ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਜੀ। ਹਾਂਜੀ ਸਤਪਾਲ ਸਿੰਘ ਲਖਨਪਾਲ ਅਗਰ ਇੱਥੇ ਹੈਗੇ ਹਨ ਅਤੇ ਅੱਗੇ ਆ ਕੇ ਸਰੋਪਾ ਲੈਣ ਦੀ ਕਿਰਪਾਲਤਾ ਕਰਨੀ ਜੀ।
ਅਤੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਗੁਰਚਰਨ ਸਿੰਘ ਦੀਪਾਲ ਆਪਣੇ ਵਿਚਾਰ ਰੱਖਣਗੇ ਅਤੇ ਇਸ ਦੇ ਬਾਅਦ ਸਾਡੇ ਗੁਰੂ ਘਰ ਦੇ ਵਾਈਸ ਪ੍ਰਧਾਨ ਸਰਦਾਰ ਮਨਜੀਤ ਸਿੰਘ ਪ੍ਰਭਾਕਰ ਜੀ ਉਹ ਆਪਣੇ ਵਿਚਾਰ ਦੇਣਗੇ ਅਤੇ ਇਸ ਦੇ ਬਾਅਦ ਜੋ ਗਲੋਬਲ ਪਾਰਟਨਰਸ਼ਿਪ ਕਾਉਂਸਲ ਦਾ ਪ੍ਰੋਗਰਾਮ ਹੈ ਉਸ ਦੀ ਸਮਾਪਤੀ ਹੋਵੇਗੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਮੈਂ ਪਹਿਲਾਂ ਕਰਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਧੰਨਵਾਦ ਹੈ ਇੱਥੇ ਦੀ ਪ੍ਰਬੰਧਕ ਕਮੇਟੀ ਦਾ, ਧੰਨਵਾਦ ਹੈ ਸਾਰੀ ਸੰਗਤ ਦਾ, ਧੰਨਵਾਦ ਹੈ ਗਲੋਬਲ ਪਾਰਟਨਰਸ਼ਿਪ ਕਾਉਂਸਲ ਦੇ ਸਾਰੇ ਹੀ ਮੈਂਬਰਾਂ ਦਾ, ਇੱਥੇ UK ਤੇ ਇੰਡੀਆ ਦੇ ਸਾਰੇ ਮੈਂਬਰਾਂ ਦਾ। ਮੈਂ ਆਪਣੀਆਂ ਭੈਣਾਂ ਦਾ ਅਤੇ ਵੀਰਾਂ ਦਾ, ਬੱਚਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਸਹਿਯੋਗ ਦੇ ਕੇ ਪ੍ਰੋਗਰਾਮ ਨੂੰ ਨੇਪਰੇ ਚਾੜਿਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਅੱਗੇ ਅਰਦਾਸ ਬੇਨਤੀ, ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਜੀ, ਤੰਦਰੁਸਤੀਆਂ ਅਤੇ ਇਸੇ ਤਰ੍ਹਾਂ ਸੇਵਾ ਦਾ ਉਤਸ਼ਾਹ ਬਖਸ਼ਦੇ ਰਹਿਣ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਹ ਸੇਵਾ ਜੋ ਕੀਤੀ ਸਫਲ ਤਾਂ ਹੀ ਹੈ, ਕਿਰਤ ਕਮਾਈਆਂ ਜੋ ਸਫਲ ਵੀ ਤਾਂ ਹੀ ਹੁੰਦੀਆਂ ਹਨ ਜੇ ਅਸੀਂ ਲੋੜਵੰਦ, ਜੇ ਸਾਡੇ ਲਾਗੇ ਕੋਈ ਸਾਨੂੰ ਦਿਸਦਾ ਹੈ ਲੋੜਵੰਦ, ਉਸ ਦੀ ਜ਼ਰੂਰ ਅਸੀਂ ਸੇਵਾ ਕਰੀਏ ਅਤੇ ਉਸ ਵਾਹਿਗੁਰੂ ਨਾਲ ਜੁੜੀਏ ਕਿਉਂਕਿ ਉਸ ਦਾ ਦਿੱਤਾ ਹੀ ਹੈ ਅਤੇ ਅਸੀਂ ਗਾਹਾਂ ਸੇਵਾ ਦੇ ਰੂਪ 'ਚ ਉਹਦੇ ਹੀ ਬੰਦਿਆਂ ਨੂੰ ਪ੍ਰੋਵਾਈਡ ਕਰ ਸਕੀਏ, ਦੇ ਸਕੀਏ। ਅਤੇ ਇਹ ਵਾਹਿਗੁਰੂ ਦੇ ਉਦਮ ਨਾਲ ਇਹ ਤੁਹਾਨੂੰ ਵਾਹਿਗੁਰੂ ਉਦਮ ਬਖਸ਼ਦਾ ਹੈ ਅਤੇ ਚੜ੍ਹਦੀ ਕਲਾ ਰੱਖਦਾ ਹੈ। ਅਤੇ ਮੈਂ ਦੁਬਾਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦਾ ਅਤੇ ਇੱਥੇ ਦੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ, ਆਪਣੇ ਗਲੋਬਲ ਪਾਰਟਨਰਸ਼ਿਪ ਕਾਉਂਸਲ ਦੇ ਸਾਰੇ ਹੀ ਮੈਂਬਰਾਂ ਦਾ, ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਮਿੰਟ ਵਾਸਤੇ ਸਾਡੇ ਸਟੇਟ ਸਕੱਤਰ ਸਰਦਾਰ ਰਣਧੀਰ ਸਿੰਘ ਭਾਕੜ ਹੋਣੀ ਆਪਣੇ ਵਿਚਾਰ ਰੱਖਣਗੇ। ਦੁਬਾਰਾ ਮੈਂ ਆਪਣੇ ਵੱਲੋਂ ਜੋ ਗਵਾਲੀਅਰ ਵਿਖੇ ਸਕੂਲ ਗਲੋਬਲ ਪਾਰਟਨਰਸ਼ਿਪ ਕਾਉਂਸਲ ਦਾ ਜੋ ਪਹਿਲਾ ਸਕੂਲ ਹੈ ਉਹ ਪੰਜਾਬੀ ਦਾ ਖੋਲ੍ਹਿਆ ਕਿਉਂਕਿ ਪਹਿਲਾਂ ਵੀ ਦੱਸਿਆ ਮੈਂ ਵੀ ਗਵਾਲੀਅਰ ਵਿਖੇ ਹਿੰਦੀ, ਉਸ ਸਾਈਡ 'ਤੇ ਹਿੰਦੀ ਮੀਡੀਅਮ 'ਚ ਪੜ੍ਹਾਇਆ ਜਾਂਦਾ ਹੈ, ਮਜ਼ਮੂਨ ਹਿੰਦੀ ਹੈ ਉੱਥੇ ਦਾ, ਅਤੇ ਇਸ ਕਰਕੇ ਉੱਥੇ ਪੰਜਾਬੀ ਸਕੂਲ ਦੀ ਬਹੁਤ ਜ਼ਰੂਰਤ ਸੀ। ਇਸ ਕਰਕੇ ਉਸ ਸਕੂਲ ਨੂੰ ਪਹਿਲ ਤਵੱਜੋ ਦਿੱਤੀ ਗਈ ਹੈ। ਇੰਨੀਆਂ ਜਿਹੜੀਆਂ ਸੰਗਤਾਂ ਨੇ ਇਹ ਗਲੋਬਲ ਪਾਰਟਨਰਸ਼ਿਪ ਕਾਉਂਸਲ ਦਾ ਜੋ ਪੰਜਾਬੀ ਸਕੂਲ ਖੋਲ੍ਹਣ 'ਚ ਮਦਦ ਕੀਤੀ, ਸਾਰੀ ਹੀ ਸੰਗਤ ਦਾ, ਸਾਰੀ ਵੈਸੇ ਤਾਂ UK ਦੀ ਸਾਰੀ ਸੰਗਤ ਦਾ ਧੰਨਵਾਦ ਕਰੀਏ ਕਿਉਂਕਿ ਸਾਰੀ ਸੰਗਤ UK ਦੀ ਬਲਵਾਨ ਆ ਵੀ ਜੋ ਆਪਣੇ ਦਸਵੰਧ ਦੇ ਕੇ ਉੱਥੇ ਦੇ ਪਿੱਛੇ ਇੰਡੀਆ ਵਿਖੇ ਜੋ ਵੀ ਲੋੜਵੰਦ ਪਰਿਵਾਰ ਹੈ ਉਹਨਾਂ ਦੀ ਸੇਵਾ ਕਰਦੇ ਹਨ। ਇੰਨੀਆਂ ਬੇਨਤੀਆਂ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸਾਰੀ ਹੀ ਸਾਧ ਸੰਗਤ ਦਾ ਧੰਨਵਾਦ ਕਰੇਗਾ ਜਿਹੜੀ ਵੀ ਦੂਰੋਂ ਨੇੜੇ ਚੱਲ ਕੇ ਆਈ ਹੈ, ਔਰ ਬ੍ਰਿਸਟਲ ਸੰਗਤ ਦਾ ਵੀ ਧੰਨਵਾਦ ਕਰੇਗਾ। ਦਾਸ ਕਹਿੰਦੇ ਆ ਕਿ ਬਈ ਅਗਰ ਰਾਜਾ ਹੈ ਤਾਂ ਪ੍ਰਜਾ ਨਹੀਂ, ਤੇ ਪ੍ਰਜਾ ਹੈ ਅਤੇ ਅਗਰ ਰਾਜਾ ਨਹੀਂ ਤਾਂ ਫਿਰ ਇਹ ਕੰਮ ਨਹੀਂ ਚੱਲਦਾ ਕਿਉਂਕਿ ਰਾਜਾ ਵੀ ਹੋਣਾ ਜ਼ਰੂਰੀ ਹੈ ਅਤੇ ਪ੍ਰਜਾ ਵੀ ਹੋਣੀ ਬਹੁਤ ਜ਼ਰੂਰੀ ਹੈ। ਕਿ ਜਿਸ ਤਰ੍ਹਾਂ ਕਿ ਮੀਡੀਆ ਜਿਹੜੀ ਹੈ ਨਾ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਸਾਡੇ ਲਈ, ਕਿਉਂਕਿ ਅਗਰ ਮੀਡੀਆ ਹੈਗੀ ਹੈ ਤਾਂ ਸਾਡੀ ਆਵਾਜ਼ ਜਿਹੜੀ ਹੈ ਪੂਰੀ ਦੁਨੀਆ 'ਚ ਜਾਂਦੀ ਹੈ ਕਿਉਂਕਿ ਅਸੀਂ ਹਰ ਕੋਨੇ 'ਚ ਪਹੁੰਚਣਾ ਚਾਹੁੰਦੇ ਹਾਂ। ਮੀਡੀਆ ਦੇ ਚੈਨਲ, ਸਿੱਖ ਚੈਨਲ ਵੀ ਹੈਗਾ ਅਤੇ ਸਾਡਾ ਪ੍ਰੋਗਰਾਮ ਰਿਕਾਰਡ ਕਰ ਰਹੇ ਆ। ਸੋ ਦਾਸ ਇਹਨਾਂ ਦੇ ਦਿਲ ਦੀਆਂ ਨਾਲ ਧੰਨਵਾਦ ਕਰੇਗਾ ਕਿ ਜਿਹੜਾ ਕਿ ਇਹਨਾਂ ਨੇ ਆਪਣਾ ਸਮਾਂ ਕੱਢ ਕੇ, ਟਾਈਮ ਕੱਢ ਕੇ ਅਤੇ ਗਲੋਬਲ ਪਾਰਟਨਰਸ਼ਿਪ ਕਾਉਂਸਲ ਦੇ ਮੁੰਡੇ ਨਾਲ ਮੁੰਡਾ ਲਾ ਕੇ ਅਤੇ ਇਹਨਾਂ ਦੀ ਆਵਾਜ਼ ਜਿਹੜੀ ਹੈ ਦੁਨੀਆ ਵਿੱਚ ਪਹੁੰਚਾ ਰਹੇ ਆ। ਸੋ ਆਉਣ ਵਾਲੇ ਵਕਤ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਪਏ ਹਾਂ ਕਿ ਉਸ ਪਰਿਵਾਰਾਂ ਦੇ ਨਾਲ ਮਿਲ ਕੇ ਸਾਡੀ ਜਿਹੜੀ ਬੀਬੀ ਲక్ష్ਮੀ ਕੌਰ ਆ ਉਹ ਬਹੁਤ ਹੀ ਉੱਥੇ ਆਪ ਜੀ ਦੇਖਦੇ ਹੋ ਕਿ ਜਦੋਂ ਕੋਈ ਵੀ ਉੱਥੇ ਬਿਲਡਿੰਗ ਦਾ ਕੰਮ ਬਣਦਾ ਅਤੇ ਉਹ ਅਪਡੇਟ ਦਿੰਦੇ ਆ ਅਤੇ ਉਹਦੇ ਵਿੱਚ ਦੱਸ ਕੇ ਵੀ ਜਾਂਦੇ ਆ ਕਿ ਉਸ ਜਗ੍ਹਾ ਦੇ ਉੱਤੇ ਨਾ ਬੜੀ ਮਿਹਨਤ ਸਾਨੂੰ ਕਰਨੀ ਪੈਣੀ ਹੈ ਕਿਉਂਕਿ ਉੱਥੇ ਦੇ ਬੱਚੇ ਆ ਜਿਹੜੇ ਕਿ ਉਹਨਾਂ ਨੂੰ ਉਠਾ ਕੇ ਵੀ ਕਈ ਵਾਰੀ ਲਿਆਉਣਾ ਪੈਂਦਾ ਹੈ ਕਿਉਂਕਿ ਕੋਈ ਵੀ ਜਦੋਂ ਵੀ ਕੋਈ ਕਹਿੰਦੇ ਆ ਕਿ ਇੱਕ ਦਰੱਖਤ ਲਾ ਲਓ ਕਿ ਪੇੜ ਲਾ ਲਓ ਕਿ ਉਹਨੂੰ ਪੇੜ ਨੂੰ ਨਾ ਪੌਦੇ ਨੂੰ ਛੋਟੇ ਜਿਹੇ ਨੂੰ ਪਹਿਲਾਂ ਜ਼ਮੀਨ 'ਚ ਗੱਡਿਆ ਜਾਂਦਾ ਹੈ ਅਤੇ ਫਿਰ ਉਹਦੀ ਰਖਵਾਲੀ ਕਰਨੀ ਪੈਂਦੀ ਹੈ ਅਤੇ ਉਹਨੂੰ ਪਾਣੀ ਦਿੱਤਾ ਜਾਂਦਾ ਅਤੇ ਜਦੋਂ ਉਹ ਵੱਡਾ ਹੋ ਜਾਂਦਾ ਅਤੇ ਫਿਰ ਉਹਦੀ ਛਾਇਆ ਦੇ ਥੱਲੇ ਬੜੀ ਦੁਨੀਆ ਆਣ ਕੇ ਬਹਿ ਕੇ ਅਤੇ ਅਸੀਸਾਂ ਦਿੰਦੀ ਹੈ। ਇਹ ਇੱਕ ਗਲੋਬਲ ਪਾਰਟਨਰਸ਼ਿਪ ਕਾਉਂਸਲ ਛੋਟਾ ਜਿਹਾ ਪੇੜ ਹੈਗਾ, ਪੌਦਾ ਹੈਗਾ ਹੈ, ਜੇ ਪਾਣੀ ਦੀ ਬਹੁਤ ਲੋੜ ਹੈ ਇਹਨੂੰ। ਜਦੋਂ ਇਹ ਬਹੁਤ ਹੀ ਹਰਾ ਭਰਾ ਹੋ ਜਾਣਾ ਹੈ ਅਤੇ ਹਰਿਆਲੀ ਜਦੋਂ ਆ ਜਾਣੀ ਹੈ ਅਤੇ ਫਿਰ ਸੰਗਤਾਂ ਨੇ ਆਪ ਹੀ ਸੰਭਾਲ ਕਰ ਲੈਣੀ ਇਹਦੀ। ਸੋ ਮੈਂ ਖਿਮਾ ਚਾਹਾਂਗਾ, ਜ਼ਿਆਦਾ ਟਾਈਮ ਨਹੀਂ ਲੈਣਾ ਹੈਗਾ, ਵਿਚਾਰ ਬੜੇ ਹੈਗੇ ਆ, ਟਾਈਮ ਘੱਟ ਹੈਗਾ। ਸੋ ਦਾਸ ਧੰਨਵਾਦ ਕਰੇਗਾ ਆਈ ਸੰਗਤ ਦਾ ਅਤੇ ਸਾਡੇ ਸਿੱਖ ਚੈਨਲ ਦਾ ਅਤੇ ਸਾਂਝਾ ਪੰਜਾਬ TV ਦਾ ਧੰਨਵਾਦ ਇਹਨਾਂ ਦਾ ਵੀ, ਅਤੇ ਦਾਸ ਖਿਮਾ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਇੱਕ ਹੋਰ ਸੇਵਾ ਆਈ ਹੈ ਸਰਦਾਰ ਤਲਵਿੰਦਰ ਸਿੰਘ ਅਤੇ ਬੀਬਾ ਸਿਮਰਨ ਕੌਰ
ਜਿਨ੍ਹਾਂ ਨੇ 20 ਪੌਂਡ ਦੀ ਸੇਵਾ ਗਲੋਬਲ ਪਾਠ ਸਿੱਖ ਕਾਉਂਸਲ ਵਾਸਤੇ ਦਿੱਤੀ ਹੈ। ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਤੇ ਸਮਾਂ ਬਹੁਤ ਘੱਟ ਹੋਣ ਦੇ ਕਾਰਨ ਜੋ ਗਲੋਬਲ ਪਾਠ ਸਿੱਖ ਕਾਉਂਸਲ ਦੀ ਸੇਵਾਵਾਂ ਸਨ ਉਹ ਆਪ ਜੀ ਨੂੰ ਨਹੀਂ ਦਰਸਾ ਪਾਏ। ਅਤੇ ਸਟੇਜ ਕਰਦੇ ਹੋਏ ਦਾਸ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਹੋ ਗਈ ਹੋਏ ਜਾਂ ਕਿਸੇ ਵੀ ਸਤਿਕਾਰਯੋਗ ਵੀਰ ਭੈਣ ਜਾਂ ਬਜ਼ੁਰਗ ਦਾ ਨਾਮ ਨਾ ਲਿਆ ਗਿਆ ਹੋਵੇ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਬੋਲਦੇ ਵਕਤ ਅਪਸ਼ਬਦ ਕਿਸੇ ਵੀ ਸਤਿਕਾਰਯੋਗ ਵੀਰ ਜਾਂ ਭੈਣ ਜਾਂ ਬਜ਼ੁਰਗ ਵਾਸਤੇ ਨਿਕਲ ਗਏ ਹੋਣ ਤਾਂ ਦਿਲਾਵਰ ਸਿੰਘ ਗਲੋਬਲ ਪਾਠ ਸਿੱਖ ਕਾਉਂਸਲ ਦੇ ਜਨਰਲ ਸਕੱਤਰ ਹੱਥ ਜੋੜ ਕੇ ਖਿਮਾ ਚਾਹੁੰਦੇ ਹਨ। ਅਤੇ ਹੁਣ ਅਸੀਂ ਜਿਹੜਾ ਸਟੇਜ ਆ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਨੂੰ ਵਾਪਸ ਦਿੰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਰਦਾਰ ਮਨਜੀਤ ਸਿੰਘ ਪ੍ਰਭਾਕਰ ਸਾਹਿਬ ਗਲੋਬਲ ਪਾਠ ਸਿੱਖ ਕਾਉਂਸਲ ਵਾਸਤੇ 2 ਕੁ ਸ਼ਬਦ ਜ਼ਰੂਰ ਬੋਲਣਗੇ। ਸੋ ਇੰਨੀ ਕੁ ਬੇਨਤੀਆਂ ਪ੍ਰਵਾਨ ਅਤੇ ਦੁਬਾਰਾ ਤੋਂ ਆਈ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਸਾਨੂੰ ਪਤਾ ਹੈ ਕਿ ਸਮਾਂ ਕਾਫੀ ਹੋ ਗਿਆ ਹੈ ਅਤੇ ਅੱਜ ਸੰਡੇ ਵੀ ਹੈ। ਸੋ ਇੰਨੀ ਕੁ ਬੇਨਤੀਆਂ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਭੈ ਭੂਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਹਾੜ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਇੱਕ ਅਰਦਾਸ ਪਹਾੜ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸ਼ਹਿਨਸ਼ਾਹ ਕੁਲ ਜਹਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਅੱਜ ਦਾ ਜੋ ਸਮਾਗਮ ਗਲੋਬਲ ਪਾਠ ਸਿੱਖ ਕਾਉਂਸਲ ਯੂਕੇ ਅਤੇ ਇੰਡੀਆ, ਉਹਨਾਂ ਦੀ ਜੋ ਟੀਮ ਹੈ ਇੰਗਲੈਂਡ ਵਿੱਚ ਔਰ ਇੰਡੀਆ ਬੈਠੀ ਟੀਮ ਵੀ ਜੋ ਉਹਨਾਂ ਦੀ ਸਪੋਰਟ ਕਰ ਰਹੀ ਹੈ, ਗਰਾਊਂਡ ਦੇ ਉੱਪਰ ਕੰਮ ਕਰ ਰਹੀ ਹੈ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਸਿੰਘ ਸਭਾ ਫਿਸ਼ਪੌਂਡ ਰੋਡ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਦਾਸ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹੈ, ਕਿਉਂਕਿ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਜਿਹੜੀ ਅਸੀਂ ਦਸਾਂ ਨੋਹਾਂ ਦੀ ਕਿਰਤ ਕਰਦੇ ਹਾਂ, ਕਿਉਂਕਿ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਗੁਰੂ ਦਾ ਹੁਕਮ ਹੈ ਕਿ ਨਾਮ ਜਪਣਾ, ਵੰਡ ਛਕਣਾ ਅਤੇ ਕਿਰਤ ਕਰਨੀ, ਪਰ ਉੱਥੇ ਕਿਰਤ ਨਹੀਂ ਹੈ, ਉੱਥੇ ਹੈ ਧਰਮ ਦੀ ਕਿਰਤ ਕਰਨੀ। ਇਸ ਕਰਕੇ ਜੋ ਪੰਗਤੀ ਜੋ ਸਾਹਿਬਾਂ ਦਾ ਹੁਕਮ ਹੈ ਉਹ ਇਹ ਹੈ ਕਿ ਨਾਮ ਜਪਣਾ, ਵੰਡ ਛਕਣਾ ਔਰ ਧਰਮ ਦੀ ਕਿਰਤ ਕਰਨੀ। ਧਰਮ ਦੀ ਕਿਰਤ ਕਰਨੀ ਮਤਲਬ ਸੁੱਚੀ ਸੱਚੀ ਕਿਰਤ ਕਰਨ ਵਾਸਤੇ ਸਾਨੂੰ ਹੁਕਮ ਹੈ। ਸੋ ਆਪਣੇ ਦਸਾਂ ਨੋਹਾਂ ਦੀ ਕਿਰਤ ਦੇ ਵਿੱਚੋਂ ਜੋ ਵੀ ਮਾਈ ਭਾਈ ਇਹਨਾਂ ਦੀ ਹੈਲਪ ਕਰ ਰਹੇ ਹਨ, ਉਹਨਾਂ ਦਾ ਵੀ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਔਰ ਅਸੀਂ ਇਹੀ ਆਸ ਕਰਦੇ ਹਾਂ ਕਿ ਸਮੂਹ ਯੂਕੇ ਦੀ ਸੰਗਤ ਜਾਂ ਦੁਨੀਆ ਭਰ ਦੇ ਵਿੱਚ ਮੀਡੀਆ ਰਾਹੀਂ ਜਿੱਥੇ ਵੀ ਇਹਨਾਂ ਦੀ ਆਵਾਜ਼ ਪਹੁੰਚਦੀ ਹੈ, ਇਹਨਾਂ ਦੀ ਬੜੀ ਸੁਚੱਜੀ ਟੀਮ ਹੈ। ਕਿਉਂਕਿ ਸਾਡੇ ਇੱਥੇ ਲੋਕਲ ਵੀ ਸਰਦਾਰ ਦਿਲਾਵਰ ਸਿੰਘ ਜੀ ਪੋਤੀਵਾਲ ਜਿਹੜੇ ਸਾਡੇ ਸਿੱਖ ਰਿਸੋਰਸ ਸੈਂਟਰ ਦੇ ਵੀ ਸੈਕਟਰੀ ਹਨ, ਔਰ ਉਹਨਾਂ ਨੇ ਵੋਰ ਮੈਮੋਰੀਅਲ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਬੜੇ ਸੁਚੱਜੇ ਵਰਕਰ ਹਨ, ਬੜੇ ਸੂਝਵਾਨ ਹਨ। ਔਰ ਉਹਨਾਂ ਦੇ ਨਾਲ ਸਾਡੇ ਸਾਬਕਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਸਤਪਾਲ ਸਿੰਘ ਕਸਬਾ, ਕਸ਼ਮੀਰ ਸਿੰਘ, ਹੋਰ ਵੀ ਬੇਅੰਤ ਸਾਡੇ ਇੱਥੇ ਲੋਕਲ ਮੈਂਬਰ ਹਨ ਜੋ ਇਹਨਾਂ ਦੇ ਨਾਲ ਜੁੜੇ ਹੋਏ ਹਨ। ਸੋ ਅਸੀਂ ਇਹੀ ਅਰਦਾਸ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਰਦੇ ਹਾਂ ਕਿ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਇਸ ਸੰਸਥਾ ਨੂੰ ਜਿਹੜੀ ਇਹਨਾਂ ਨੇ ਇਹ ਬਣਾਈ ਹੈ, ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ ਕਰੇ। ਹੁਣ ਗੁਰਦੁਆਰਾ ਸਾਹਿਬ ਵੱਲੋਂ ਸਾਡੇ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਬੀਬੀ ਜਤਿੰਦਰ ਕੌਰ ਜੀ, ਗੁਰੂ ਘਰ ਵੱਲੋਂ ਸਰਦਾਰ ਗੁਰਚਰਨ ਸਿੰਘ ਦਿਗਪਾਲ ਜੀ ਨੂੰ ਜੋ ਇਹਨਾਂ ਦੇ ਚੇਅਰਮੈਨ ਹਨ, ਸੰਸਥਾ ਦੇ ਮੁਖੀ ਹਨ, ਉਹਨਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਰੋਪਾ ਜੋ ਹੈ ਭੇਟ ਕੀਤਾ ਜਾਣਾ ਹੈ। ਸੋ ਦਾਸ ਬੇਨਤੀ ਕਰੇਗਾ ਪ੍ਰਧਾਨ ਸਾਹਿਬ ਜੀ ਅੱਗੇ ਕਿ ਉਹ ਸਟੇਜ 'ਤੇ ਆ ਕੇ ਆਪਣਾ ਜੋ ਹੈ ਸਰੋਪਾ ਸਵੀਕਾਰ ਕਰਨ। ਸੋ ਦਾਸ ਫਿਰ ਦੁਬਾਰਾ ਇਹੀ ਸੰਗਤ ਨੂੰ ਅਪੀਲ ਕਰਦਾ ਕਿ ਇਹਨਾਂ ਦਾ ਵੱਧ ਚੜ੍ਹ ਕੇ ਸਹਿਯੋਗ ਦਿਓ। ਹੋਰ ਵੀ ਸੰਸਥਾਵਾਂ ਹਨ, ਉਹਨਾਂ ਦਾ ਵੀ ਸਹਿਯੋਗ ਦਿਓ। ਜਿੱਥੇ ਵੀ ਆਪ ਜੀ ਦਾ ਦਿਲ ਕਰਦਾ ਹੈ
ਆਪ ਸਹਿਯੋਗ ਜ਼ਰੂਰ ਦਿਓ ਤਾਂ ਕਿ ਲੋੜਵੰਦ ਤੱਕ ਜਿਹੜੀ ਹੈ ਮਦਦ ਪਹੁੰਚਾਈ ਜਾਵੇ। ਦਾਸ ਖਾਸ ਜਿਹੜਾ ਹੈ ਖੁਸ਼ ਇਸ ਗੱਲ ਤੋਂ ਹੈ ਕਿ ਜੋ ਪੰਜਾਬੀ ਦੀ ਇਹਨਾਂ ਨੇ ਜੋ ਬੋਲੀ ਨੂੰ ਜਿੰਦਾ ਰੱਖਣ ਵਾਸਤੇ ਦੂਸਰੇ ਸੂਬਿਆਂ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਖਾਸ ਕਰਕੇ ਜਿੱਥੇ ਉੱਥੇ ਪੰਜਾਬੀ ਭਾਸ਼ਾ ਨਹੀਂ ਹੈ, ਉੱਥੇ ਭਾਸ਼ਾ ਹਿੰਦੀ ਹੈ ਜਾਂ ਹੋਰ ਭਾਸ਼ਾਵਾਂ ਉਹਨਾਂ ਦੀ ਲੋਕਲ ਹੋਏਗੀ ਕੋਈ, ਪਰ ਜਿਹੜੀ ਸਾਡੀ ਪੰਜਾਬੀ ਮਾਂ ਬੋਲੀ ਹੈ ਸਿੱਖਾਂ ਦੀ, ਉੱਥੇ ਦੇ ਸਾਡੇ ਸਿੱਖ ਭਰਾਵਾਂ ਵਾਸਤੇ ਜਿਹੜਾ ਇਹਨਾਂ ਨੇ ਸਕੂਲ ਦਾ ਉਪਰਾਲਾ ਕੀਤਾ ਹੈ, ਦਾਸ ਇਹਨਾਂ ਦਾ ਤਹਿ ਦਿਲ ਤੋਂ ਸ਼ੁਕਰਾਨਾ ਕਰਦਾ ਹੈ, ਧੰਨਵਾਦ ਕਰਦਾ ਹੈ। ਦਾਸ ਤੋਂ ਸਟੇਜ ਦੀ ਸੇਵਾ ਕਰਦਿਆਂ ਹੋਇਆਂ ਕਿਸੇ ਪ੍ਰਕਾਰ ਦੀ ਵੀ ਗਲਤੀ ਹੋ ਗਈ ਹੋਵੇ ਦਾਸ ਨੂੰ ਖਿਮਾ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ। ਭੈਣ ਜੀ ਰਣਜੀਤ ਕੌਰ, ਮਿਸਿਸ ਸਰਦਾਰ ਸਤਪਾਲ ਸਿੰਘ ਕਸਬਾ, ਉਹਨਾਂ ਨੂੰ ਵੀ ਸਰੋਪਾ ਜਿਹੜਾ ਹੈ ਦੇਣਾ ਹੈ, ਸੋ ਆਪਣਾ ਸਰੋਪਾ ਸਵੀਕਾਰਨ ਕਰਨ। ਉਸ ਤੋਂ ਬਾਅਦ ਸਾਧ ਸੰਗਤ ਜੀ ਸਟੇਜ ਦੀ ਜੋ ਹੈ ਸਮਾਪਤੀ ਕਰ ਦਿੱਤੀ ਜਾਏਗੀ। ਸੋ ਵਾਪਸ ਸਰਦਾਰ ਦਿਲਾਵਰ ਸਿੰਘ ਜੀ ਆਪ ਜੀ ਨੂੰ ਸਟੇਜ ਦੀ ਸਮਾਪਤੀ ਕਰਨਗੇ। ਸੋ ਦਾਸ ਤੋਂ ਬੋਲਦਿਆਂ ਕਈ ਗਲਤੀਆਂ ਹੋ ਜਾਂਦੀਆਂ ਹਨ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਬੀਬੀ ਰਣਜੀਤ ਕੌਰ ਨੂੰ ਦਿੱਤਾ ਜਾਏਗਾ। ਬੋਲੇ ਸੋ ਨਿਹਾਲ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਮਾਫੀ ਚਾਹੇਗਾ ਕਿਉਂਕਿ ਸਾਨੂੰ ਪਤਾ ਨਹੀਂ ਸੀ ਹੈਗਾ। ਇੱਥੇ ਇੱਕ ਬੀਬੀ ਸਾਡੀ ਬੈਠੀ ਹੈ ਰਾਜ ਰਾਣੀ, ਜਿਨ੍ਹਾਂ ਨੇ ਵੈਬਸਾਈਟ ਸਾਡੀ ਤਿਆਰ ਕੀਤੀ ਸੀ ਗਲੋਬਲ ਭਾਰਤ ਸਿੱਖ ਕੌਂਸਲ ਦੀ। ਜਿਹੜੀ ਵੈਬਸਾਈਟ ਚੱਲਦੀ ਪਈ ਹੈ ਗਲੋਬਲ ਭਾਰਤ ਸਿੱਖ ਕੌਂਸਲ ਦੀ, ਉਹ ਬੀਬੀ ਰਾਜ ਰਾਣੀ ਨੇ ਤਿਆਰ ਕੀਤੀ ਸੀ। ਅਤੇ ਅਸੀਂ ਦਾਸ ਚਾਹੇਗਾ ਕਿ ਵੀ ਉਹ ਸਟੇਜ 'ਤੇ ਆਉਣ ਇੱਥੇ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਬੀਬੀ ਰਾਜ ਰਾਣੀ ਕੌਰ ਪਲੀਜ਼ ਸਟੇਜ 'ਤੇ ਆਓ। ਅਤੇ ਸਰੋਪੇ ਲਈ ਮੈਂ ਭੈਣ ਜੀ ਉਹਨਾਂ ਨੂੰ ਕਹਾਂਗਾ ਕਿ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਹਾਂ ਉਹਨੂੰ ਅੱਜ ਕੀ ਨਾਂ ਕੀ? ਮਿਸਿਸ ਗੋਕਲ ਸਿੰਘ ਬੀਬੀ ਦਾ ਨਾਮ ਮੈਨੂੰ ਪਤਾ ਨਹੀਂ ਹੈਗਾ। ਮਿਸਿਸ ਗੋਕਲ ਸਿੰਘ ਸਟੇਜ 'ਤੇ ਆਉਣ ਪਲੀਜ਼, ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਮਿਸਿਸ ਲਾਂਡਾ ਸਾਡੇ ਖਜ਼ਾਨਚੀ ਸਾਹਿਬ ਸੁਖਦੇਵ ਸਿੰਘ ਨਾਂ ਦੀ ਮਿਸਿਸ ਨੂੰ ਅਸੀਂ ਕਹਾਂਗੇ ਸਟੇਜ 'ਤੇ ਆਉਣ ਪਲੀਜ਼। ਉਹ ਸਟੇਜ 'ਤੇ ਆਉਣ ਅਤੇ ਉਹਨਾਂ ਨੂੰ ਸਨਮਾਨਿਤ ਕਰਾਂਗੇ ਕਿਉਂਕਿ ਉਹ ਥੱਲੇ ਕਾਫੀ ਸੇਵਾ ਕਰਦੇ ਰਹੇ ਨੇ ਅਤੇ ਪਤਾ ਨਹੀਂ ਲੱਗਿਆ ਰਾਤੀ ਵੀ ਉਹਨਾਂ ਨੇ ਸੇਵਾ ਕੀਤੀ ਹੈ। ਪਲੀਜ਼ ਉਹ ਸਟੇਜ 'ਤੇ ਆਉਣ ਜ਼ਰੂਰ ਤਾਂ ਆਪਣਾ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੁੰਦੇ ਹਾਂ ਅਸੀਂ। ਬੀਬਾ ਧੀਰਜ ਕੌਰ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਰੋਪੇ ਨਾਲ ਨਿਵਾਜਿਆ ਜਾ ਰਿਹਾ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੋ ਵਿਜੇਪਾਲ ਸਿੰਘ ਰਾਠੌੜ ਆਪਣੇ ਵਾਈਸ ਸਟੇਟ ਸਕੱਤਰ ਗਲੋਬਲ ਭਾਰਤ ਸਿੱਖ ਕਾਉਂਸਲ ਦੇ। ਵਿਜੇ ਸਿੰਘ ਰਾਠੌੜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਗਲੋਬਲ ਭਾਰਤ ਸਿੱਖ ਕੌਂਸਲ UK, ਸਾਰੀ ਸਮੂਹ ਮੈਨੇਜਮੈਂਟ ਕਮੇਟੀ ਦਾ ਦਿਲੋਂ ਧੰਨਵਾਦ ਕਰਦਾ ਹੈ ਦਾਸ, ਜਿਨ੍ਹਾਂ ਨੇ ਇੰਟਰਨੈਸ਼ਨਲ ਭਾਰਤ ਸਿੱਖ ਕੌਂਸਲ ਨੂੰ ਸੱਦਾ ਦੇ ਕੇ ਅਤੇ ਸੱਦੇ ਪੱਤਰ 'ਤੇ ਇਹਨਾਂ ਨੇ ਸਨਮਾਨ ਕੀਤਾ ਹੈ। ਸੋ ਦਾਸ ਦਿਲੋਂ ਧੰਨਵਾਦ ਕਰਦਾ ਸਮੂਹ ਟੀਮ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦ ਕਰਾਂਗੇ ਸਾਰੇ ਹੀ ਜਿਹੜੇ ਸਾਡੇ ਜਿਹੜੇ ਕਿਚਨ ਦੇ ਵਿੱਚ ਟੀਮ ਕੰਮ ਕਰ ਰਹੀ ਸੀ, ਸੇਵਾ ਕਰ ਰਹੀ ਸੀ ਬੀਬੀਆਂ, ਅਤੇ ਬਾਕੀ ਜਿਹੜੀਆਂ ਗਲੋਬਲ ਭਾਰਤ ਸਿੱਖ ਕੌਂਸਲ ਨਾਲ ਸੇਵਾ ਕਰ ਰਹੀਆਂ ਸਨ ਬੀਬੀਆਂ, ਉਹਨਾਂ ਨੂੰ ਜਿਹੜਾ ਸਨਮਾਨਿਤ ਕੀਤਾ ਗਿਆ ਕਿਉਂਕਿ ਟਾਈਮ ਬਹੁਤ ਸ਼ੋਰਟ ਹੋਣ ਕਰਕੇ ਜਿਹੜੀਆਂ ਸਾਡੀਆਂ ਲਿਸਟਾਂ ਸਨ ਉਹ ਕਾਫੀ ਅਪ ਐਂਡ ਡਾਊਨ ਹੋਈਆਂ ਨੇ ਅਤੇ ਸਨਮਾਨਿਤ ਬਹੁਤ ਜ਼ਿਆਦਾ ਸੀ ਨੁਮਾਇੰਦੇ ਜਿਨ੍ਹਾਂ ਨੂੰ ਕਰਨਾ ਸੀ। ਅਤੇ ਇਸ ਕਰਕੇ ਅਸੀਂ ਖਿਮਾ ਚਾਹਾਂਗੇ ਸਾਰਿਆਂ ਕੋਲੋਂ ਕਿ ਨੈਕਸਟ ਟਾਈਮ ਤੋਂ ਜ਼ਰੂਰ ਅਸੀਂ ਚੀਜ਼ ਉੱਤੇ ਧਿਆਨ ਕਰਾਂਗੇ ਕਿਉਂਕਿ ਗਲਤੀਆਂ ਤੋਂ ਹੀ ਸਿੱਖਦਾ ਬੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਿਮਾ ਕਰਨਾ, ਇਹ ਸਾਡਾ ਪਹਿਲਾ ਪ੍ਰੋਗਰਾਮ ਸੀ ਤਾਂ ਸਾਡੇ ਕੋਲੋਂ ਕਾਫੀ ਗਲਤੀਆਂ ਹੋਈਆਂ ਹਨ। ਅਸੀਂ ਉਹ ਗਲਤੀਆਂ ਨੂੰ ਅੱਗੇ ਤੋਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ। ਸੌਰੀ ਕਰਦੇ ਹਾਂ ਜੀ, ਇੱਕ ਜਿਹੜੀ ਅਨਾਉਂਸਮੈਂਟ ਰਹਿ ਗਈ ਸੀ ਅਤੇ ਬਹੁਤ ਜ਼ਰੂਰੀ ਸੀ ਦੱਸਣਾ ਕਿ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਗਲੋਬਲ ਭਾਰਤ ਸਿੱਖ ਕਾਉਂਸਲ ਦਾ ਇੱਥੇ ਗੁਰੂ ਘਰ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਵੇ ਸਕੂਲ ਓਪਨਿੰਗ ਸੈਰਮਨੀ ਦਾ, ਅਤੇ ਜਿਹੜੇ ਸਾਡੇ 24 ਮੈਂਬਰ ਨੇ ਜਿਨ੍ਹਾਂ ਨੇ ਸਾਨੂੰ ਅੱਜ ਜਿਹੜਾ ਇਸ ਸਕੂਲ ਵਾਸਤੇ ਜਿਹੜਾ ਫੰਡ ਦਿੱਤਾ ਸੀ, ਅਤੇ ਉਹਨਾਂ ਮੈਂਬਰ ਸਾਹਿਬਾਨਾਂ ਦੇ ਜਿਹੜੇ ਨਾਂ ਉਹ ਰਹਿ ਗਏ ਸੀ ਅਤੇ ਉਹ ਮੈਂ ਆਪ ਜੀ ਦੇ ਨਾਲ ਸਾਂਝੇ ਕਰਨ ਲੱਗਾ ਹਾਂ। ਸਰਦਾਰ ਕੀਮਤਬੋੜ ਸਿੰਘ ਜੀ ਖੰਡਾ 60 ਪਾਉਂਡ, ਸਰਦਾਰ ਸਰਬਨਜੀਤ ਸਿੰਘ ਜੀ ਪਾਕੜ
60 ਪਾਉਂਡ, ਸਰਦਾਰ ਪ੍ਰੀਤਮ ਸਿੰਘ ਜੀ ਪੋਤੀਵਾਲ 60 ਪਾਉਂਡ, ਸਰਦਾਰ ਸਤਪਾਲ ਸਿੰਘ ਜੀ ਕਸਬਾ 60 ਪਾਉਂਡ, ਸਰਦਾਰ ਸੁਖਦੇਵ ਸਿੰਘ ਜੀ ਲਖਨਪਾਲ 60 ਪਾਉਂਡ, ਸਰਦਾਰ ਗੁਰਪਾਲ ਸਿੰਘ ਜੀ ਰਠੌਰ 60 ਪਾਉਂਡ, ਸਰਦਾਰ ਗੁਰਚਰਨ ਸਿੰਘ ਜੀ ਦਿਗਪਾਲ 60 ਪਾਉਂਡ, ਸਰਦਾਰ ਬਲਬੀਰ ਸਿੰਘ ਜੀ ਲਖਨਪਾਲ 60 ਪਾਉਂਡ, ਸਰਦਾਰ ਦਲਾਵਰ ਸਿੰਘ ਜੀ ਪੋਤੀਵਾਲ 60 ਪਾਉਂਡ, ਸਰਦਾਰ ਸੁਰਿੰਦਰਪਾਲ ਸਿੰਘ ਜੀ ਲਾਂਡਾ 60 ਪਾਉਂਡ, ਸਰਦਾਰ ਕਸ਼ਮੀਰ ਸਿੰਘ ਜੀ ਲਖਨਪਾਲ 60 ਪਾਉਂਡ, ਸਰਦਾਰ ਦੀਪਕ ਸਿੰਘ ਰਠੌਰ 60 ਪਾਉਂਡ, ਸਰਦਾਰ ਗੋਕਲ ਸਿੰਘ ਲਖਨਪਾਲ 60 ਪਾਉਂਡ, ਸਰਦਾਰ ਵਿਜੇ ਸਿੰਘ ਰਠੌਰ 60 ਪਾਉਂਡ, ਸਰਦਾਰ ਬਲਬੀਰ ਸਿੰਘ ਸ਼ਹਿਰੀ 60 ਪਾਉਂਡ, ਸਰਦਾਰ ਦਵਿੰਦਰ ਸਿੰਘ ਜੀ ਪੋਤੀਵਾਲ 60 ਪਾਉਂਡ, ਸਰਦਾਰ ਨਰਿੰਦਰ ਸਿੰਘ ਜੀ ਪੋਤੀਵਾਲ 60 ਪਾਉਂਡ, ਸਰਦਾਰ ਗੁਰਮੀਤ ਸਿੰਘ ਜੀ ਰਠੌਰ 60 ਪਾਉਂਡ, ਸਰਦਾਰ ਰਣਜੀਤ ਸਿੰਘ ਜੀ ਰਠੌਰ 60 ਪਾਉਂਡ, ਬੀਬੀ ਰਣਜੀਤਾ ਕੌਰ 60 ਪਾਉਂਡ, ਬੀਬੀ ਨੀਤੂ ਕੌਰ 60 ਪਾਉਂਡ, ਸਰਦਾਰ ਰਣਧੀਰ ਸਿੰਘ ਜੀ ਪਾਕੜ 60 ਪਾਉਂਡ। ਇਹ ਜਿਹੜੀ ਮਾਇਆ ਵੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿਹੜੀ ਇਹਨਾਂ ਵੀਰਾਂ ਵੱਲੋਂ ਦਿੱਤੀ ਗਈ ਸੀ। ਸੋ ਸਮੁੱਚੀ ਗਲੋਬਲ ਭਾਰਤ ਸਿੱਖ ਕਾਉਂਸਲ ਵੱਲੋਂ ਇਹਨਾਂ ਸਾਰੇ ਹੀ ਵੀਰਾਂ ਦਾ ਭੈਣਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਇਹ ਦਸਵੰਧ ਦੇ ਕੇ ਧੰਨਵਾਦੀ ਬਣਾਇਆ ਹੈ। ਸੋ ਇੰਨੇ ਕੁ ਬੇਨਤੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਇੱਥੇ ਧੰਨਵਾਦ ਕਰਾਂਗੇ ਸਰਦਾਰ ਸੁਖਦੇਵ ਸਿੰਘ ਲਾਂਡਾ ਜੀ ਦਾ, ਜਿਨ੍ਹਾਂ ਨੇ ਮਾਇਆ ਦਾ ਵੇਰਵਾ ਦਿੱਤਾ ਹੈ। ਅਤੇ ਇੱਥੇ ਇਹ ਪ੍ਰੋਗਰਾਮ ਦੀ ਸਮਾਪਤੀ ਹੁੰਦੀ ਹੈ ਅਤੇ ਸਾਰੇ ਹੀ ਆਏ ਸਤਿਕਾਰਯੋਗ ਵੀਰਾਂ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਅਰਦਾਸ ਪਾਟ ਕੀਰਤ ਕੀ, 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 ਇੱਕ ਅਰਦਾਸ ਪਾਟ ਕੀਰਤ ਕੀ। ਗੁਰੂ ਰਾਮਦਾਸ ਰਾਖੋ ਸਰਨਾਈ, ਗੁਰੂ ਰਾਮਦਾਸ ਰਾਖੋ ਸਰਨਾਈ, ਗੁਰੂ ਰਾਮਦਾਸ ਰਾਖੋ ਸਰਨਾਈ, ਗੁਰੂ ਰਾਮਦਾਸ ਰਾਖੋ ਸਰਨਾਈ। ਇੱਕ ਅਰਦਾਸ ਪਾਟ ਕੀਰਤ ਕੀ, ਇੱਕ ਅਰਦਾਸ ਪਾਟ ਕੀਰਤ ਕੀ। हम अवगुण परे एक गुण नाही, अमृत छाड़ बिखै बिख खाई, अमृत छाड़ बिखै बिख खाई। हम अवगुण परे एक गुण नाही, अमृत छाड़ बिखै बिख खाई। एक अरदास पाट कीरत की, एक अरदास पाट कीरत की। माया मोह परम पे